की खुलासे करनगे ठाकुर रुगराज सिंह जी ते की जानकारियां देणगे इस हवेली दे बारे। आओ देखते हैं रत्तेवाला। रत्तेवाले तो सोनगढ़ किवें बनिया। ਤੇ ਪਟਿਆਲਾ ਮਹਾਰਾਜਾ ਨੇ ਸੋਹਣ ਸਿੰਘ ਜੀ ਨੂੰ ਕਿਰਪਾਨ ਵੀ ਭੇਂਟ ਕੀਤੀ ਸੀ। ਅਰਜਨ ਸਿੰਘ ਜੀ ਨੇ ਉਹਨਾਂ ਨੂੰ 20 ਗਾਈਆਂ ਗਿਫਟ ਕੀਤੀਆਂ ਸੀ। 20 ਗਾਈਆਂ ਗਿਫਟ ਕੀਤੀਆਂ ਸੀ ਤੇ ਉਹ ਫਿਰ ਮਹਾਰਾਜੇ ਕਹਿਣ ਲੱਗੇ ਕਿ ਜੀ ਇਹਨਾਂ ਦੇ ਪੈਸੇ ਦੱਸੋ। ਉਹ ਕਹਿੰਦੇ ਨਹੀਂ ਜੀ ਤੁਸੀਂ, ਇਹ ਮੇਰੀ ਤਰਫੋਂ ਗਿਫਟ ਹੈ। ਇੱਕ ਜਿਵੇਂ ਕਿ ਝੀਂਡ ਵਾਲੀਏ ਸਰਦਾਰ ਵਜਦੇ ਸੀ, ਹਾਂਜੀ, ਇੱਕ ਅਬਲ ਖਰਾਣੇ ਵਾਲੇ ਸੀਗੇ, ਉਹਨਾਂ ਦੇ ਨਾਲ ਵੀ ਤੁਹਾਡੀ ਕੋਈ ਰਿਲੇਸ਼ਨ ਰਹੀ? ਉਹਨਾਂ ਨਾਲ ਵੀ ਬਹੁਤ ਸੰਬੰਧ ਸੀਗੇ ਜੀ। ਇੱਥੋਂ ਜਿਵੇਂ ਲੇਡੀਜ਼ ਨੇ ਜਾਣਾ ਟੁੱਡੀਆਂ ਵਾਲੀ ਜੀ, ਰੱਥਾਂ 'ਤੇ ਹੀ ਜਾਂਦੇ ਸੀ ਉਦੋਂ ਜੀ। ਤੇ ਰੱਥ ਮੈਂ ਸੁਣਿਆ ਕਿ ਵੀ ਅਬਲ ਖਰਾਣੇ ਠਹਿਰਦੇ ਸੀ ਤੇ ਅਬਲ ਖਰਾਣੇ ਦੇ ਸਰਦਾਰਾਂ ਨਾਲ ਬਹੁਤ ਅੱਛੀ ਲਿਹਾਜ਼ ਸੀ, ਬਾਦਲਾਂ ਨਾਲ ਬੜੀ ਅੱਛੀ ਲਿਹਾਜ਼ ਸੀ, ਝੀਂਡ ਵਾਲੀਆਂ ਨਾਲ ਸੀ, ਮਾਣੀ ਖੇੜੇ ਵਾਲਿਆਂ ਨਾਲ ਸੀ, ਮਾਣੀ ਖੇੜੇ ਵਾਲੇ ਗੁੱਗੂ ਗਿਲਕਿਆਂ ਨਾਲ, ਗੁੱਗੂ ਗਿਲਕਿਆਂ ਨਾਲ। ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਤੇ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ। ਪਿੰਡ ਪਹੁੰਚੇ ਅੱਜ ਰੱਤੇਵਾਲਾ ਸੋਨਗੜ੍ਹ ਦੇ ਵਿੱਚ, ਕਿਉਂਕਿ ਇਸ ਪਿੰਡ ਦਾ ਨਾਂ ਪਹਿਲਾਂ ਰੱਤੇਵਾਲਾ ਸੀ, ਉਸ ਤੋਂ ਬਾਅਦ ਵਿੱਚ ਬਦਲ ਕੇ ਨਾਂ ਇਸ ਦਾ ਸੋਨਗੜ੍ਹ ਕਰ ਦਿੱਤਾ ਗਿਆ। ਸੋਨਗੜ੍ਹ ਪਿੰਡ ਦਾ ਨਾਂ ਕਿਵੇਂ ਪਿਆ, ਕਦੋਂ ਪਿਆ, ਅੱਜ ਅਸੀਂ ਉਸ ਠਾਕਰ ਸਾਹਿਬ ਦੇ ਕੋਲ ਬੈਠੇ ਹਾਂ ਜੋ ਕਿ ਠਾਕਰ ਕਿਸ਼ਨ ਸਿੰਘ ਦੀ ਵੰਸ਼ ਦੇ ਵਿੱਚੋਂ ਨੇ, ਜਿਨ੍ਹਾਂ ਨੇ ਇਸ ਪਿੰਡ ਦਾ ਨਾਂ ਸੋਹਣ ਸਿੰਘ ਦੇ ਨਾਂ 'ਤੇ ਪਾਇਆ, ਸੋਨਗੜ੍ਹ ਰੱਤੇਵਾਲਾ। ਇੱਥੇ ਇੱਕ ਹਵੇਲੀ ਤੁਹਾਨੂੰ ਜਿਹੜੀ ਦਿਖਾਈ ਅਸੀਂ, ਉਹ ਹਵੇਲੀ ਇਹਨਾਂ ਦੇ ਬਜ਼ੁਰਗਾਂ ਨੇ ਬਣਵਾਈ ਸੀ। ਸਨ 1860 ਦੇ ਵਿੱਚ ਹਵੇਲੀ ਬਣਨੀ ਸ਼ੁਰੂ ਹੋਈ। 1901 ਦੇ ਵਿੱਚ ਇਹਨਾਂ ਨੇ ਇੱਥੇ ਰਿਹਾਇਸ਼ ਕਰ ਲਈ ਸੀ ਆ ਕੇ। ਸੋ ਆਪਾਂ ਗੱਲਬਾਤ ਕਰਾਂਗੇ ਠਾਕਰ ਰੁਗਰਾਜ ਸਿੰਘ ਜੀ ਦੇ ਨਾਲ। ਸੋ ਮੇਰੇ ਨਾਲ ਬੈਠੇ ਨੇ ਠਾਕਰ ਰੁਗਰਾਜ ਸਿੰਘ ਦੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਂਝ ਪੰਜਾਬ ਦੀ ਟੀਵੀ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ। ਹਾਂ ਸਰ, ਤੁਸੀਂ ਬਹੁਤ ਖੁਸ਼ ਨਸੀਬ ਹੋ ਅਤੇ ਅਸੀਂ ਵੀ ਖੁਸ਼ ਨਸੀਬ ਹਾਂ ਅਤੇ ਪਿੰਡ ਵਾਲੇ ਵੀ ਬੜੇ ਖੁਸ਼ ਨਸੀਬ ਆ ਕਿ ਜਿਹੜੇ ਨੇ ਅੱਜ ਤੁਹਾਡੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਅਤੇ ਜਿਹੜੇ ਤੁਹਾਨੂੰ ਚਾਹੁਣ ਵਾਲੇ ਸੀ, ਇਸ ਪਿੰਡ ਨੂੰ ਚਾਹੁਣ ਵਾਲੇ ਸੀ, ਤੁਹਾਡੀ ਰਿਆਸਤ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ, ਕੁਛ ਉਸ ਪਾਰ ਚਲੇ ਗਏ ਅਤੇ ਕੁਛ ਇਸ ਪਾਰ ਰਹਿ ਗਏ। ਸੋ ਉਹਨਾਂ ਨੂੰ ਤੁਸੀਂ ਆਪਣੇ ਬਜ਼ੁਰਗਾਂ ਤੋਂ ਦੱਸੋ ਵੀ ਤੁਹਾਡੇ ਬਜ਼ੁਰਗ ਇੱਥੇ ਕਿਹੜੇ ਸਨ ਦੇ ਵਿੱਚ ਆਏ, ਇਸ ਪਿੰਡ ਦਾ ਨਾਂ ਰੱਤੇ ਵਾਲੇ ਤੋਂ ਸੋਨਗੜ੍ਹ ਕਿਵੇਂ ਬਣਿਆ। ਕਿਉਂਕਿ ਲੋਕਾਂ ਦੇ ਕਈਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਪਹਿਲਾਂ ਪਿੰਡ ਸੋਨਗੜ੍ਹ ਸੀ, ਉਸ ਤੋਂ ਬਾਅਦ ਇਹਦਾ ਨਾਂ ਰੱਤੇ ਵਾਲਾ ਹੋਇਆ। ਇਹ ਕੀ ਸੱਚ ਹੈ ਅਤੇ ਕੀ ਝੂਠ ਹੈ, ਇਹਦੇ ਬਾਰੇ ਜ਼ਰਾ ਦੱਸੋ। ਇਹ ਜੀ 1860 ਦੇ ਵਿੱਚ ਠਾਕਰ ਕਿਸ਼ਨ ਸਿੰਘ ਜੀ ਰਾਜਸਥਾਨ ਤੋਂ ਪੰਜਾਬ ਆਏ ਜੀ, ਅਤੇ ਉਹਨਾਂ ਨੇ ਪਹਿਲਾਂ ਤਾਂ 4 ਪਿੰਡ ਖਰੀਦੇ ਜੀ, ਢੁੱਡੀਆਂ ਵਾਲੀ ਅਤੇ ਬੁੱਢੀ ਮੇੜੀ ਜੀ, ਕਾਕੂ ਵਾਲਾ ਅਤੇ ਲੋਹਗੜ੍ਹ ਜੀ। ਇਹ ਹੁਣ 2 ਪਿੰਡ ਪੰਜਾਬ 'ਚ ਹੈ ਅਤੇ 2 ਪਿੰਡ ਹਰਿਆਣੇ 'ਚ ਹੈਗੇ। ਅਤੇ 1883 ਦੇ ਵਿੱਚ ਸੋਨਗੜ੍ਹ ਖਰੀਦਿਆ ਗਿਆ ਜੀ। 1883 ਦੇ ਵਿੱਚ। 83 ਦੇ ਵਿੱਚ ਇਹ ਉਦੋਂ ਇਹਦਾ ਨਾਂ ਰੱਤੇ ਵਾਲਾ ਸੀ ਜੀ, ਇਹਦਾ ਪੁਰਾਣਾ ਨਾਂ ਰੱਤੇ ਵਾਲਾ ਜੀ। ਅਤੇ 1832 ਦੇ ਵਿੱਚ 1932 ਦੇ ਵਿੱਚ ਠਾਕਰ ਸੋਹਣ ਸਿੰਘ ਜੀ ਦੀ ਡੈਥ ਹੋ ਗਈ ਜੀ। ਉਹਨਾਂ ਦੇ 4 ਲੜਕੇ ਸੀ ਜੀ। ਵੱਡੇ ਮਾਧੋ ਸਿੰਘ ਜੀ ਜੀ, ਦੂਜੇ ਨੰਬਰ ਅਰਜਨ ਸਿੰਘ ਜੀ, ਤੀਜੇ ਨੰਬਰ ਮੰਗਲ ਸਿੰਘ ਜੀ, ਚੌਥੇ ਨੰਬਰ ਹਮੀਰ ਸਿੰਘ ਜੀ। ਜੀ। ਅਰਜਨ ਸਿੰਘ ਜੀ ਇੱਥੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਆਨਰੀ ਮੈਜਿਸਟ੍ਰੇਟ ਬਣੇ ਸੀ ਜੀ, ਅਤੇ 5 ਆਨਰੀ ਮੈਜਿਸਟ੍ਰੇਟ ਸੀ ਸਾਰੀ ਡਿਸਟ੍ਰਿਕਟ ਦੇ ਜੀ, ਜਿਹਦੇ ਵਿੱਚ ਸੋਢੀ ਹਰਨਾਮ ਸਿੰਘ, ਸੋਢੀ ਨਗਰ ਦੇ ਫਿਰੋਜ਼ਪੁਰ ਦੇ ਨੇੜੇ ਜੀ, ਮਮਦੋਟ ਨਵਾਬ ਜੀ, ਅਤੇ ਠਾਕਰ ਅਰਜਨ ਸਿੰਘ ਜੀ, ਅਤੇ ਫਾਜ਼ਿਲਕਾ ਵਾਲੇ ਬੇਦੀ, ਜੀ, ਅਤੇ ਇੱਕ ਦਾ ਮੈਂ ਨਾਂ ਭੁੱਲ ਗਿਆ। ਜੀ। ਅਤੇ ਇਹਦਾ ਨਾਂ ਅਰਜਨ ਸਿੰਘ ਜੀ ਨੇ ਸੋਨਗੜ੍ਹ ਕਰਾਇਆ ਜੀ, ਸੋਨਗੜ੍ਹ ਰੱਤੇ ਵਾਲਾ ਉਹਨਾਂ ਨੇ ਕਰਾਇਆ ਸੀ। ਉਹਨਾਂ ਨੇ ਕਰਵਾਇਆ ਸੀ। ਉਹ ਆਨਰੀ ਮੈਜਿਸਟ੍ਰੇਟ ਬਣ ਚੁੱਕੇ ਸੀਗੇ। ਅੰਗਰੇਜ਼ਾਂ ਦਾ ਰਾਜ ਸੀ, ਉਹਦੇ ਵਿੱਚ ਆਪਦੇ ਫਾਦਰ ਦੇ ਨਾਂ 'ਤੇ ਉਹਨਾਂ ਨੇ ਇਹਦਾ ਨਾਂ ਚੇਂਜ ਕਰਾਇਆ ਸੀ ਜੀ। ਇੱਕ ਸਾਡੇ ਸੁਣਨ ਦੇ ਵਿੱਚ ਗੱਲ ਆਈ ਸੀ ਕਿ ਤਨਖਾਹ ਨਹੀਂ ਲੈਂਦੇ ਸੀ ਜਿਹੜੇ ਜੱਜ ਸਾਹਿਬ ਸੀ। ਹਾਂ, ਇਹ ਤਨਖਾਹ ਨਹੀਂ ਲੈਂਦੇ ਸੀਗੇ
ਕਵੀ 1 ਰੁਪਈਆ ਹੀ ਇਹ ਲੈਂਦੇ ਸੀ ਫਾਰਮੈਲਿਟੀ ਦੇ ਤੌਰ 'ਤੇ। ਜੀ ਤੇ ਇਹਨਾਂ ਦੇ ਫੈਸਲੇ ਵੀ ਬਹੁਤ ਮਤਲਬ ਮਸ਼ਹੂਰ ਹੈਗੇ, ਫਿਰੋਜ਼ਪੁਰ ਦੇ ਵਿੱਚ ਵੀ ਤੇ ਆਪਣੇ ਢੁੱਡੀਆਂ ਵਾਲੀ ਬੁੱਢੀ ਮੇੜੀ ਦੇ ਵਿੱਚ ਵੀ। ਜੀ ਮੈਨੂੰ ਇੱਕ ਫੈਸਲਾ ਮੈਂ ਤੁਸੀਂ ਕਹੋ ਤਾਂ ਮੈਂ ਸੁਣਾ ਦਿੰਦਾ। ਜੀ ਜੀ ਤੇ ਇਸ ਨਾਲ ਸਾਂਝਾ ਕਰੋ ਜੀ। ਹਾਂਜੀ, ਕਵੀ ਇੱਕ ਰਾਹ ਦੀ ਲੁਗਾਈ ਜਿਹੜੀ ਹੈਗੀ ਹੈ ਔਰਤ, ਉਹ ਰੁੱਸ ਕੇ ਪੇਕੇ ਬਹਿ ਗਈ ਆਪਦੇ। ਤੇ ਠਾਕਰ ਸਾਹਿਬ ਦੀ ਕਚਹਿਰੀ ਦੇ ਵਿੱਚ ਉਹਦਾ ਕੇਸ ਲੱਗਿਆ ਵਾ ਸੀ। ਜੀ ਤੇ ਉਹਨਾਂ ਦੇ ਨਾਲ ਇੱਕ ਇੱਥੋਂ ਸੋਹਣਗੜ੍ਹ ਦਾ ਹਾਜ਼ਰੀਆ ਕਹਿੰਦੇ ਸੀ ਉਦੋਂ, ਹਾਜ਼ਰੀਆ ਨਾਲ ਹੀ ਰਹਿੰਦਾ ਸੀ, ਰਾਵਤ ਰਾਮ। ਜੀ ਉਹ ਗੇਟ ਤੇ ਖੜਾ ਰਹਿੰਦਾ ਸੀ, ਜੀ ਮਤਲਬ ਸੇਵਾ ਦੇ ਵਿੱਚ ਉਹੀ ਸੀਗਾ ਉਹਨਾਂ ਦੇ ਨਾਲ। ਜੀ ਉਹ ਸਰਕਾਰੀ ਉਹਨਾਂ ਨੇ ਚਪੜਾਸੀ ਵਗੈਰਾ ਵੀ ਨਹੀਂ ਲਏ ਹੋਏ ਸੀ। ਜੀ ਇਹਨਾਂ ਨੇ ਆਪਣੇ ਜਿਹੜਾ ਉਹ ਰਾਜ ਸਿੱਖ ਸੀਗਾ ਉਹਨੂੰ ਸੱਦਿਆ, ਜੀ ਕਵੀ ਤੂੰ ਤੇਰੀ ਬੁੜੀ ਨੂੰ ਵਸਾਉਂਦਾ ਕਿਉਂ ਨਹੀਂ? ਜੀ ਕਹਿੰਦਾ ਜੀ ਮੈਂ ਤਾਂ ਵਸਾਉਣਾ ਚਾਹੁੰਦਾ ਹਾਂ, ਪਰ ਮੇਰੇ ਸਹੁਰੇ ਜਿਹੜੇ ਹੈਗੇ ਉਹ ਨਹੀਂ ਵਸਣ ਦਿੰਦੇ। ਜੀ ਤੇ ਉਹਨਾਂ ਨੇ ਕਿਹਾ ਕਿ ਵੀ ਲੜਕੀ ਨੂੰ ਵੀ ਸੱਦੋ। ਜੀ ਲੜਕੀ ਨੂੰ ਸੱਦਿਆ, ਬਾਕੀ ਸਭ ਨੂੰ ਬਾਹਰ ਕੱਢਤਾ, ਲੜਕੀ ਦੇ ਬਿਆਨ ਲਏ। ਤੇ ਲੜਕੀ ਨੇ ਕਿਹਾ ਕਿ ਜੀ ਮੈਂ ਤਾਂ ਵਸਣਾ ਚਾਹੁੰਦੀ ਹਾਂ, ਪਰ ਮੇਰੇ ਮਾਂ ਪਿਓ ਨਹੀਂ ਵਸਣ ਦਿੰਦੇ। ਜੀ ਤੇ ਉਹਨਾਂ ਨੇ ਕਿਹਾ ਠੀਕ ਹੈ। ਜੀ ਤੇ ਵਕੀਲਾਂ ਨੂੰ ਸੱਦ ਲਿਆ ਅੰਦਰ। ਜੀ ਵਕੀਲਾਂ ਨੂੰ ਟਾਈਮ ਦਿੱਤਾ ਵੀ ਲੰਚ ਦੇ ਬਾਅਦ ਆ ਜਾਓ, ਜੀ ਫੈਸਲਾ। ਜੀ ਲੰਚ ਦੇ ਪਹਿਲਾਂ ਮਤਲਬ ਲੰਚ ਦੇ ਵਿੱਚ ਹੀ ਦੋਵੇਂ ਮੁੰਡਾ ਤੇ ਕੁੜੀ ਸੱਦ ਕੇ ਠਾਕਰ ਸਾਹਿਬ ਨੇ ਜੀ ਰਾਵਤ ਰਾਮ ਨੂੰ ਕਿਹਾ ਕਿ ਵੀ ਜਾ ਟਾਂਗਾ ਲੈ ਕੇ ਆ। ਜੀ ਉਹ ਟਾਂਗਾ ਲੈ ਆਇਆ ਜੀ। ਜੀ ਤੇ ਦੋਵਾਂ ਤੋਂ ਰਜਾਮੰਦੀ ਦਾ ਇੱਕ ਰਾਜੀਨਾਮਾ ਲਿਖਾਇਆ ਜੀ ਕਿ ਵੀ ਅਸੀਂ ਰਜਾਮੰਦੀ ਹੈਗੀ ਹੈ ਸਾਡੀ, ਤੇ ਅਸੀਂ ਵਸਣਾ ਚਾਹੁੰਦੇ ਹਾਂ, ਤੇ ਸਾਨੂੰ ਕੋਈ ਇਤਰਾਜ਼ ਨਹੀਂਗਾ। ਜੀ ਤੇ ਆਪਦੇ ਕੋਲੋਂ 5 ਰੁਪਏ ਉਹਨਾਂ ਨੂੰ ਦਿੱਤੇ। ਤੇ ਉਹਨਾਂ ਨੇ ਕਿਹਾ ਕਿ ਵੀ ਮੇਰਾ ਜਿਹੜਾ ਰੈਸਟ ਰੂਮ ਹੈ ਨਾ, ਜੀ ਇਹਦੇ ਵਿੱਚੋਂ ਹੋ ਕੇ ਤੇ ਰਾਵਤ ਰਾਮ ਨੂੰ ਕਿਹਾ ਇਹਨਾਂ ਨੂੰ ਟਾਂਗੇ 'ਚ ਬਾ ਤੇ ਆਪਦੇ ਪਿੰਡ ਚਲੇ ਜਾਣ। ਜੀ ਤੇ ਉਹ ਉਹਨਾਂ ਨੂੰ ਉੱਥੋਂ ਭਜਾਤਾ। ਜੀ 1 ਵਜੇ ਦੇ ਬਾਅਦ ਜਦੋਂ ਵਕੀਲ ਆਏ ਤੇ ਉਹ ਹੁਣ ਦੋਵੇਂ ਬੁੜੀ ਤੇ ਬੰਦਾ ਗਾਇਬ। ਜੀ ਉਹਨਾਂ ਦਾ ਵਕੀਲ ਕਹਿਣ ਲੱਗਾ ਕੁੜੀ ਵਾਲਿਆਂ ਦਾ ਕਿ ਜੀ ਉਹ ਸਾਡੀ ਕੁੜੀ ਕਿੱਧਰ ਗਈ? ਜੀ ਕਵੀ ਉਹ ਕੁੜੀ ਆਈ ਸੀਗੀ, ਉਹਨੇ ਰਾਜੀਨਾਮਾ ਲਿਖਤਾ ਕਿ ਜੀ ਮੈਂ ਇਹਦੇ ਵਸਣਾ ਚਾਹੁੰਦੀ ਹਾਂ, ਜੀ ਤੇ ਮੈਂ ਉਹਨਾਂ ਨੂੰ ਰਵਾਨਾ ਕਰਤਾ। ਤੇ ਮਾਂ ਪਿਓ ਨੂੰ ਵਾਰਨਿੰਗ ਦਿੱਤੀ ਕਿ ਵੀ ਜੇ ਅਗਰ ਤੁਸੀਂ ਕੁੜੀ ਨਹੀਂ ਵਸਣ ਦਿੱਤੀ ਨਾ ਤੇ ਮੈਂ ਤੁਹਾਨੂੰ ਅੰਦਰ ਠੋਕ ਦੂੰਗਾ। ਇਹ ਕਿੱਸਾ ਫਿਰੋਜ਼ਪੁਰ 'ਚ ਵੀ ਬਹੁਤ ਮਸ਼ਹੂਰ ਹੋਇਆ ਸੀ, ਤੇ ਉੱਥੇ ਢੁੱਡੀਆਂ ਵਾਲੀ ਤੇ ਬੁੱਢੀ ਮੇੜੀ 'ਚ ਵੀ ਬੜਾ ਮਸ਼ਹੂਰ ਹੋਇਆ ਸੀ ਜੀ ਕਿ ਵੀ ਐਂ ਫੈਸਲੇ ਕੀਤੇ ਜਾਂਦੇ ਆ। ਤੇ ਅੱਜ ਕੱਲ੍ਹ ਦੇ ਫੈਸਲੇ ਤਾਂ ਸਿਰਫ ਮਤਲਬ ਗਵਾਹਾਂ ਤੇ ਹੈਗੇ ਜੀ, ਸਾਰਾ ਝੂਠ ਹੀ ਝੂਠ ਹੈਗਾ। ਜਿਹੜਾ ਝੂਠ ਜ਼ਿਆਦਾ ਬੋਲ ਜਾਂਦਾ ਜੀ ਉਹਦੇ ਹੱਕ 'ਚ ਫੈਸਲਾ ਹੋ ਜਾਂਦਾ। ਤੇ ਆਹ ਇੱਕ ਅਸੀਂ ਮਤਲਬ ਬਚਪਨ 'ਚ ਵੀ ਸੁਣਿਆ ਸੀ, ਬਚਪਨ 'ਚ ਕੀ ਜਵਾਨੀ 'ਚ ਜਦੋਂ ਮੈਂ ਸਰਪੰਚ ਬਣਿਆ ਸੀਗਾ ਸੰਨ 78 'ਚ, ਉਦੋਂ ਵੀ ਸੁਣਿਆ ਸੀਗਾ। ਮੈਂ ਕਿਹਾ ਵੀ ਠੀਕ ਹੈ, ਇਹ ਤਾਂ ਫੈਸਲੇ ਤਾਂ ਐਵੇਂ ਹੀ ਹੋਣੇ ਚਾਹੀਦੇ, ਤੁਰਤ ਫੁਰਤ ਹੀ ਹੋਣੇ ਚਾਹੀਦੇ। ਜੀ ਆਪ ਜੀ ਕਿਹੜੇ ਪਿੰਡ ਦੇ ਸਰਪੰਚ ਰਹੇ ਹੋ ਤੇ ਕਿੰਨਾ ਚਿਰ ਰਹੇ ਹੋ ਸਰਪੰਚ? ਮੈਂ ਸਾਂਦੇ ਹਾਸ਼ਮ ਰਿਹਾ ਜੀ ਸੰਨ 78 ਤੋਂ ਲੈ ਕੇ ਸੰਨ 98 ਤੱਕ। 98 ਤੱਕ ਜੀ। ਹਾਂਜੀ। ਤੇ ਮੈਂ ਉਦੋਂ ਮਤਲਬ 74 'ਚ ਮੈਂ ਪੜ੍ਹਾਈ ਛੱਡ ਕੇ ਆਇਆ ਸੀ, ਜੀ ਤੇ ਬੂੰਦੀ ਫਾਰਮ ਤੇ ਹੀ ਸੀਗਾ। 77 'ਚ ਮੇਰਾ ਵਿਆਹ ਹੋ ਗਿਆ, ਮੈਂ ਇੱਥੇ ਆਇਆ ਨਹੀਂ ਸੀ। ਜੀ ਪੜ੍ਹਿਆ ਵੈਸੇ ਮੈਂ DC ਮਾਡਲ 'ਚ ਹੀ ਆਇਆ ਫਿਰੋਜ਼ਪੁਰ। ਜੀ ਫਿਰ ਮੈਂ ਮਿਲਟਰੀ ਸਕੂਲ ਅਜਮੇਰ ਜੁਆਇਨ ਕਰ ਲਿਆ ਸੀਗਾ, ਜੀ ਤੇ 11th ਮੈਂ ਉੱਥੋਂ ਕੀਤੀ ਆ। ਜੀ ਤੇ ਉਸ ਤੋਂ ਬਾਅਦ ਫਾਦਰ ਨੇ ਮੈਨੂੰ ਕਹਿਤਾ ਕਿ ਵੀ ਤੂੰ ਬੂੰਦੀ ਦਾ ਫਾਰਮ ਸੰਭਾਲ ਤੇ ਮੈਂ ਪੰਜਾਬ ਦਾ ਸੰਭਾਲੂੰਗਾ। ਜੀ ਮੈਂ 4 ਸਾਲ ਉੱਥੇ ਰਿਹਾ ਜੀ, ਤੇ ਮੈਂ ਉੱਥੇ ਹੀ ਸੀਗਾ। ਤੇ ਪਿੱਛੋਂ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਮੈਨੂੰ ਸਰਪੰਚ ਬਣਾਤਾ। ਆਪ ਜੀ ਪੜ੍ਹ ਰਹੇ ਸੀ ਉਸ ਟਾਈਮ ਤੇ? ਨਹੀਂ, ਮੈਂ ਪੜ੍ਹਾਈ ਛੱਡ ਕੇ ਬੂੰਦੀ ਚਲੇ ਗਏ ਸੀ? ਬੂੰਦੀ ਚਲੇ ਗਏ। ਤੁਸੀਂ ਬੂੰਦੀ ਸੀ ਤੇ ਇੱਥੇ ਪੰਜਾਬ ਵਾਲਿਆਂ ਨੇ ਤੁਹਾਨੂੰ ਸਰਪੰਚ ਚੁਣਤਾ? ਪੰਜਾਬ ਵਾਲਿਆਂ ਨੇ ਮੈਨੂੰ ਪਿੱਛੋਂ ਸਰਪੰਚ ਚੁਣਤਾ। ਜੀ ਉੱਥੋਂ ਫਿਰ 2 ਬੰਦੇ ਆਏ ਸੀ ਮੈਨੂੰ ਲੈਣ ਵਾਸਤੇ ਬੂੰਦੀ, ਜੀ ਕਿ ਵੀ ਚਲੋ ਜੀ ਤੁਹਾਨੂੰ ਉੱਥੇ ਸਰਪੰਚ ਬਣਾ। ਮੈਂ ਕਿਹਾ ਯਾਰ ਮੈਂ ਉੱਥੇ ਸਾਂਦੇ ਹਾਸ਼ਮ 'ਚ ਕਿਸੇ ਨੂੰ ਜਾਣਦਾ ਹੀ ਨਹੀਂ, ਤੁਹਾਨੂੰ 5-7 ਜਣਿਆਂ ਨੂੰ ਸਾਰੇ ਮੈਂ ਜਾਣਦਾ ਕਿ ਵੀ ਜਿਹੜੇ ਕਾਕੂ ਵਾਲੇ ਆਉਂਦੇ ਸੀਗੇ। ਜੀ ਜੀ ਕਹਿੰਦੀ ਜੀ ਸਾਰੇ ਪਿੰਡ ਨੇ ਸਰਬਸੰਮਤੀ ਕੀਤੀ ਹੈ ਜੀ ਤੇ ਤੁਸੀਂ ਚਲੋ। ਤੇ ਮੈਨੂੰ ਲੈ ਗਏ ਇੱਥੇ ਆ ਕੇ ਪਿੰਡ 'ਚ ਹਾਰ ਪਾਤਾ। ਜੀ ਫਿਰ ਉਦੋਂ ਬਾਬਾ ਆਤਮਾ ਸਿੰਘ
ਮਿਨਿਸਟਰ ਹੁੰਦੇ ਸੀ ਪੰਚਾਇਤ ਦੇ, ਜੀ ਉਹਨਾਂ ਨੇ 5000 ਰੁਪਈਆ ਇਨਾਮ ਵੀ ਦਿੱਤਾ ਸੀ। ਜੀ ਤੇ ਮੈਂ ਪੰਜਾਬ ਦਾ ਸਭ ਤੋਂ ਘੱਟ ਉਮਰ ਤੇ ਸਰਬਸੰਮਤੀ ਵਾਲਾ ਸਰਪੰਚ ਉਸ ਵੇਲੇ ਮੈਂ ਸੀਗਾ। ਕਿਹੜੇ ਸਾਲ ਦੇ ਵਿੱਚ ਜੀ? ਇਹ ਸਨ 78 ਚ। ਸਨ 78 ਦੇ ਵਿੱਚ। ਹਾਂਜੀ ਜਿਹੜੇ ਤੁਹਾਡੇ ਪਿੱਛੇ ਕੋਰਟ ਆ, ਹਾਂਜੀ। ਇਹ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਹੁੰਦੇ ਸੀ ਤੇ ਕੌਣ ਫੈਸਲੇ ਕਰਦਾ ਸੀ? ਇਹ ਫੈਸਲੇ ਜੀ ਠਾਕਰ ਮਾਧੋ ਸਿੰਘ ਜੀ ਇੱਥੇ ਕਰਦੇ ਸੀਗੇ। ਪਹਿਲਾਂ ਸੋਹਣ ਸਿੰਘ ਜੀ ਕਰਦੇ ਰਹੇ। ਜੀ ਮੈਂ ਸੋਹਣ ਸਿੰਘ ਜੀ ਦੀ ਤੁਹਾਨੂੰ ਸੁਣਾ ਦਿਆਂ ਪਹਿਲਾਂ। ਜੀ ਜੀ ਕਵੀ 1883 ਚ ਉਹਨਾਂ ਨੇ ਪਿੰਡ ਖਰੀਦਿਆ। ਜੀ। ਪਹਿਲਾਂ ਉਹਨਾਂ ਨੇ ਇੱਥੇ ਕੱਚੇ, ਇਹ ਪਿੰਡ ਕਿੰਨੇ ਦਾ ਖਰੀਦਿਆ ਸੀ ਇਹ? ਇਹ 80000 ਦਾ ਖਰੀਦਿਆ ਸੀ ਜੀ। ਸਿਰਫ 80000 ਰੁਪਏ ਦੇ ਵਿੱਚ? ਹਾਂਜੀ। ਉਸ ਟਾਈਮ ਤੇ ਫਸਲਾਂ ਦੀ ਕੀ ਕੀਮਤ ਹੁੰਦੀ ਸੀ? ਫਸਲਾਂ ਦੀ ਉਦੋਂ 1 ਰੁਪਈਆ 2 ਰੁਪਈਏ ਸਾਰੀ ਵੈਲਿਊ ਸੀਗੀ ਜੀ। ਤੇ ਸਾਡੇ ਸੁਣਨ ਦੇ ਵਿੱਚ ਆਇਆ ਕਿ ਇਹ ਛੋਲੇ ਵੇਚੇ ਸੀ ਤੇ ਛੋਲਿਆਂ ਦੀ ਵਟਤ ਦੇ ਨਾਲੇ ਪਿੰਡ ਖਰੀਦਿਆ ਗਿਆ। ਛੋਲਿਆਂ ਦੀ ਬਿਲਕੁਲ ਸਹੀ ਆ ਜੀ। ਕਵੀ ਟੁੱਡੀਆਂ ਵਾਲੀ ਤੇ ਬੁੱਢੀ ਮੇੜੀ ਦੇ ਵਿੱਚ 80000 ਮਣ ਛੋਲਾ ਹੋਇਆ ਸੀ। ਜੀ। ਉਹਦੀ ਤੀਜੀ ਵੰਡਾਈ ਠਾਕਰ ਲੈਂਦੇ ਸੀ ਤੇ 2 ਵੰਡਾਈਆਂ ਜਿਹੜੀਆਂ ਹੈਗੀਆਂ ਉਹ ਮੁਜਾਰਿਆਂ ਨੂੰ ਦਿੱਤੀ ਜਾਂਦੀਆਂ ਸੀ। ਵੀ ਇੱਕ ਖਰਚੇ ਦੀ ਨਿਕਲ ਗਈ ਤੇ ਇੱਕ ਉਹਨਾਂ ਨੂੰ ਬਚ ਗਈ। ਜੀ। ਤੇ ਤੀਸਰੀ ਵੰਡਾਈ ਦੇ ਵਿੱਚ ਇਹ ਪਿੰਡ ਖਰੀਦਿਆ ਸੀ। ਇਹ ਛੋਲਿਆਂ ਦੇ ਵੱਟੇ ਪਿੰਡ ਇਹ ਆਇਆ ਹੈ। ਜਿਹੜੀ ਕਿ ਕਹਾਵਤ ਹੈ ਕਿ ਫਲਾਣਿਆਂ ਕੀ ਤੂੰ ਛੋਲਿਆਂ ਵੱਟੇ ਕੋਈ ਚੀਜ਼ ਲਈ ਆ, ਹਾਂਜੀ, ਹਾਂਜੀ, ਇਹ ਛੋਲਿਆਂ ਵੱਟੇ ਲਿਆ ਹੈ। ਇਹ ਛੋਲਿਆਂ ਦੇ ਵੱਟੇ ਪਿੰਡ ਖਰੀਦਿਆ ਗਿਆ ਜੀ। ਇਹ ਪਿੰਡ ਖਰੀਦਿਆ ਕਿਹਦੇ ਕੋਲੋਂ ਸੀ? ਇਹ ਜੀ ਫਰੀਦਕੋਟ ਮਹਾਰਾਜੇ ਦੀ ਸੁਣਦੇ ਹੈਗੇ ਕਿ ਵੀ ਉਹਨਾਂ ਤੋਂ ਖਰੀਦਿਆ ਗਿਆ ਜੀ। ਤੇ ਇੱਥੇ ਲੰਬਰਦਾਰ ਆਪਣੇ ਹੁੰਦੇ ਸੀਗੇ ਜੀ। ਉਹ ਵੀ ਕਹਿੰਦੇ ਆ ਕਿ ਵੀ ਸਾਡੇ ਕੋਲੇ ਤਾਂਬਰ ਪੱਤਰ ਸੀ ਫਰੀਦਕੋਟੀਏ ਰਾਜੇ ਦਾ ਜੀ। ਤੇ ਅਸੀਂ ਦਿੱਤਾ ਹੈ ਠਾਕਰ ਸਾਹਿਬ ਨੂੰ। ਜੀ। ਤੇ ਅਸੀਂ ਢੁੱਡੀਆਂ ਵਾਲੀ 'ਚ ਸੁਣਿਆ ਵੀ ਠਾਕਰ ਸਾਹਿਬ ਨੇ ਫਰੀਦਕੋਟ ਰਾਜੇ ਤੋਂ ਖਰੀਦਿਆ। ਜੀ। ਇਹ ਸਸਪੈਂਸ ਹੀ ਹੈ। ਇਹ ਸਸਪੈਂਸ ਆ। ਇਹ ਜਿਹੜੀ ਹਵੇਲੀ ਬਣਾਈ ਸੀ ਜੀ, ਇਹ ਕਿਹੜੇ ਸਾਲ ਦੇ ਵਿੱਚ ਬਣਨੀ ਤਿਆਰ ਹੋਈ ਸੀ ਤੇ ਹਵੇਲੀ ਦੇ ਨਾਲ ਨਾਲ ਹੋਰ ਕੀ ਕੁਛ ਇਸ ਪਿੰਡ ਦੇ ਵਿੱਚ ਬਣਾਇਆ ਸੀ ਤੇ ਕਿੰਨਾ ਸਮਾਂ ਲੱਗਿਆ ਸੀ ਇਸ ਬਣਾਉਣ ਤੇ? ਇਹ ਹਵੇਲੀ ਜੀ 1890 ਦੇ ਵਿੱਚ ਸ਼ੁਰੂ ਕੀਤੀ ਆ ਜੀ। ਤੇ 1901 ਦੇ ਵਿੱਚ ਇਹਦੇ 'ਚ ਰਿਹਾਇਸ਼ ਆਈ ਹੈ। ਜੀ। ਤੇ 4 ਭੱਠੇ ਲਾਏ ਸੀ ਠਾਕਰ ਸਾਹਿਬ ਨੇ ਆਪਦੇ। ਜੀ। ਇਸ ਹਵੇਲੀ 'ਚ 70 ਲੱਖ ਇੱਟ ਲੱਗੀ ਆ। ਕਿੰਨੀ ਜੀ? 70 ਲੱਖ। 70 ਲੱਖ। ਦੇਖੋ 70 ਲੱਖ ਇੱਟ ਇਸ ਹਵੇਲੀ ਦੇ ਵਿੱਚ ਲੱਗੀ ਸੀ। ਅੱਜ ਦੀ ਤਰੀਕ ਦੇ ਵਿੱਚ ਅਗਰ 70 ਲੱਖ ਇੱਟ ਲਾਉਣੀ ਹੋਵੇ ਤਾਂ ਅਰਬਾਂ ਰੁਪਈਆ ਖਰਚ ਹੋ ਸਕਦਾ ਉਹਨੂੰ ਤਿਆਰ ਕਰਨ ਤੇ, ਕਿਉਂਕਿ ਇੱਕ ਇੱਟ ਲਾਉਣੀ ਜਿਹੜੀ ਆ ਉਹ 20 ਰੁਪਏ ਦੀ ਪੈਂਦੀ ਆ। ਤੇ 70 ਲੱਖ ਇੱਟ ਆ ਜਿਹੜੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਸ ਹਵੇਲੀ ਦੇ ਉੱਪਰ ਲੱਗੀ ਸੀ। ਤੇ ਇਹ ਜਿਹੜਾ ਰॉ ਮਟੀਰੀਅਲ ਜਿਹੜਾ ਪੱਠੇ ਤੁਸੀਂ ਆਪਣੇ ਲਾਏ ਸੀ? ਪੱਠੇ ਆਪਦੇ ਲਾਏ ਸੀ ਜੀ। ਜੀ। ਤੇ ਜਿਹੜੇ ਘੁਮਿਆਰ ਜਾਤੀ ਦੇ ਬੰਦੇ ਹੈਗੇ ਇਹ ਵੀ ਰਾਜਸਥਾਨ ਤੋਂ ਤੇ ਇੱਥੋਂ ਕੋਈ ਹਰਿਆਣੇ ਦੇ ਵਿੱਚੋਂ, ਇਹ ਉਦੋਂ ਤਾਂ ਪੰਜਾਬ ਹੀ ਸੀਗਾ। ਜੀ। ਇਹ ਉੱਥੋਂ ਸਾਰੇ ਇਕੱਠੇ ਕਰਕੇ ਤੇ ਇੱਥੇ ਲਿਆਂਦੇ ਸੀਗੇ। ਮਤਲਬ 80-100 ਘਰ ਘੁਮਿਆਰਾਂ ਦਾ ਉਦੋਂ ਇੱਥੇ ਹੈਗਾ ਸੀ। ਜੀ। ਤੇ ਇਸ ਹਵੇਲੀ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ। ਜੀ। ਕਵੀ ਗਾਡਰ ਜਿਹੜੇ ਹੈਗੇ ਇਹ ਉਦੋਂ ਕਰਾਚੀ ਤੋਂ ਆਏ ਸੀ। ਤੇ ਕਿੱਥੋਂ ਆਏ ਸੀ ਜੀ? ਕਰਾਚੀ ਤੋਂ, ਹੁਣ ਪਾਕਿਸਤਾਨ 'ਚ ਹੈ ਕਰਾਚੀ। ਤੇ ਲਗਭਗ ਕਿੰਨੇ ਗਾਡਰ ਆਏ ਸੀ? 450 ਗਾਡਰ ਇਹਦੇ ਵਿੱਚ ਲੱਗਿਆ ਸੀ ਜੀ। ਗਾਡਰ ਆਮ ਗਾਡਰ ਸੀ ਜਾਂ ਕੋਈ ਸਪੈਸ਼ਲ ਗਾਡਰ ਸੀ? ਇਹ ਵੈਸਟ ਜਰਮਨੀ ਦੇ ਸੀਗੇ ਜੀ ਸਾਰੇ। ਦੇਖੋ ਇਸ ਹਵੇਲੀ ਦੇ ਵਿੱਚ ਜਿਹੜੇ ਗਾਡਰ ਲੱਗੇ ਸੀ ਵੈਸਟ ਜਰਮਨੀ ਦੇ ਗਾਡਰ ਸੀ। ਤੇ ਮੈਂ ਵੀ ਦੇਖਿਆ ਕਿ ਰੇਲਵੇ ਵਾਲੇ ਗਾਡਰ ਸੀ, ਉਹ ਜਿਹੜੇ ਰੇਲਵੇ ਲਾਈਨ ਦੇ ਵਿੱਚ ਹੁੰਦੇ ਆ। ਬਹੁਤ ਹੀ ਰੇਲਵੇ ਲਾਈਨ ਦੇ ਤਾਂ ਕੋਈ ਸੀਗੇ ਜੀ। ਤੇ ਬਾਕੀ ਆਮ ਜਿਹੜਾ ਗਾਡਰ ਹੈਗਾ ਨਾ ਜੀ ਆਪਣੇ ਇੱਥੇ ਇੰਡੀਆ 'ਚ ਹੁਣ ਬਣਦੇ ਜੀ, ਇਹ ਉਹ ਸੀਗੇ। ਤੇ ਇਹਨਾਂ ਦੇ ਉੱਤੇ ਵੈਸਟ ਜਰਮਨੀ ਦਾ ਠੱਪਾ ਲੱਗਿਆ ਵੈਸਟ ਜਰਮਨੀ ਦਾ ਠੱਪਾ ਲੱਗਿਆ। ਹਾਂਜੀ, ਵੈਸਟ ਜਰਮਨੀ। ਜਿਹੜੀ ਲੱਕੜ ਆਈ ਸੀ, ਲੱਕੜ ਕਿੱਥੋਂ ਲਿਆਂਦੀ ਸੀ? ਲੱਕੜ ਲਾਹੌਰ ਤੋਂ ਲਿਆਂਦੀ। ਗੇਟ ਜਿਹੜਾ ਮੇਨ ਗੇਟ ਦੇਖਿਆ ਮੈਂ, ਹਾਂਜੀ, ਬਹੁਤ ਖੂਬਸੂਰਤ ਗੇਟ ਬਣਿਆ ਹੋਇਆ। ਇਹ ਲੱਕੜ ਜਿਹੜਾ ਗੇਟ ਬਣਿਆ ਇਹ ਤਾਂ ਟਾਲੀ ਦਾ ਬਣਾਇਆ ਜੀ ਇੱਥੋਂ ਹੀ ਜੀ। ਤੇ ਬਾਕੀ ਜਿਹੜੀ ਸਾਲ ਦੀ ਲੱਕੜ ਹੈਗੀ ਆ ਜੀ, ਇਹ ਸਾਰੀ ਲਾਹੌਰ ਤੋਂ ਲਿਆਂਦੀ ਸੀ ਜੀ। ਤੇ ਉਸ ਵੇਲੇ ਠਾਕਰ ਸਾਹਿਬ ਕੋਲੇ ਤਕਰੀਬਨ 100 ਊਠ ਹੁੰਦਾ ਸੀਗਾ ਜੀ। ਤੇ ਊਠਾਂ ਤੇ ਹੀ ਇਹ ਸਾਰਾ ਮਟੀਰੀਅਲ ਆਇਆ ਇੱਥੇ। ਕਰਾਚੀ ਜਿਹੜੇ ਗਏ ਸੀਗੇ ਊਠ, ਤਕਰੀਬਨ 200 ਊਠ ਗਿਆ ਸੀ ਇੱਥੋਂ ਜੀ। ਤੇ ਉਹਦੇ ਉੱਤੇ ਲਿਆਏ ਸੀ ਤੇ 2.5 ਮਹੀਨੇ ਲੱਗੇ ਸੀਗੇ ਗਾਡਰ ਆਉਣ 'ਚ। ਗਾਡਰ ਆਉਣ ਤੇ 2.5 ਮਹੀਨੇ ਲੱਗੇ ਸੀ। 2.5 ਮਹੀਨੇ ਲੱਗੇ ਸੀ। ਤੇ ਇੱਕ ਇਹ ਮੰਦਿਰ ਜਿਹੜਾ ਬਣਾਇਆ, ਹਾਂਜੀ, ਉਹ ਮੰਦਿਰ ਵੀ ਤੁਹਾਡੀ ਦੇਣ ਆ, ਤੁਹਾਡੇ ਪੁਰਖਾਂ ਦੀ ਦੇਣ ਆ? ਹਾਂਜੀ, ਇਹ ਠਾਕਰ ਸੋਹਣ ਸਿੰਘ ਜੀ ਦੇ ਜਿਹੜੇ ਘਰੋਂ ਸੀਗੇ ਜੀ, ਉਹਨਾਂ ਨੇ ਦਾਨ ਕੀਤਾ ਸੀ। ਕੁਝ ਪਿੰਡ ਦੇ ਸੇਠ ਸੀਗੇ, ਜੀ,
ਉਹਨਾਂ ਨੇ ਦਾਨ ਕਰਕੇ ਤੇ ਇਹ ਮੰਦਿਰ ਤੇ ਜ਼ਮੀਨ ਜੀ 30 ਕਿੱਲੇ ਜ਼ਮੀਨ ਮੰਦਿਰ ਦੇ ਨਾਂ ਉਹਨਾਂ ਨੇ ਲਾਈ ਸੀਗੀ ਠਾਕਰ ਸਾਹਿਬ ਦੇ ਘਰੋਂ। ਹੰਸ ਕੰਵਰ ਉਹਨਾਂ ਦਾ ਨਾਂ ਸੀ, ਜੀ ਉਹਨਾਂ ਦਾ ਹੀ ਹੈਗੀ ਇਹ ਦੇਣ। ਜੀ। ਇੱਕ ਪਿੰਡ ਦੇ ਵਿੱਚ ਹਸਪੀਟਲ ਸੁਣਿਆ ਸੀ ਕਿ ਬਹੁਤ ਵੱਡਾ ਇੱਕ ਹਸਪੀਟਲ ਹੁੰਦਾ ਸੀ, ਉਹਦੇ ਵਿੱਚ ਕੀ ਫੈਸਿਲਿਟੀ ਸੀ ਉਸ ਟਾਈਮ ਤੇ? ਇਹ ਹਸਪੀਟਲ ਹੈ ਜੀ ਠਾਕਰ ਅਰਜਨ ਸਿੰਘ ਜੀ ਨੇ ਬਣਵਾਇਆ ਸੀ ਜੀ ਜਦੋਂ ਆਨਰੀ ਮੈਜਿਸਟ੍ਰੇਟ ਬਣ ਗਏ ਸੀਗੇ। ਜੀ ਤੇ ਇਹਦੇ ਵਿੱਚ 20 ਬੈੱਡ ਦਾ ਹਸਪੀਟਲ ਸੀਗਾ। ਜੀ ਇੱਥੇ ਆਪਰੇਸ਼ਨ ਵੀ ਇੱਥੇ ਹੀ ਹੁੰਦੇ ਸੀ। ਜੀ ਉਸ ਵੇਲੇ ਫਿਰੋਜ਼ਪੁਰ ਦੇ ਵਿੱਚ ਕੋਈ ਫੈਸਿਲਿਟੀ ਨਹੀਂ ਸੀ ਆਪਰੇਸ਼ਨ ਹੋਣ ਦੀ। ਗੰਗਾ ਫਿਰੋਜ਼ਪੁਰ ਜਿਹੜਾ ਜ਼ਿਲ੍ਹਾ ਸੀ ਹਾਂਜੀ। ਉਹਦੇ ਵਿੱਚ ਫੈਸਿਲਿਟੀ ਨਹੀਂ ਸੀ, ਉਹਦੇ ਵਿੱਚ facility ਪਰ ਸੋਨਗੜ੍ਹ ਰੱਤੇ ਵਾਲੇ ਦੇ ਵਿੱਚ ਐਮਰਜੈਂਸੀ ਵਾਰਡ ਵੀ ਸੀ ਤੇ Emergency। 20 ਬੈੱਡ ਦਾ ਹਸਪੀਟਲ ਵੀ ਸੀ, ਜਿਹੜਾ ਕਿ ਅੱਜ ਸੁੰਗੜ ਕੇ ਬਿਲਕੁਲ ਛੋਟਾ ਜਿਹਾ ਰਹਿ ਗਿਆ। ਹਾਂਜੀ। ਹਾਂਜੀ ਤੇ ਗੰਗਾਨਗਰ ਦੇ ਵੀ ਬੰਦੇ ਇੱਥੇ ਆ ਕੇ ਆਪਰੇਸ਼ਨ ਕਰਾਉਂਦੇ ਸੀ ਜੀ। ਤੇ ਹਸਪੀਟਲ ਦਾ ਜਿੰਨਾ ਵੀ ਖਰਚਾ ਸੀਗਾ ਜੀ ਉਹ ਸਾਰਾ ਇਹ ਆਪਣੇ ਕੀ ਨਾ ਠਿਕਾਣਾ ਹੀ ਸਾਰਾ, ਇਹਨੂੰ ਠਿਕਾਣਾ ਕਹਿੰਦੇ ਆ ਜੀ। ਸਾਡੇ ਰਾਜਸਥਾਨ ਦੀ ਬੋਲੀ ਦੇ ਜੀ। ਵਿੱਚ ਵੀ ਠਿਕਾਣਾ ਭਰਦਾ ਸੀ। ਜੀ ਜੋ ਵੀ ਡਾਕਟਰਾਂ ਦੀ ਫੀਸ ਹੈ, ਜੀ ਮਰੀਜ਼ਾਂ ਦਾ ਖਾਣਾ ਪੀਣਾ ਦੁੱਧ ਵਗੈਰਾ ਸਾਰਾ ਇੱਥੋਂ ਜਾਂਦਾ ਸੀ। ਸਰਕਾਰ ਕੋਲੋਂ ਕੁਝ ਵੀ ਨਹੀਂ ਜਾਂਦਾ ਸੀ। ਸਰਕਾਰ ਕੋਲੋਂ ਕੁਝ ਨਹੀਂ ਹੁੰਦਾ ਸੀ। ਇਸ ਹਵੇਲੀ ਦੇ ਵਿੱਚੋਂ ਜਿਹੜੇ ਤੁਹਾਡੇ ਪੁਰਖ ਸੀ, ਠਾਕਰ ਹਾਂਜੀ, ਸਾਹਿਬ ਸੀ, ਜਿਹੜੇ ਠਾਕਰ ਸੋਹਣ ਸਿੰਘ ਜੀ, ਠਾਕਰ ਮਾਧੋ ਸਿੰਘ ਜੀ, ਜੋ ਵੀ ਸੀ, ਮਾਧੋ ਸਿੰਘ। ਠਾਕਰ ਮਾਧੋ ਸਿੰਘ ਜੀ, ਇਹ ਉਹਨਾਂ ਦੀ ਜੇਬ ਦੇ ਵਿੱਚੋਂ ਜਾਂਦਾ ਸੀ। ਇਹ ਸਾਰਾ ਠਾਕਰ ਮਾਧੋ ਸਿੰਘ ਜੀ ਦੀ ਜੇਬ ਚੋਂ ਜਾਂਦਾ ਸੀ। ਜੀ ਤੇ ਸਨ 47 ਤੱਕ ਇਹ ਇਵੇਂ ਹੀ ਚੱਲਿਆ। ਜੀ ਤੇ ਉਸ ਤੋਂ ਬਾਅਦ ਮਤਲਬ 47 ਕੀ 50 ਤੱਕ, ਜੀ 50 ਦੇ ਵਿੱਚ ਫਿਰ ਇਹ ਸਰਕਾਰੀ ਡਿਸਪੈਂਸਰੀ ਬਣ ਗਈ ਜੀ। ਜੀ ਤੇ 50 ਦੇ ਵਿੱਚ ਇਹਨੂੰ ਸਰਕਾਰ ਨੂੰ ਦਾਨ ਕਰਤੀ ਸੀ। ਜੀ। ਇੱਕ ਅਸੀਂ ਸੁਣਿਆ ਸੀ ਕਿ ਠਾਕਰ ਸਾਹਿਬ ਜਿਹੜੇ ਫੈਸਲੇ ਸੁਣਾਉਂਦੇ ਸੀ, ਹਾਂਜੀ। ਉਹ ਚਾਹੇ ਆਪਦੇ ਪਰਿਵਾਰ ਦੇ ਰਿਲੇਟਡ ਹੁੰਦੇ ਸੀ ਤੇ ਚਾਹੇ ਉਹ ਕਿਸੇ ਗੈਰ ਪਰਿਵਾਰ ਦੇ ਹੁੰਦੇ ਸੀ, ਲੇਕਿਨ ਉਹਨਾਂ ਦੇ ਫੈਸਲੇ ਬੜੇ ਠੋਸ ਸੀ। ਇੱਕ ਇਹੋ ਜਿਹਾ ਫੈਸਲਾ ਵੀ ਉਹਨਾਂ ਨੇ ਸੁਣਾਇਆ ਸੀ ਕਿ ਜਿਹੜਾ ਬਹੁਤ ਕਠਿਨ ਸੀ ਆਪਣੇ ਪਰਿਵਾਰ ਦੇ ਪ੍ਰਤੀ। ਫੈਸਲੇ ਤਾਂ ਦੇਖੋ ਜੀ, ਇਹ ਵੈਸੇ ਤਾਂ ਰਾਇਲ ਪਰਿਵਾਰ ਸੀਗਾ ਜੀ ਪਿੱਛੋਂ ਜੀ ਵੀ। ਆਪਾਂ ਕੋਈ ਵੀਡੀਓ ਲੰਮੀ ਨਹੀਂ ਕਰਨਾ ਚਾਹੁੰਦੇ। ਜੀ ਜੀ ਮੈਨੂੰ 1000 ਈਸਵੀ ਤੋਂ ਹੀ ਹੁਣ ਤੱਕ ਦੀ ਸਾਰਾ ਇਤਿਹਾਸ ਸਾਡਾ ਪਤਾ। ਜੀ ਵੈਸੇ ਜਾਗਿਆਂ ਕੋਲੇ ਸਾਡਾ ਜਿਹੜਾ ਹੈਗਾ ਜੀ ਉਹ 600 ਈਸਵੀ ਤੋਂ ਹੈਗਾ ਜੀ ਕਿ ਵੀ ਤੁਸੀਂ 600 ਈਸਵੀ ਤੋਂ ਹੀ ਰਾਜੇ ਤੁਰੇ ਆਉਂਦੇ ਆ। ਜੀ ਭਗਤ ਪੀਪਾ ਜੀ ਜਿਹੜੇ ਗੁਰਬਾਣੀ ਚ ਆਉਂਦਾ ਜੀ ਉਹ ਵੀ ਸਾਡੇ ਚੋਂ ਹੀ ਸੀਗੇ। ਜੀ ਭਗਤ ਪੀਪਾ ਜੀ ਜਦੋਂ ਮਤਲਬ ਬੈਰਾਗ ਧਾਰਨ ਕੀਤਾ ਤੇ ਉਹਨਾਂ ਨੇ ਆਪਦੇ ਛੋਟੇ ਭਰਾ ਨੂੰ ਗੱਦੀ ਦੇ ਕੇ ਤੇ ਉਹ ਬਰਿੰਦਾਵਨ ਚਲੇ ਗਏ ਸੀ। ਜੀ ਤੇ 1326 ਦੇ ਵਿੱਚ ਜੀ ਅਸੀਂ ਗੜਗਾਗरून ਖਾਲੀ ਕੀਤਾ, ਜਿਹੜਾ ਝਾਲਾਵਾੜ ਡਿਸਟ੍ਰਿਕਟ ਰਾਜਸਥਾਨ ਚ ਹੈਗਾ। ਉਹ ਖਾਲੀ ਕਿਸ ਹਾਲਾਤਾਂ ਦੇ ਵਿੱਚ ਕੀਤਾ ਜੀ? ਉਹ ਅਲਾਉਦੀਨ ਖਿਲਜੀ ਨਾਲ 14 ਸਾਲ ਸਾਡੀ ਜੰਗ ਚੱਲੀ ਹੈ ਜੀ। ਅਲਾਉਦੀਨ ਖਿਲਜੀ। ਖਿਲਜੀ ਨਾਲ ਹਾਂਜੀ 14 ਸਾਲ ਤੱਕ ਤੁਹਾਡੀ ਜੰਗ ਚੱਲੀ ਉਹਦੇ ਨਾਲ, ਚੱਲੀ ਜੀ। ਪਰ ਉਹ ਜਿੱਤ ਨਹੀਂ ਪਾਇਆ। ਉਹ ਜਿੱਤ ਨਹੀਂ ਪਾਇਆ ਜੀ। ਜੀ ਉਹ ਜਦੋਂ 1302 3 ਜਾਂ 6 ਦੇ ਵਿੱਚ ਜੀ ਹਮੀਰ ਦੇਵ ਚੌਹਾਨ ਨੂੰ ਹਰਾ ਕੇ ਜੀ ਤੇ ਹਮੀਰ ਦੇਵ ਨੇ ਆਪਦਾ ਸਿਰ ਵੱਢ ਕੇ ਤੇ ਸ਼ਿਵਲਿੰਗ ਤੇ ਚੜਾਤਾ ਸੀ। ਜੀ ਤੇ ਸ਼ਿਵ ਜੀ ਨੂੰ ਕਿਹਾ ਕਿ ਵੀ ਜਾਂ ਤਾਂ ਮੇਰੀਆਂ ਬੁੜੀਆਂ ਜਿਉਂਦੀਆਂ ਕਰ ਜੀ ਤੇ ਜਾਂ ਮੇਰਾ ਸਿਰ ਕਬੂਲ ਕਰ। ਜੀ ਤੇ ਉਦੋਂ ਸ਼ਿਵ ਜੀ ਪ੍ਰਗਟ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਵੀ ਇਹਦਾ ਸ੍ਰਿਸ਼ਟੀ ਹੀ ਉਲਟ ਹੋ ਜੂਗੀ ਜੀ ਜੇ ਮੈਂ ਤੇਰਾ ਸਿਰ ਜੋੜਤਾ, ਜੀ ਤੇ ਹੁਣ ਇਹ ਨਹੀਂ ਹੋ ਸਕਦਾ। ਜੀ ਤੇ ਉਹਨਾਂ ਨੇ ਕਿਹਾ ਫਿਰ ਮੇਰਾ ਸਿਰ ਕਬੂਲ ਕਰ। ਜੀ ਤੇ ਉਹ ਹਿਸਟਰੀ ਛੋਟੀ ਜੀ ਮੈਂ ਤੁਹਾਨੂੰ ਸੁਣਾ ਦਿਆਂ ਜੀ ਜੀ ਕਿ ਵੀ ਅਲਾਉਦੀਨ ਖਿਲਜੀ ਦੇ ਨਾਲ ਇਹ ਜੰਗ ਹਮੀਰ ਦੇਵ ਚੌਹਾਨ ਜਿੱਤ ਗਿਆ ਸੀ। ਜੀ ਇਹ ਰਣਥੰਬੋਰ ਦਾ ਰਾਜਾ ਸੀਗਾ। ਜੀ ਅਸੀਂ ਉਸ ਵੇਲੇ ਰਾਗੂਗੜ੍ਹ ਦੇ ਰਾਜਾ ਸੀ। ਜੀ ਤੇ ਉਹਨੇ ਖੁਸ਼ੀ ਦੇ ਵਿੱਚ ਦੁਸ਼ਮਣ ਦਾ ਝੰਡਾ ਚੱਕ ਲਿਆ। ਜੀ ਉਹ ਚੱਕ ਕੇ ਤੇ ਜਦੋਂ ਫੌਜ ਵਾਪਸ ਆ ਰਹੀ ਸੀਗੀ, ਜੀ ਕਿਲੇ ਦੇ ਉੱਤੋਂ ਰਾਣੀਆਂ ਨੇ ਵੇਖਿਆ ਕਿ ਵੀ ਦੁਸ਼ਮਣ ਆ ਰਿਹਾ, ਜੀ ਤੇ ਉਹਨਾਂ ਨੇ ਸਾਰਿਆਂ ਨੇ ਉੱਥੇ ਕਿਲੇ ਦੇ ਵਿੱਚ ਜੌਹਰ ਕੀਤਾ ਜੀ। ਜੀ ਉਹ ਖੱਡਾ ਹੈਗਾ ਉੱਥੇ ਜੀ। ਅੱਜ ਵੀ ਆਪਣੇ ਕੀ ਨਾ ਤੁਹਾਡੇ ਗਾਗरून ਦੇ ਕਿਲੇ ਦੇ ਵਿੱਚ। ਜੀ ਉਹ ਮੇਰੇ ਖਿਆਲ ਹਰਪੇਸ਼ ਸਿੱਧੂ ਨੇ ਉਹਨੇ ਵਿਖਾਇਆ ਵੀ ਹੈ ਟੀਵੀ ਦੇ ਵਿੱਚ ਜੀ ਆਪਦੇ ਇੰਟਰਵਿਊ 'ਚ। ਜੀ 16000 ਰਾਣੀਆਂ ਨੇ ਉਹਦੇ ਵਿੱਚ ਜੌਹਰ ਕੀਤਾ। ਜੀ
ਤੇ ਚਿਤੌੜ ਦੇ ਪੰਜਾਬੀ ਦੇ ਵਿੱਚ ਇਹਨੂੰ ਕੀ ਕਹੋਗੇ, ਜੌਹਰ ਨੂੰ ਕੀ ਕਹਿੰਦੇ ਆ? ਸਤੀ ਕਹਿੰਦੇ ਆ ਜੀ। ਅੱਛਾ ਜੀ, ਆਪਣੇ ਆਪ ਨੂੰ ਆਤਮ ਹੱਤਿਆ ਦੇ ਵਿੱਚ ਅੱਗ ਦੇ ਵਿੱਚ ਸਤੀ ਹੋ ਜਾਣਾ। ਸਤੀ ਹੋ ਜਾਣਾ ਜੀ। ਚਿਤੌੜ ਦੇ ਕਿਲੇ 'ਚ ਜਿਹੜਾ ਪਦਮਨੀ ਨੇ ਜੌਹਰ ਕੀਤਾ ਹੈਗਾ ਜੀ। ਉਹ 13,000 ਰਾਣੀਆਂ ਦਾ ਜੀ। ਉਹ ਹਾਈਲਾਈਟ ਹੋ ਗਿਆ। ਜੀ। ਤੇ ਇਹ ਜਿਹੜਾ ਗਾਗरून ਦਾ ਜੌਹਰ ਹੈਗਾ 16,000 ਦਾ, ਇਹ ਹਾਈਲਾਈਟ ਨਹੀਂ ਹੋਇਆ, ਬਸ ਇੰਨਾ ਕੀ ਫਰਕ ਹੈ। ਜੀ। ਤੇ ਜਦੋਂ 1326 ਦੇ ਵਿੱਚ ਜੌਹਰ ਹੋ ਗਿਆ, ਇਹ ਫਿਰ ਅਸੀਂ ਰਾਜਸਥਾਨ ਆ ਗਏ। ਜੀ। ਫਿਰ ਸਾਨੂੰ ਜੋਧਪੁਰ ਮਹਾਰਾਜੇ ਨੇ ਜਾਲੋਰ ਦੇ ਕਿਲੇ ਦੀ ਕਿਲੇਦਾਰੀ ਦੇਤੀ। ਜੀ। ਉੱਥੇ ਅਸੀਂ 12 ਕੁ ਪੀੜ੍ਹੀਆਂ ਉੱਥੇ ਰਹੇ। ਫਿਰ ਉਹਨਾਂ ਨੇ ਸਾਡੀ ਜਾਲੋਰ ਦੇ ਕਿਲੇ ਦੀ ਕਿਲੇਦਾਰੀ ਖੋਹ ਕੇ ਤੇ 35 ਪਿੰਡ ਗਾਂਗਾਣੀ ਦੇ ਦਿੱਤੇ। ਜੀ। ਗਾਂਗਾਣੀ ਸਾਡੇ ਬੁੜੇ ਰਹੇ 2 ਪੀੜ੍ਹੀਆਂ। ਜੀ। ਤੀਸਰੀ ਪੀੜ੍ਹੀ 'ਚ ਗਾਂਗਾਣੀ ਜ਼ਬਤ ਹੋ ਗਈ। ਜੀ। ਤੇ ਤੀਸਰੀ ਪੀੜ੍ਹੀ ਸਾਡੀ ਜਿਹੜੀ ਹੈਗੀ ਹੈ ਚੌਥੀ, ਉਹ ਇੱਥੇ ਆ ਗਈ। ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਠਾਕਰ ਸਾਹਿਬ ਤਾਂ ਇੱਥੇ ਆਉਂਦੇ ਆ, ਆਪਣਾ ਟਾਈਮ ਬਤੀਤ ਕਰਨ ਵਾਸਤੇ ਆਉਂਦੇ ਆ, ਇਹਨਾਂ ਦੇ ਕੋਲੇ ਉੱਥੇ ਪਤਾ ਨਹੀਂ ਕੁਛ ਹੈਗਾ ਜਾਂ ਨਹੀਂ ਹੈਗਾ। ਜੇ ਇਸ ਟਾਈਮ ਤੁਸੀਂ ਕਿਹੜੀ ਜਗ੍ਹਾ ਤੇ ਰਹਿ ਰਹੇ ਹੋ, ਤੁਹਾਡੇ ਕੋਲੇ ਕੀ ਪੈਲੀ ਕਿੰਨੀ ਤੁਹਾਡੇ ਕੋਲੇ? ਦੇਖੋ ਜੀ, ਵੀ ਮੈਂ ਬੂੰਦੀ ਰਹਿ ਰਿਹਾ। ਜੀ। ਸੰਨ 52 'ਚ ਠਾਕਰ ਅਰਜਨ ਸਿੰਘ ਤੇ ਠਾਕਰ ਮੰਗਲ ਸਿੰਘ, ਠਾਕਰ ਹਮੀਰ ਸਿੰਘ, ਜੀ। ਇਹਨਾਂ ਨੇ ਉੱਥੇ ਇੱਕ ਜੰਗਲ ਖਰੀਦਿਆ। ਜੀ। 3000 ਕਿੱਲਿਆਂ ਦਾ। ਜੀ। ਤੇ ਉਹ ਫਾਰਮ, ਵੈਸੇ ਫਾਰਮ ਸੀਗਾ ਉਹ ਜੀ। 10,000 ਕਿੱਲਿਆਂ 10,000 ਵਿੱਘਿਆਂ ਦਾ, 4,000 ਕਿੱਲਿਆਂ ਦਾ। ਜੀ। 16 ਠਾਕਰਾਂ ਦਾ ਉਹ ਫਾਰਮ ਸੀ। ਜੀ। ਤੇ ਉਹਦੇ ਵਿੱਚੋਂ ਤਕਰੀਬਨ 2,500 ਵਿੱਘਾ, 1000 ਕਿੱਲਾ ਉਹ ਵੇਚ ਚੁੱਕੇ ਸੀਗੇ। ਜੀ। ਫਿਰ ਇੱਥੋਂ ਠਾਕਰ ਜਸਵੀਰ ਸਿੰਘ ਜੀ ਮੇਰੇ ਫਾਦਰ ਉੱਥੇ ਗਏ। ਜੀ। ਇਹ ਐਂ ਗਏ ਸੀਗੇ ਕਿ ਵੀ ਉਹਨਾਂ ਨੂੰ ਠਾਕਰਾਂ ਨੂੰ ਵਾਹੀ ਸਿਖਾਉਣੀ ਆ। ਜੀ। ਉਹਨਾਂ ਨੇ ਐਂ ਲਗਾਏ ਸੀ। ਉਹਦੇ ਵਿੱਚ ਸਾਡੇ 2 ਰਿਸ਼ਤੇਦਾਰ ਵੀ ਸੀਗੇ, ਜੀ। ਉਹ ਲੈ ਕੇ ਗਏ ਸੀ। ਜੀ। ਠਾਕਰ ਸਾਹਿਬ ਹਮੀਰ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਕੋਈ ਤੁਹਾਡਾ ਮੁੰਡਾ ਦਿਓ ਜਿਹੜਾ ਵਾਹੀ ਸਿਖਾਵੇ। ਆਪ ਜੀ ਦੀ ਗੱਲ ਟੋਕੂੰਗਾ, ਇਹ ਪਹਿਲੇ ਦਿਨ ਤੋਂ ਹੀ ਚੱਲਿਆ ਆ ਰਿਹਾ ਕਿ ਪੰਜਾਬ ਖੇਤੀਬਾੜੀ ਦੇ ਵਿੱਚ ਅੱਗੇ ਸੀ, ਇਸ ਕਰਕੇ ਤੁਹਾਨੂੰ ਉੱਥੇ ਲਿਜਾਇਆ ਗਿਆ ਕਿ ਸਾਨੂੰ ਖੇਤੀਬਾੜੀ ਬਾਰੇ ਜਾਣਕਾਰੀ ਦਿਓ। ਬਿਲਕੁਲ ਬਿਲਕੁਲ, ਇਸੇ ਕਰਕੇ ਹੀ। ਜੀ। ਉਹ ਮਤਲਬ ਉਦੋਂ ਚੇਨ ਵਾਲੇ ਟਰੈਕਟਰ ਵੀ ਸੀ ਉਹਨਾਂ ਕੋਲੇ। ਜੀ। 2 ਟਰੈਕਟਰ ਸੀਗੇ ਫਾਰਮ 'ਚ, ਉਹ ਮੇਰੇ ਵੀ ਵੇਖੇ ਹੋਏ ਆ ਬਚਪਨ 'ਚ। ਜੀ। ਤੇ ਆਪਣੇ ਕੀ ਨਾ ਫਰਗੂਸ਼ਨ ਟਰੈਕਟਰ ਵੀ ਸੀਗਾ, ਉਹਨਾਂ ਨੇ ਛੋਟਾ ਰੱਖਿਆ ਵਾ ਸੀਗਾ। ਜੀ। ਤੇ 60 ਦੇ ਵਿੱਚ ਅਸੀਂ 52 'ਚ ਤਾਂ ਠਾਕਰ ਸਾਹਿਬ ਨੇ ਚੁਆਨੀ ਪਾਈ ਉਹਦੇ ਵਿੱਚ, ਜੀ। ਉਸ ਫਾਰਮ 'ਚ। ਜੀ। ਤੇ 60 ਦੇ ਵਿੱਚ ਉਹ ਠਾਕਰ ਸਾਹਿਬ ਸਾਰੇ ਜਿਹੜੇ ਸੀਗੇ, ਜੀ। 16 ਠਿਕਾਣੇ ਸੀਗੇ, ਜੀ। ਉਹ ਕਹਿੰਦੇ ਜੀ ਕਿ ਵੀ ਸੀਲਿੰਗ ਆ ਗਈ ਆ ਜੀ। ਤੇ ਅਸੀਂ ਆਪਦੇ ਪਿੰਡਾਂ ਦੀਆਂ ਪੈਲੀਆਂ ਬਚਾਵਾਂਗੇ, ਤੇ ਫਾਰਮ ਅਸੀਂ ਛੱਡਿਆ। ਜੀ। ਤੇ ਮੇਰੇ ਫਾਦਰ ਨੇ ਕਿਹਾ ਕਿ ਵੀ ਮੈਂ ਖਰੀਦਾਂ ਜੀ ਇਹਨੂੰ। ਜੀ। ਉਹਨਾਂ ਨੇ ਇੱਥੇ ਠਾਕਰ ਸਾਹਿਬ ਨੂੰ ਚਿੱਠੀ ਲਿਖੀ। ਜੀ। ਠਾਕਰ ਸਾਹਿਬ ਨੇ ਕਿਹਾ ਵੀ ਖਰੀਦ ਲਾ। ਜੀ। ਇਹ ਫਿਰ ਅਸੀਂ ਉਸ ਵੇਲੇ ਤਕਰੀਬਨ 2.5 ਲੱਖ ਰੁਪਏ 'ਚ ਇਹ ਬੂੰਦੀ ਫਾਰਮ ਖਰੀਦ ਲਿਆ। 3000 ਵਿਗਾ ਕਿੱਲਾ, ਕਿੱਲਾ 7000 ਵਿੱਘਾ, 7,500 ਵਿੱਘਾ। ਤੇ ਫਿਰ ਸੀਲਿੰਗ ਦੇ ਕੇਸ ਅਸੀਂ ਲੜਨੇ ਸ਼ੁਰੂ ਕਰਤੇ। ਜੀ। ਤੇ ਲੜਦੇ ਲੜਦੇ 3 ਵਾਰੀ ਸਾਡੇ ਉੱਤੇ ਸਰਪਲਸ ਦੇ ਕੇਸ ਚੱਲੇ। ਜੀ। ਹੁਣ ਸਾਡੇ ਕੋਲੇ ਅਸੀਂ 6 ਭਰਾ ਤੇ 1200 ਕਿੱਲਾ ਸਾਡੇ ਕੋਲੇ 1200 ਕਿੱਲਾ ਤੁਹਾਡੇ ਕੋਲੇ ਹਜੇ ਮੌਜੂਦ ਆ ਉੱਥੇ? ਹਜੇ ਮੌਜੂਦ ਹੈਗਾ। ਜੀ। ਤੇ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਕਿ ਵੀ ਠਾਕਰ ਭੁੱਖੇ ਮਰਦੇ ਆ, ਇਹ ਆ ਪੰਜਾਬ ਆਉਂਦੇ ਆ। ਪੰਜਾਬ ਆਉਂਦੇ ਤੁਸੀਂ, ਮੈਂ ਇਹ ਕਹਿਣਾ ਹੈ ਇੱਕ ਵਾਰੀ ਮੇਰੇ ਕੋਲੇ ਤਾਂ ਆਓ ਤੇ ਖਰਚਾ ਆਪਦਾ ਵੇਖੋ ਕਿ ਵੀ ਕੀ ਹੁੰਦਾ। ਜੀ। ਮੈਂ ਪੰਜਾਬ ਆਉਣਾ 50,000 ਰੁਪਈਆ ਮੇਰਾ ਖਰਚ ਹੁੰਦਾ। ਜੀ। ਤੇ ਮੈਂ ਸਾਲ ਦੇ ਵਿੱਚ ਜੇ ਮੇਰੀ ਤਰੀਕ ਜੇ 8 ਪੈ ਗਈਆਂ ਤੇ 8 ਤੇ ਆਉਣਾ, 6 ਪੈ ਗਈਆਂ ਤੇ 6 ਤੇ ਆਉਣਾ, 9 ਪੈ ਗਈਆਂ ਤੇ 9 ਤੇ ਆਉਣਾ। ਮਤਲਬ ਮੈਂ ਤਰੀਕਾਂ ਅਟੈਂਡ ਕਰਨ ਆਉਣਾ, ਮੈਂ ਕੋਈ ਇੱਥੇ ਟਾਈਮ ਪਾਸ ਕਰਨ ਨਹੀਂ ਆਉਂਦਾ। ਮੇਰੀਆਂ ਇੱਥੇ ਕੋਰਟ ਕੇਸ ਚੱਲਦੇ ਆ ਤੇ ਉਹ ਹੁਣ ਜਦੋਂ ਵਾਹਿਗੁਰੂ ਉਹਨਾਂ ਨੂੰ ਫਾਈਨਲ ਕਰੂਗਾ ਉਦੋਂ ਅਸੀਂ ਆਉਣੇ ਬੰਦ ਹੋ ਜਾਵਾਂਗੇ ਜਾਂ ਇੱਥੇ ਖਰੀਦ ਲਾਂਗੇ। ਦਿਲੀ ਇੱਛਾ ਤਾਂ ਇਹੀ ਹੈ ਕਿ ਵੀ ਮੈਂ ਇੱਥੇ ਜ਼ਮੀਨ ਖਰੀਦਾਂ ਤੇ ਇਸ ਹਵੇਲੀ ਨੂੰ ਖੜੀ ਕਰਾਂ। ਟੋਟਲੀ ਜ਼ਮੀਨ ਜਿਹੜੀ ਇਸ ਤੁਸੀਂ ਜਦੋਂ ਖਰੀਦਿਆ ਸੀ, ਪਿੰਡ ਖਰੀਦਿਆ ਸੀ, ਟੋਟਲੀ ਜ਼ਮੀਨ ਉਦੋਂ ਕਿੰਨੀ ਖਰੀਦੀ ਗਈ ਸੀ? ਇਹ ਸੋਨਗੜ੍ਹ ਦੀ? ਜੀ। ਸੋਨਗੜ੍ਹ ਤਕਰੀਬਨ 3200 ਕਿੱਲਾ ਹੈ ਜੀ, 3200 ਤੋਂ ਉੱਤੇ ਹੀ ਹੈ। 3200 ਕਿੱਲਾ ਸੀ? ਹਾਂਜੀ। ਤੇ ਇਸ ਟਾਈਮ ਜਦੋਂ ਵਿਰਾਸਤਾਂ ਟੁੱਟੀਆਂ
ਇਹ ਉਦੋਂ ਤੁਹਾਡੀ ਪੈਲੀ ਚਲੀ ਗਈ ਜਾਂ ਕੋਈ ਹੋਰ ਕਾਰਨ ਹੋਇਆ? ਇਹ ਸੀਲਿੰਗ ਦੇ ਵਿੱਚ ਗਈ ਹੈ ਜੀ, ਤੇ ਠਾਕਰ ਸਾਹਿਬ ਨੂੰ ਤਾਂ ਪਤਾ ਸੀਗਾ ਜੀ ਕਿਉਂ ਆਨਰੀ ਮੈਜਿਸਟ੍ਰੇਟ ਅਰਜਨ ਸਿੰਘ ਜੀ ਸੀਗੇ। ਜੀ ਉਹਨਾਂ ਨੇ ਮਾਧੋ ਸਿੰਘ ਜੀ ਨੂੰ ਕਿਹਾ ਕਿ ਜ਼ਮੀਨਾਂ ਆਪਣੇ ਕੋਲੇ ਨਹੀਂ ਰਹਿਣੀਆਂ, ਜੀ ਤੇ ਠਾਕਰ ਸਾਹਿਬ ਨੇ ਕਿਹਾ ਕਿ ਵੀ ਜਿਹੜੇ ਵੀ ਆਪਣੇ ਪਿੰਡ ਦੇ ਬੰਦੇ ਹੈ ਜੀ ਇੱਕ ਇੱਕ ਘਰ ਨੂੰ 12-12 ਕਿੱਲੇ ਦੇ ਦਿਓ ਜੀ ਤੇ ਇਹਨਾਂ ਨੂੰ ਰਜਿਸਟਰੀਆਂ ਕਰਾ ਦਿਓ, ਜੀ ਤੇ ਜਿਹੜੇ ਇਦੋਂ ਵੱਧ ਖਰੀਦ ਸਕਦੇ ਆ ਉਹ ਉਹਨਾਂ ਨੂੰ ਵੇਚ ਦਿਓ। ਜੀ ਤੇ ਠਾਕਰ ਸਾਹਿਬ ਨੇ ਇਹ ਜ਼ਮੀਨਾਂ ਜਿਹੜੀਆਂ ਹੈਗੀਆਂ ਉਦੋਂ ਉਹਨਾਂ ਨੂੰ ਰਜਿਸਟਰੀਆਂ ਕਰਾਤੀਆਂ ਤੇ ਲੋਕਾਂ ਨੇ ਮਗਰੋਂ ਵੀ ਪੈਸੇ ਦਿੱਤੇ ਆ। ਦਿੱਤੇ ਮਤਲਬ ਈਮਾਨ ਸੀਗਾ ਉਸ ਵੇਲੇ। ਜੀ ਆਪਾਂ ਅੱਜ ਦਾ ਤੇ ਉਸ ਵੇਲੇ ਦਾ ਕੰਪੇਅਰ ਕਰੀਏ ਨਾ, ਜੀ ਮੈਂ ਕਿਉਂ ਮੇਰਾ ਬਚਪਨ ਨਿਕਲਿਆ ਸਾਰਾ ਕਾਕੂ ਵਾਲੇ 'ਚ। ਜੀ ਕਾਕੂ ਵਾਲਾ ਪਿੰਡ ਸਾਰਾ ਹੀ ਕਮੋਆਂ ਦਾ, ਜੀ ਉੱਥੇ ਹਰ ਘਰ ਨੂੰ 12 ਕਿੱਲੇ, ਜੀ ਤੇ ਠਾਕਰ ਹਮੀਰ ਸਿੰਘ ਜੀ ਨੇ ਪਹਿਲਾਂ ਹੀ ਰਜਿਸਟਰੀਆਂ ਕਰਾਤੀਆਂ। ਉਹਨਾਂ ਨੇ ਕਿਹਾ ਜੀ ਠਾਕਰ ਸਾਹਿਬ ਸਾਡੇ ਕੋਲੇ ਪੈਸੇ ਹੈ ਨਹੀਂ, ਉਹਨਾਂ ਨੇ ਕਿਹਾ ਇਹਦੇ 'ਚੋਂ ਹੀ ਕਮਾਓ ਤੇ ਮੈਨੂੰ ਕਿਸ਼ਤਾਂ ਜਮ੍ਹਾਂ ਕਰਾ ਦਿਆ ਜੀ। ਜਿੱਡੀ ਵੱਡੀ ਹਵੇਲੀ ਸੀ, ਠਾਕਰ ਸਾਹਿਬ ਦਾ ਦਿਲ ਵੀ ਓਡਾ ਵੱਡਾ ਸੀ। ਓਡਾ ਵੱਡਾ। ਅੱਜ ਤਾਂ ਜੇਕਰ ਕਿਸੇ ਦੀ ਕੋਈ ਵੱਟ ਮਾੜੀ ਮੋਟੀ ਉੱਧਰ ਉੱਧਰ ਹੋ ਜੇ ਹਾਂਜੀ। ਤੇ ਉਹਦੇ ਵਾਸਤੇ ਲੜਾਈ ਹੋ ਜਾਂਦੀ ਆ, ਝਗੜੇ ਹੋ ਜਾਂਦੇ ਆ, ਬੰਦੇ ਮਰ ਜਾਂਦੇ ਆ। ਕਿ ਇਹ ਬਹੁਤ ਵੱਡਾ ਦਿਲ ਸੀ ਉਹਨਾਂ ਦਾ, ਅਸੀਂ ਵੀ ਉਸ ਨੂੰ ਸਲੂਟ ਕਰਦੇ ਹਾਂ। ਨਹੀਂ, ਦਿਲ ਤਾਂ ਬਹੁਤ ਵੱਡਾ ਸੀ ਜੀ, ਵੱਡੇ ਹੀ ਜਾਇਦਾਦ ਸੀ ਤੇ ਵੱਡਾ ਹੀ ਉਹਨਾਂ ਦਾ ਦਿਲ ਸੀਗਾ ਜੀ। ਤੇ ਫਿਰ ਜਿਹੜਾ ਇੱਕ ਤੁਹਾਡੇ ਪਰਿਵਾਰ ਦੇ ਉੱਤੇ ਇੱਕ ਬਹੁਤ ਵੱਡੀ ਮੁਸੀਬਤ ਪਈ ਸੀ, ਠਾਕਰ ਸਾਹਿਬ ਦਾ ਕਤਲ ਕਰ ਦਿੱਤਾ ਗਿਆ, ਉਹ ਕੀ ਪਰਿਵਾਰ ਦੇ ਵਿੱਚੋਂ ਕੀ ਲਹਿਰ ਉੱਠੀ ਸੀ ਜਾਂ ਆਮ ਪਬਲਿਕ ਨੇ, ਨਕਸਲਵਾਦ ਨੇ ਉਹਨਾਂ ਦਾ ਕਤਲ ਕੀਤਾ ਸੀ? ਤੇ ਕਿਹਨਾਂ ਦਾ ਕਤਲ ਹੋਇਆ ਸੀ? ਇਹ ਦੋਵੇਂ ਹੀ ਗੱਲਾਂ ਹੈ ਜੀ। ਜੀ ਕਵੀ ਸਨ 32 ਦੇ ਵਿੱਚ ਠਾਕਰ ਸੋਹਣ ਸਿੰਘ ਜੀ ਦੀ ਡੈਥ ਹੋ ਗਈ, 1932 ਚ। 1932 'ਚ। ਜੀ ਤੇ ਰਾਜਸਥਾਨ 'ਚ ਸਾਡੇ ਰਿਵਾਜ ਸੀਗਾ, ਜੀ ਹੁਣ ਵੀ ਹੈਗਾ, ਜੀ ਕਿ ਵੱਡਾ ਭਰਾ 12 ਨੇ ਜੀ ਤੇ ਛੋਟੇ 54 'ਚ, ਚਵਾਨੀ ਚ। ਭਾਵੇਂ 4 ਹੈ 5 ਹੈ 6 ਹੈਗੇ ਆ, ਜੀ ਉਹ 54 'ਚ ਹੀ ਐਡਜਸਟ ਹੋਣਗੇ। ਤੇ 12 ਨੇ ਵੱਡਾ ਭਰਾ ਰੱਖੂਗਾ, ਜੀ ਕਿਉਂ ਉਹਨਾਂ ਦੀਆਂ ਕੁੜੀਆਂ ਲੜਕੇ ਸਭ ਵੱਡੇ ਨੇ ਵਿਆਹੁਣੇ, ਜੀ ਰਿਸ਼ਤੇਦਾਰੀ 'ਚ ਵੀ ਵੱਡੇ ਨੇ ਜਾਣਾ, ਸਾਰਾ ਖਰਚਾ ਉਹ ਵੱਡੇ ਤੇ ਹੀ ਹੁੰਦਾ ਸੀ। ਇਹ ਅੱਜ ਵੀ ਰਿਵਾਜ ਹੈ ਜੀ ਤੁਹਾਡੇ ਕਬੀਲੇ ਦੇ ਵਿੱਚ? ਜਿਹੜਾ ਠਾਕਰ ਭਾਈਚਾਰਾ, ਜਿਹੜੇ ਰਾਜਪੂਤ ਠਾਕਰ ਤੁਸੀਂ, ਇਹ ਇਸੇ ਦੇ ਵਿੱਚ ਆ ਕਿ ਆਮ ਪਬਲਿਕ ਦੇ ਵੀ ਵਿੱਚ ਇਹ ਲਾਗੂ ਉੱਥੇ ਰਾਜਸਥਾਨ ਦੇ ਵਿੱਚ? ਨੇ ਸਾਡੇ ਆਪਣੇ ਪੰਜਾਬ ਵਾਲੇ ਠਾਕਰਾਂ 'ਚ ਤਾਂ ਨਹੀਂਗਾ, ਜੀ ਮਤਲਬ ਸਾਡੀ ਫੈਮਿਲੀ 'ਚ ਜੀ ਐਟ ਪ੍ਰੈਜ਼ੈਂਟ ਜੀ ਵੀ ਇਸੇ ਗੱਲ ਦੀ ਤਾਂ ਲੜਾਈ ਸੀ, ਜੀ ਇਹ ਹਿੱਸੇ ਦੀ। ਜੀ ਉਹ ਮੈਂ ਸੁਣਾਉਣਾ ਤੁਹਾਨੂੰ। ਜੀ ਕਵੀ ਜਦੋਂ 1932 'ਚ ਠਾਕਰ ਸਾਹਿਬ ਗੁਜ਼ਰ ਗਏ ਜੀ ਤੇ ਸੋਗ ਭੰਗਾਈ ਹੋਈ 1933 ਦੇ ਵਿੱਚ। ਜੀ ਇੱਥੇ ਹੀ ਸਾਰੇ ਇਕੱਠੇ ਹੋਏ ਸੀ ਥੜੇ ਤੇ ਜਦੋਂ ਸੋਗ ਭੰਗਾਈ ਹੋ ਗਈ, ਇਹ ਸੋਗ ਮੰਗਾਈ 1 ਸਾਲ ਬਾਅਦ ਹੋਈ ਜੀ? 1 ਸਾਲ ਬਾਅਦ ਹੁੰਦੀ ਸੀ। ਇਹ ਕੀ ਕਾਰਨ ਹੁੰਦਾ ਸੀ? ਅੱਜ ਕੱਲ ਤਾਂ ਹਫਤੇ 10 ਦਿਨਾਂ ਦਾ ਹੁੰਦਾ ਜੀ, ਵੱਧ ਤੋਂ 12 ਦਿਨ ਦਾ ਹੁੰਦਾ। ਉਦੋਂ ਸੋਗ ਕਿੰਨੇ ਚਿਰ ਦਾ ਹੁੰਦਾ ਸੀ? ਉਦੋਂ 1 ਸਾਲ ਦਾ ਸੋਗ ਹੁੰਦਾ ਸੀ। ਇਹ ਸਾਰੇ ਜੱਟਾਂ 'ਚ ਵੀ ਸੀਗਾ, ਜੀ ਸਰਦਾਰਾਂ 'ਚ ਵੀ ਹੈਗਾ ਸੀ, ਸਾਰਿਆਂ 'ਚ ਹੀ ਹੁੰਦਾ ਸੀਗਾ। ਲੇਕਿਨ ਪੰਜਾਬ ਦੀ ਲਾਈਫ ਬੜੀ ਤੇਜ਼ ਹੈਗੀ ਆ, ਜੀ ਇਹ ਇਹਨਾਂ ਨੇ ਸਾਰਾ ਇਹਨੂੰ ਕੱਟ ਸ਼ਾਰਟ ਕਰਤਾ। ਸਾਡੇ 'ਚ ਅੱਜ ਵੀ ਹੈਗਾ, ਜੀ ਸਾਡੇ ਹੁਣ 6 ਮਹੀਨਿਆਂ ਦਾ ਹੋ ਗਿਆ। ਜੀ ਤੇ ਕਈ ਜਿਹੜੇ ਬਜ਼ੁਰਗ ਹੋ ਕੇ ਗੁਜ਼ਰਦੇ ਆ, ਜੀ ਉਹਨਾਂ ਦੇ 12 ਦਿਨ ਬਾਅਦ ਵੀ ਇਹ ਸ਼ੋਕ ਭੰਗਾਈ ਹੋ ਜਾਂਦੀ ਹੈ। ਜੀ ਸ਼ੋਕ ਭੰਗਾਈ ਵੀ ਮੈਂ ਤੁਹਾਨੂੰ ਦੱਸ ਦਿਆਂ ਜੀ ਕਿ ਵੀ ਸ਼ੋਕ ਭੰਗਾਈ ਜਵਾਈ ਕਰਦਾ। ਜੀ ਜਵਾਈ 1 ਕਿਲੋ ਮੀਟ ਲੈ ਆਉਂਦਾ, ਜੀ 1 ਦਾਰੂ ਦੀ ਬੋਤਲ ਲੈ ਆਊਗਾ, ਜੀ ਤੇ ਰਾਤ ਨੂੰ ਸਾਰੇ ਬਹਿ ਜਾਣਗੇ। ਜੀ ਉਹ ਮਤਲਬ ਮੀਟ ਤਾਂ ਉਹਨਾਂ ਨੇ ਖਾਣਾ ਨਹੀਂ, ਲੇਕਿਨ ਇੱਕ ਬੁਰਕੀ, ਉਹ ਦਸਤੂਰ ਕਹਿੰਦੇ ਉਹਨੂੰ, ਜੀ ਉਹਦੇ ਮੂੰਹ ਤੇ ਲਾ ਦਿੰਦੇ। ਪਹਿਲਾਂ ਤਾਂ ਪੈਕ ਘੁਮਾਉਂਦੇ ਸਾਰਿਆਂ ਦੇ, ਜੀ ਵੀ ਗਲਾਸ ਮੂੰਹ ਨੂੰ ਲਾ ਕੇ ਤੇ ਮੱਥੇ ਤੇ ਲਾ ਕੇ ਰੱਖ ਦਿੰਦੇ। ਉਦੋਂ ਬਾਅਦ ਫਿਰ ਉਹ ਮੀਟ ਦੀ ਇੱਕ ਬੁਰਕੀ ਲੈ ਕੇ ਕਿ ਵੀ ਅੱਜ ਤੋਂ ਬਾਅਦ ਕੋਈ ਵੀ ਸ਼ੌਕ ਨਹੀਂਗਾ, ਤੁਸੀਂ ਜਿੱਥੇ ਮਰਜ਼ੀ ਆਓ ਜਾਓ, ਰਿਸ਼ਤੇਦਾਰੀ 'ਚ ਆਓ, ਜਿਹੜਾ ਮਰਜ਼ੀ ਤੁਸੀਂ ਤਿਉਹਾਰ ਖੇਲੋ ਕਰੋ, ਕੋਈ ਮਨਾਹੀ ਨਹੀਂ ਗੀ। ਫਿਰ ਹੁਣ ਅੱਜ ਕੱਲ੍ਹ ਇੱਕ ਹੋਰ ਰਿਵਾਜ ਚੱਲ ਪਿਆ ਕਿ ਵੀ ਪਹਿਲਾ ਵੱਡਾ ਤਿਉਹਾਰ ਜੀ ਆ ਜੇ ਤੇ ਉਦੋਂ ਵੀ ਸ਼ੋਕ ਭੰਗਾਈ ਕਰ ਦਿੰਦੇ। ਵੀ ਜਿਵੇਂ ਵੀ ਦੁਸ਼ਹਿਰੇ ਦੇ ਨੇੜੇ ਡੈਥ ਹੋ ਗਈ, ਅੱਜ ਕੱਲ੍ਹ ਡੈਥ ਹੋ ਗਈ, ਤੇ ਹੁਣ ਦੁਸ਼ਹਿਰਾ ਆਉਣ ਨਾਲ ਤੇ ਦੁਸ਼ਹਿਰੇ ਤੇ ਸ਼ੋਕ ਭੰਗਾਈ ਕਰ ਦੇਣ। ਹਾਂਜੀ, ਇਹ ਸ਼ਾਰਟ ਕਰਤੇ ਹੁਣ ਉੱਥੇ ਵੀ ਸ਼ਾਰਟ ਹੋ ਗਿਆ। ਹਾਂਜੀ, ਤੇ ਇਹ ਜਿਹੜਾ ਸਾਡਾ
ਸੀਗਾ ਉਹ ਜੀ। ਮੈਂ ਤੁਹਾਨੂੰ ਸੰਨ 33 ਦੀ ਸੁਣਾਉਣਾ ਇੱਥੇ ਜੀ ਕਿ ਠਾਕਰ ਸੋਹਣ ਸਿੰਘ ਜੀ ਸਭ ਤੋਂ ਵੱਡੀ ਗਲਤੀ ਕਰ ਗਏ ਜੀ ਕਿ ਵੀ ਇਹ ਕਿਲ੍ਹਾ ਆਪ ਹੀ ਬਣਾਇਆ ਜੀ। ਤੇ ਆਪ ਹੀ ਢਾਹ ਗਏ। ਜੀ ਉਹਨਾਂ ਨੇ ਮਤਲਬ 4 ਵਿਆਹ ਕੀਤੇ ਸੀ। ਜੀ ਇੱਕ ਚੋਂ ਮਾਧੋ ਸਿੰਘ ਜੀ ਹੋਏ, ਜੀ। ਉਹਨਾਂ ਦੇ ਵਾਈਫ ਦੀ ਡੈਥ ਹੋ ਗਈ। ਜੀ। ਫਿਰ ਉਹਨਾਂ ਚੋਂ ਇੱਕ ਲੜਕੀ ਹੋਈ, ਜੀ। ਉਹਨਾਂ ਦੀ ਡੈਥ ਹੋ ਗਈ। ਜੀ। ਫਿਰ ਉਹਨਾਂ ਨੂੰ ਕਿਸੇ ਪੰਡਤ ਨੇ ਇੱਥੋਂ ਆਪਣੇ ਸੋਨਗੜ੍ਹ 'ਚ ਹੀ ਸੀਗੇ, ਜੀ ਮੈਂ ਉਹਨਾਂ ਦਾ ਨਾਮ ਭੁੱਲ ਗਿਆ, ਹੁਣੇ ਹੀ ਗੁਜ਼ਰੇ ਉਹ, ਜੀ ਕਰਨਪੁਰ ਰਹਿੰਦੇ ਸੀ। ਜੀ ਕਰਨਪੁਰ ਕੋਲੇ ਪੱਟੀਆਂ ਪਿੰਡ ਆ ਉੱਥੇ। ਜੀ ਤੇ ਉਹਨਾਂ ਨੇ ਫਿਰ ਚਿੜੀ ਨਾਲ ਵਿਆਹ ਕੀਤਾ ਜੀ ਤੇ ਉਹ 2 ਦਿਨ ਬਾਅਦ ਕਿ 2 ਦਿਨ ਬਾਅਦ ਉਹ ਚਿੜੀ ਵੀ ਮਰ ਗਈ, ਜੀ ਪੂਰੇ ਰੀਤੀ ਰਿਵਾਜ ਨਾਲ। ਜੀ ਜਿਹੜੀ ਉੱਡਣ ਵਾਲੀ ਚਿੜੀ। ਹਾਂ, ਉਹ ਆਪਣੇ ਘਰਾਂ 'ਚ ਜਿਹੜੀ ਚਿੜੀ ਹੈਗੀ ਆ, ਜੀ ਇਹਨੂੰ ਫੜਾ ਕੇ ਤੇ ਇਹਦੇ ਨਾਲ ਵਿਆਹ ਪੂਰਾ ਰੀਤੀ ਰਿਵਾਜ ਨਾਲ, ਖਰਚਾ ਵਗੈਰਾ ਉਨਾ ਹੀ ਕੀਤਾ। ਜੀ ਤੇ ਚੌਥਾ ਵਿਆਹ ਫਿਰ ਉਹਨਾਂ ਨੇ ਬਾੜਮੇਰ ਕੀਤਾ, ਜੀ ਉਹਦੇ ਵਿੱਚੋਂ 3 ਲੜਕੇ ਤੇ 1 ਲੜਕੀ ਹੋਈ। ਜੀ ਹੁਣ ਮਾਧੋ ਸਿੰਘ ਜੀ ਨੇ ਆਪਦੀ ਲਿਖਤ ਰੱਖੀ ਕਿ ਜੀ ਮੈਨੂੰ ਫਾਦਰ ਜਿਹੜੇ ਹੈਗੇ ਆ ਉਹ ਲਿਖਤ ਦੇ ਗਏ ਜੀ ਕਿ ਵੀ 12 ਆਨਿਆਂ 'ਚ ਤੂੰ ਆ ਤੇ 54 'ਚ ਛੋਟੇ ਆ ਤੁਸੀਂ। ਜੀ ਤੇ ਅਰਜਨ ਸਿੰਘ ਜੀ ਨੇ ਕਿਹਾ ਵੀ ਸਾਨੂੰ ਵੀ ਦਿੱਤੀ ਹੈ ਉਦੋਂ ਬਾਅਦ ਜੀ ਕਿ ਵੀ ਆਪਾਂ ਪੰਜਾਬ 'ਚ ਆ ਗਏ, ਇਸ ਕਰਕੇ ਇੱਥੇ ਮਧਾਣੀ ਵੰਡ ਹੋਊਗੀ। ਇਹ ਪੰਜਾਬ ਵਾਲਾ ਕਾਨੂੰਨ ਚੱਲੂਗਾ ਇੱਥੇ, ਪੰਜਾਬ ਵਾਲਾ ਕਾਨੂੰਨ- ਰਾਜਸਥਾਨ ਵਾਲਾ ਕਾਨੂੰਨ ਨਹੀਂ ਚੱਲੂਗਾ। ਰਾਜਸਥਾਨ ਵਾਲਾ ਨਹੀਂ ਚੱਲਣਾ। ਜੀ ਉਹ ਮਾਧੋ ਸਿੰਘ ਜੀ ਨੂੰ ਪੜ੍ਹਨ ਵਾਸਤੇ ਦਿੱਤੀ ਜੀ ਤੇ ਉਹ ਜਿਹੜੇ ਮਾਧੋ ਸਿੰਘ ਜੀ ਦੇ ਭਣੋਈਏ ਸੀਗੇ, ਜੀ ਇੱਕ ਇਹਨਾਂ ਦੀ ਸਿਸਟਰ ਸੀਗੀ, ਜੀ ਉਹ ਭਣੋਈਏ ਸ਼ੋਕ ਭੰਗਾਈ ਚ ਆਏ ਵੇ ਸੀ। ਜੀ ਉਹਨਾਂ ਨੇ ਸ਼ੋਕ ਭੰਗਾਈ ਕੀਤੀ ਸੀ। ਉਹ ਕਹਿੰਦੇ ਜੀ ਮੈਨੂੰ ਦਿਓ ਪੜ੍ਹਨ ਵਾਸਤੇ। ਜੀ ਉਹ ਪੜ੍ਹਨ ਨੂੰ ਉਹਨਾਂ ਨੂੰ ਦਿੱਤੀ ਤੇ ਉਹ ਖਾ ਗਏ ਉਹਨੂੰ। ਜਿਹੜਾ ਵਿਰਾਸਤ ਜਿਹੜੀ ਲਿਖੀ ਹੋਈ ਸੀ, ਵਸੀਅਤ ਲਿਖੀ ਹੋਈ ਸੀ, ਲਿਖੀ ਹੋਈ। ਜਿਹੜੀ ਵਸੀਅਤ ਨੂੰ ਖਾ ਗਏ। ਉਹ ਖਾ ਗਏ ਜੀ ਤੇ ਉਹ ਕੰਮ ਖਤਮ ਹੋ ਗਿਆ। ਜੀ। ਇੱਥੇ ਸਾਰੇ ਹੀ ਉੱਠ ਗਏ ਜੀ ਤੇ ਹੁਣ ਇਹਨਾਂ ਭਰਾਵਾਂ ਨੇ ਤਿੰਨਾਂ ਨੇ ਜੀ, ਇਹ ਸਗੇ ਸੀ, ਉਹ ਮਤਰੇਜ ਸੀਗੇ ਜੀ ਤੇ ਅੰਦਰੋਂ ਅੰਦਰੀ ਲੜਾਈ ਚੱਲ ਪਈ। ਜੀ ਜਿਹੜੀ ਠਾਕਰ ਸਾਹਿਬ ਨੂੰ ਕਤਲ ਕਰਨ ਦੀ ਜਿਹੜੀ ਯੋਜਨਾ ਘਰ ਦੇ ਅੰਦਰੋਂ ਹੀ ਸ਼ੁਰੂ ਹੋ ਗਈ। ਇਹ ਕਤਲ ਤਾਂ ਉਦੋਂ ਦੀ ਯੋਜਨਾ ਨਹੀਂ ਸ਼ੁਰੂ ਹੋਈ, ਜੀ ਲੇਕਿਨ ਅੱਗੇ ਚੱਲ ਕੇ ਪ੍ਰਸਥਿਤੀਆਂ ਇਹ ਜੀਆਂ ਬਣ ਗਈਆਂ ਘਰ ਦੀਆਂ ਜੀ ਕਿ ਵੀ ਕਤਲ ਤੇ ਨੌਬਤ ਆ ਗਈ। ਜੀ ਉਹ ਐਂ ਆਈ ਕਿ ਵੀ ਮਾਧੋ ਸਿੰਘ ਜੀ ਨੇ ਕਿਹਾ ਕਿ ਵੀ ਮੈਂ ਤੁਹਾਨੂੰ, ਜਿਹੜਾ ਕਤਲ ਹੋਇਆ ਸੀ ਉਹ ਕਿੰਨਾ ਦਾ ਹੋਇਆ ਸੀ ਕਤਲ? ਉਹ ਠਾਕਰ ਹਮੀਰ ਸਿੰਘ ਜੀ ਦਾ ਹੋਇਆ ਸੀ, ਮਾਧੋ ਸਿੰਘ ਜੀ ਦੇ ਸਭ ਤੋਂ ਛੋਟੇ ਭਰਾ ਦਾ। ਸਭ ਤੋਂ ਛੋਟੇ ਭਰਾ ਦਾ ਹੋਇਆ ਸੀ। ਹਾਂਜੀ। ਤੇ ਜਿਹੜੀ ਵਸੀਅਤ ਲਿਖੀ ਸੀ ਉਹ ਵੱਡੇ ਦੇ ਨਾਂ ਤੇ ਲਿਖੀ ਸੀ। 2 ਵਸੀਅਤਾਂ ਸੀ, 2 ਵਸੀਅਤਾਂ ਸੀ। ਇੱਕ ਤਾਂ ਮਾਧੋ ਸਿੰਘ ਜੀ ਕੋਲੇ, ਜੀ ਇੱਕ ਅਰਜਨ ਸਿੰਘ ਜੀ ਕੋਲੇ। ਜੀ ਅਰਜਨ ਸਿੰਘ ਜੀ ਕੋਲੇ ਸੀਗੀ ਕਿ ਮਧਾਣੀ ਵੰਡ ਹੋਊਗੀ ਤੇ ਉਹਨਾਂ ਕੋਲੇ ਸੀਗੇ ਕਿ ਵੀ 75 ਪੈਸੇ 54। ਜੀ ਇਸ ਗੱਲ ਦੀ ਲੜਾਈ ਸੀ। ਜੀ ਤੇ ਇਹ ਫਿਰ ਧੁਖਦੀ ਮਤਲਬ ਇੱਥੇ ਮਾਧੋ ਸਿੰਘ ਜੀ ਨੇ ਆਪ ਦੀ ਮਤਰੇਈ ਮਾਂ ਨੂੰ 600 ਕਿੱਲਾ ਦਿੱਤਾ ਤੇ ਅੱਧੀ ਹਵੇਲੀ ਦਿੱਤੀ ਉਹਨਾਂ ਨੂੰ ਜੀ ਕਿ ਵੀ ਅੱਧੀ ਹਵੇਲੀ 'ਚ ਤੁਸੀਂ ਰਹੋ ਤੇ 600 ਕਿੱਲਾ ਤੁਹਾਨੂੰ ਦਿੱਤਾ। ਜੀ ਲੇਕਿਨ ਉਸ ਤੋਂ ਪਹਿਲਾਂ ਠਾਕਰ ਅਰਜਨ ਸਿੰਘ ਜੀ ਤੇ ਹਮੀਰ ਸਿੰਘ ਜੀ ਕਾਕੂ ਵਾਲੇ ਤੇ ਲੋਹਗੜ੍ਹ ਸ਼ਿਫਟ ਹੋ ਗਏ। ਜੀ ਇੱਥੇ ਰਹੇ ਮੰਗਲ ਸਿੰਘ ਜੀ, ਜੀ ਵੀ ਮਾਂ ਦੀ ਰਾਖੀ ਵੀ ਤੇ ਬਾਹਰ 600 ਕਿੱਲਾ ਹੈਗਾ ਉਹਦੀ ਕਰਕੇ। ਫਿਰ ਉੱਥੇ ਸਾਡੀ ਸਾਰੀ ਭੂਆਵਾਂ ਦਾ ਵਿਆਹ ਜਿਹੜਾ ਇੱਥੇ ਹੀ ਹੋਇਆ, ਮੇਰੇ ਫਾਦਰ ਦਾ ਵਿਆਹ ਵੀ ਇੱਥੇ ਹੀ ਹੋਇਆ, ਜੀ ਮਾਧੋ ਸਿੰਘ ਜੀ ਨੇ ਕੀਤਾ। ਜੀ ਜਿਹੜੇ ਛੋਟੇ ਭੂਆ ਜੀ ਸੀ ਤੀਸਰੇ ਨੰਬਰ ਸਾਡੇ, ਉਹਨਾਂ ਦਾ ਵਿਆਹ ਹੋਇਆ ਕਾਕੂ ਵਾਲੇ ਤੇ ਉਹਦੇ ਵਿੱਚ ਮਾਧੋ ਸਿੰਘ ਜੀ ਨੂੰ ਨਹੀਂ ਸੱਦਿਆ। ਜੀ ਇਹ ਫਿਰ ਇੱਥੋਂ ਚੜ੍ਹ ਕੇ ਤੇ ਉੱਥੇ ਕਾਕੂ ਵਾਲੇ ਚਲੇ ਗਏ। ਪਿੰਡ ਦੇ ਬਾਹਰ ਇੱਕ ਖੂਹ ਤੇ ਨਾਨੂ ਰਾਮ ਭਾਟ ਸੀ, ਉਹਦੇ ਖੂਹ ਤੇ ਬੈਠ ਗਏ ਤੇ ਇਹਨਾਂ ਨੇ ਸੁਨੇਹਾ ਘੱਲਿਆ ਕਿ ਵੀ ਮੈਂ ਆਇਆ ਤੇ ਮੈਨੂੰ ਵਿਆਹ 'ਚ ਵਾੜੋ। ਹਮੀਰ ਸਿੰਘ ਜੀ ਨੇ ਕਿਹਾ ਵੀ ਅਰਜਨ ਸਿੰਘ ਜੀ ਜੇ ਕਹਿ ਦੇਣਗੇ ਤੇ ਫਿਰ ਅਸੀਂ ਵਾੜ ਲਾਂਗੇ। ਅਰਜਨ ਸਿੰਘ ਜੀ ਨੇ ਕਿਹਾ ਵੀ ਮੈਂ ਤਾਂ ਉਹਨਾਂ ਦਾ ਮੂੰਹ ਨਹੀਂ ਵੇਖਣਾ। ਜੀ ਤੇ ਮਸਾਂ ਮਨਾਉਣ ਨੂੰ ਫਿਰ ਉਹਨਾਂ ਨੇ ਕਿਹਾ ਵੀ ਠਾਕਰ ਸਾਹਿਬ ਦੇ ਇੱਥੇ ਖਾਸ ਬੰਦੇ ਕਿਹੜੇ ਆ। ਫਿਰ ਜਿਹੜੇ ਨੇੜੇ ਤੇੜੇ ਪਿੰਡਾਂ ਦੇ ਠਾਕਰ ਸਾਹਿਬ ਦੇ ਖਾਸ ਜੀ ਹੈਗੇ ਸੀ, ਜਿਵੇਂ ਨਾਜਰ ਸਿੰਘ ਹੈ, ਸੋਹਣ ਸਿੰਘ ਵਲੂਰ ਵਾਲਾ, ਕਾਨ ਸਿੰਘ ਵਲੂਰ ਵਾਲਾ, ਬਿਸ਼ਨ ਸਿੰਘ ਢੇਰੂ, ਬਾਜ ਸਿੰਘ ਦਰਬਾਰਾ ਸਿੰਘ ਮਾਲਵਾਲ ਵਾਲੇ, ਐਂ ਕਰਕੇ ਉਹ ਸੱਦੇ ਉਹਨਾਂ ਨੇ। ਉਹਨਾਂ ਨੂੰ ਕਿਹਾ ਵੀ ਤੁਸੀਂ ਸਮਝਾਓ ਹਮੀਰ ਸਿੰਘ ਨੂੰ ਵੀ ਮੈਂ ਰਾਜਸਥਾਨ 'ਚ ਮੂੰਹ ਵਿਖਾਉਣ ਵਾਲਾ ਨਹੀਂ ਰਹੂੰਗਾ। ਉਹਨਾਂ ਨੇ ਫਿਰ ਠਾਕਰ ਸਾਹਿਬ ਨੂੰ ਮਨਾਇਆ ਤੇ ਅਰਜਨ ਸਿੰਘ ਜੀ ਕਹਿਣ ਲੱਗੇ ਵੀ ਮੈਂ ਉਸ ਭਰਾ ਦਾ ਮੂੰਹ ਨਹੀਂ ਵੇਖਣਾ ਜਦੋਂ ਤੱਕ ਉਹ ਆਪਣੀ ਪੈਸੇ ਨਹੀਂ ਦੇ ਦਿੰਦਾ, ਜਿਹੜੀ ਆਪਣੇ ਨਾਲ ਜ਼ਬਾਨ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਫਿਰੋਜ਼ਪੁਰ ਦੀ ਹਵੇਲੀ ਅਰਜਨ ਸਿੰਘ ਨੂੰ ਦਿੱਤੀ ਤੇ ਬਾਕੀ ਉਹ ਪਤਾ ਨਹੀਂ 60 ਜਾਂ 65 ਹਜ਼ਾਰ ਦੀ
ਕੀਮਤ ਪਈ ਸੀ 35,000 ਰੁਪਇਆ ਉਹਨਾਂ ਨੇ ਨਗਦ ਦੇਤਾ। ਜੀ ਉਹ ਉਹਨਾਂ ਦਾ ਤਾਂ ਹੋ ਗਿਆ। ਦੋਵੇਂ ਭਰਾਵਾਂ ਨੂੰ ਸੋਨਗੜ੍ਹ ਪਿੰਡ 12 ਸਾਲ ਤੀਜੀ ਵੰਡਾਈ ਤੇ ਲਿਖਤਾ। ਜੀ। ਇੰਤਕਾਲ 'ਚ ਦਰਜ ਹੈ ਜੀ 60 ਤੋਂ 72। ਜੀ ਇਹ ਤੁਸੀਂ ਸਾ- ਜਮ੍ਹਾਂਬੰਦੀ 'ਚ ਵੇਖ ਸਕਦੇ ਹੋ। 1960 ਤੋਂ ਲੈ ਕੇ 1972 ਤੱਕ 1972 ਤੱਕ। ਜੀ 60-62 ਦੇ ਵਿੱਚ ਮੁਖਤਿਆਰੀ ਆ ਗਈ ਬਲਵੰਤ ਸਿੰਘ ਜੀ ਦੇ ਕੋਲ ਜੀ ਤੇ ਬਲਵੰਤ ਸਿੰਘ ਜੀ ਨੇ 63 ਦੇ ਵਿੱਚ ਵੰਡਾਈ ਬੰਦ ਕਰਤੀ। ਜੀ ਫਿਰ ਇੱਥੇ ਬੰਦੂਕੀ ਵੀ ਹੋਏ, ਜੀ ਪਰ ਫਿਰ ਵੀ ਵੱਡੇ ਵੱਡੇ ਜਿਹੜੇ ਇੱਥੇ ਜਗੀਰਦਾਰ ਸੀਗੇ ਉਹਨਾਂ ਨੇ ਬੈਠ ਕੇ ਸੁਲ੍ਹਾ ਸਫਾਈ ਕਰਾਤੀ, ਫਿਰ ਨਹੀਂ ਦਿੱਤਾ। ਉਸ ਦੌਰਾਨ ਕੀ ਹੋਇਆ ਕਿ ਵੀ ਸੇਮ ਨਾਲੇ ਦਾ ਮੁਆਵਜ਼ਾ ਵੱਜਿਆ ਸੀ। ਜੀ ਉਹ ਠਾਕਰ ਸਾਹਿਬ ਨੇ ਕੇਸ ਪਾਤਾ ਉੱਥੇ ਫਿਰੋਜ਼ਪੁਰ, ਜੀ ਉਹਦੇ ਵਿੱਚ ਇਹ ਜਿੱਤ ਗਏ ਜੀ ਠਾਕਰ ਹਮੀਰ ਸਿੰਘ, ਤੇ ਉਹ 63,000 ਰੁਪਈਆ ਸੇਮ ਨਾਲੇ ਦਾ ਠਾਕਰ ਹਮੀਰ ਸਿੰਘ ਨੂੰ ਮਿਲ ਗਿਆ। ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਕਾਗਜ਼ਾਂ ਦੇ ਵਿੱਚ ਦਰਜ ਹੈ। ਉਹ ਵੀ ਮੈਂ ਵੇਖ ਕੇ ਆਇਆ। ਇਹ ਕਿਹੜੇ ਸਨ ਦੀ ਗੱਲ ਹੈ ਜੀ? ਇਹ ਸਨ 64 ਜੀ, 63 ਤੇ 64 ਜੀ ਦੋ ਵਾਰੀ ਇਹਨਾਂ ਨੂੰ ਮੁਆਵਜ਼ਾ ਮਿਲਿਆ। ਜੀ ਉਹ ਮਤਲਬ 63,000 ਰੁਪਈਆ ਹੈਗਾ ਉਹ। ਜੀ ਤੇ ਉਹ ਮੁਕੰਦ ਸਿੰਘ ਜੀ ਨੇ ਮੈਨੂੰ ਕਿਹਾ ਸੀਗਾ ਕਿ ਜੀ ਸੇਮ ਨਾਲੇ ਦਾ ਮੁਆਵਜ਼ਾ ਆਪਾਂ ਨੂੰ ਨਹੀਂ ਮਿਲਿਆ। ਤੇ ਉਹ ਮੈਨੂੰ ਮੇਰੇ ਕੋਈ ਦੋਸਤ ਪਟਵਾਰੀ ਨੇ ਕਿਹਾ ਜੀ ਆਪਾਂ ਇਰੀਗੇਸ਼ਨ ਪਟਿਆਲੇ ਪਤਾ ਕਰੀਏ, ਇੱਥੇ ਤਾਂ ਫਿਰੋਜ਼ਪੁਰ ਕੋਈ ਨਿਆਂ ਨਹੀਂ ਦਿੰਦਾ ਸੀ। ਜੀ ਫਿਰ ਅਸੀਂ ਉੱਥੇ ਗਏ, ਉਹਨਾਂ ਤੋਂ ਰਿਕਾਰਡ ਕਢਾਇਆ ਤੇ ਉਹਦੇ 'ਚ ਬਲਵੰਤ ਸਿੰਘ ਜੀ ਦੇ ਤੇ ਹਮੀਰ ਸਿੰਘ ਜੀ ਦੇ ਸਾਈਨ ਹੈ, ਜੀ ਤੇ ਜਿਹੜਾ DC ਫਿਰੋਜ਼ਪੁਰ ਹੈ ਉਹਦੇ ਵੀ ਸਾਈਨ ਹੈ। ਤੇ ਵੀ 63,000 ਰੁਪਈਆ ਜਿਹੜਾ ਹੈਗਾ ਉਹ ਠਾਕਰ ਹਮੀਰ ਸਿੰਘ ਜੀ ਨੂੰ ਦਿੱਤਾ। ਉਹ ਪੈਸੇ ਇਹਨਾਂ ਨੇ ਚੱਕ ਕੇ ਤੇ ਠਾਕਰ ਮੰਗਲ ਸਿੰਘ ਜੀ ਨੂੰ ਦੇਤੇ ਕਿ ਵੀ ਤੁਸੀਂ ਕੋਠੀ ਪਾ ਰਹੇ ਸਰ ਸੇ ਪਹਿਲਾਂ ਤੁਸੀਂ ਪੂਰੇ ਹੋ ਜਾਓ, ਫਿਰ ਮੈਂ ਲੈ ਲੂँਗਾ। ਉਸ ਤੋਂ ਬਾਅਦ ਬਲਵੰਤ ਸਿੰਘ ਜੀ ਨੇ ਉਹ ਪੈਸੇ ਦੇਣੇ ਬੰਦ ਕਰਤੇ ਜੀ ਇੱਥੇ। ਤੇ ਨਕਸਲਵਾਦ ਜ਼ੋਰ ਫੜ ਗਿਆ ਸੀ 64-65 'ਚ। ਜੀ ਇਹਨਾਂ ਨੇ ਬਲਵੰਤ ਸਿੰਘ ਜੀ ਨੇ ਨਕਸਲਵਾਦ ਵਾਲਿਆਂ ਨੂੰ ਪੰਪ ਕਰਤਾ। ਜੀ ਤੇ ਉਹ ਜਦੋਂ ਸ਼ਹਿ ਮਿਲ ਗਈ ਜੀ ਉਹਦੇ ਵਿੱਚ ਫਿਰ ਠਾਕਰ ਸਾਹਿਬ ਦਾ ਉਹ ਕਤਲ ਹੋਇਆ। ਕਤਲ ਦੇ ਵਿੱਚ ਕੱਲੇ ਠਾਕਰ ਸਾਹਿਬ ਦਾ ਕਤਲ ਹੋਇਆ ਸੀ ਜਾਂ ਨਾਲ ਹੋਰ ਵੀ ਕਿਸੇ ਦਾ ਹੋਇਆ ਸੀ? ਨਾਲ ਜੀ ਗੰਗਾ ਰਾਮ ਚੌਧਰੀ ਸੀ, ਜੀ ਆਪਣੇ ਪਿੰਡ ਦਾ ਹੀ ਸੀਗਾ, ਜੀ ਇੱਕ ਉਹਦਾ ਕਤਲ ਹੋਇਆ। ਜੀ ਇੱਕ ਫੁੱਫੜ ਜੀ ਬਹੁਤ ਜ਼ਖਮੀ ਹੋਏ ਸੀਗੇ। ਜੀ ਭੂਆ ਜੀ ਨੇ ਤਾਂ ਕਹਿਤਾ ਸੀਗਾ ਕਿ ਵੀ ਜ਼ਹਿਰ ਦਾ ਟੀਕਾ ਲਾ ਦਿਓ। 84 ਜ਼ਖਮ ਸੀਗੇ ਗੰਡਾਸੇ ਤੇ ਕਿਰਪਾਨਾਂ ਦੇ। ਕਿੰਨੇ ਜੀ? 84 ਜ਼ਖਮ। ਹਾਂਜੀ, ਤਕਰੀਬਨ 200-250 ਟਾਂਕਾ ਲੱਗਿਆ ਸੀ ਉਹਨਾਂ ਦੇ। ਤੇ ਉਦੋਂ ਹਸਪੀਟਲ ਆਪਦਾ ਸੀ, ਇਸ ਕਰਕੇ ਉਸ ਟਾਈਮ ਤੇ ਇਲਾਜ ਹੋ ਗਿਆ। ਅੱਜ ਦੀ ਤਰੀਕ ਦੇ ਵਿੱਚ ਤਾਂ ਨਹੀਂ ਹੋ ਸਕਦਾ। ਨਹੀਂ, ਇੱਥੇ ਨਹੀਂ ਹੋਇਆ ਜੀ। ਜੀ ਉਹਨਾਂ ਨੂੰ ਇੱਥੋਂ ਪਿੱਛੋਂ ਮਤਲਬ ਜਦੋਂ ਠਾਕਰ ਸਾਹਿਬ ਦਾ ਕਤਲ ਹੋ ਗਿਆ ਸੀ, ਜੀ ਉਸ ਵੇਲੇ ਕੋਆਪਰੇਟਿਵ ਬੈਂਕ ਦੇ ਇਲੈਕਸ਼ਨ ਸੀਗੇ ਜੀ ਤੇ ਦਰਬਾਰਾ ਸਿੰਘ ਤੇ ਬਾਜ ਸਿੰਘ ਆ ਪੁਲ ਤਾਂ ਹੁੰਦਾ ਨਹੀਂ ਸੀ ਜੀ ਤੇ ਵਾਇਆ ਰਣਜੀਤਗੜ੍ਹ ਹੋ ਕੇ ਆ ਰਹੇ ਸੀ ਤੇ ਉਧਰੋਂ ਹੀ ਉਹ ਭੀੜ ਆ ਰਹੀ ਸੀ ਜੀ ਸੇਮ ਨਾਲੇ ਦੇ ਨਾਲ ਜੀ ਤੇ ਉਹਨਾਂ ਨੇ ਉਹ ਦਰਬਾਰਾ ਸਿੰਘ ਬਾਜ ਸਿੰਘ ਹਰ ਟਾਈਮ ਆਪਦੇ ਨਾਲ ਅਸਲਾ ਰੱਖਦੇ ਸੀ ਜੀ ਤੇ ਠਾਕਰ ਸਾਹਿਬ ਦੇ ਖਾਸਮ ਖਾਸ ਸੀਗੇ। ਜੀ ਮਤਲਬ ਤੁਸੀਂ ਐਂ ਸਮਝੋ ਵੀ 10 ਮਿੰਟ ਦੀ ਦੇਰੀ ਹੈ ਜੀ ਉਸ ਗੱਲ 'ਚ। ਜੀ ਤੇ ਦਰਬਾਰਾ ਸਿੰਘ ਹੋਣੀ ਤਾਂ ਉਹਨਾਂ ਨੇ ਸਮਝਿਆ ਵੀ ਕੋਈ ਮਰਗ ਤੇ ਇਹ ਆ ਭੀੜ ਜਿਹੜੀ ਹੈਗੀ ਆ ਸੰਸਕਾਰ ਕਰਕੇ ਆ ਰਹੀ ਹੈ। ਜੀ ਉਹ ਇੱਥੇ ਪਿੰਡ ਆ ਗਏ। ਇੱਥੇ ਪਤਾ ਲੱਗਿਆ ਵੀ ਠਾਕਰ ਸਾਹਿਬ ਦਾ ਕਤਲ ਹੋ ਗਿਆ ਜੀ ਤੇ ਫੁੱਫੜ ਜੀ ਫੱਟੜ ਹੋ ਗਏ। ਇਹ ਫਿਰ ਉੱਥੋਂ ਜੀਪ ਭਜਾ ਕੇ ਆਪਦੀ ਉੱਥੇ ਲਗੇ। ਫੁੱਫੜ ਜੀ ਨੂੰ ਚੱਕਿਆ ਤੇ ਸਿੱਧਾ ਫਿਰੋਜ਼ਪੁਰ ਲੈ ਗਏ ਮਿਸ਼ਨ ਹਸਪੀਟਲ। ਜੀ ਮਿਸ਼ਨ ਹਸਪੀਟਲ 'ਚ ਉਹਨਾਂ ਦਾ ਇਲਾਜ ਹੋਇਆ ਸੀ। ਫੁੱਫੜ ਜੀ ਦੀ ਦੇਹ ਬਹੁਤ ਤਕੜੀ ਸੀਗੀ ਜੀ। ਜੀ ਉੱਠ ਨਾਲ ਕੁਸ਼ਤੀ ਲੜਦੇ ਹੁੰਦੇ ਸੀ। ਕਾਹਦੇ ਨਾਲ? ਉੱਠ ਨਾਲ। ਉੱਠ ਦੇ ਨਾਲ ਕੁਸ਼ਤੀ ਲੜਦੇ ਸੀ ਉਹ ਹਾਂਜੀ। ਫੁੱਫੜ ਜੀ, ਤੁਹਾਡੇ ਫੁੱਫੜ ਸੀ ਜਿਹੜੇ? ਹਾਂਜੀ, ਤੇ ਪਿੰਡ ਵਾਲੇ ਜਾਣਦੇ ਉਹਨਾਂ ਦੀ ਤਾਕਤ। ਜੀ ਬੁੜੇ ਅਜੇ ਵੀ ਤੁਹਾਨੂੰ ਦੱਸ ਦੇਣਗੇ। ਜੀ ਆ ਦਰਵਾਜ਼ੇ 'ਚ ਜੇ ਟਰੈਕਟਰ ਖੜਾ ਹੈ ਨਾ ਜੀ ਤੇ ਉਹਨੂੰ ਪਹਿਲਾ ਗੇਅਰ ਲਾ ਕੇ ਤੇ ਉਹਨੂੰ ਧੱਕਾ ਮਾਰ ਕੇ ਤੇ ਉੱਥੇ ਲੈ ਜਾਂਦੇ ਸੀ। ਗੇਅਰ ਦੇ ਵਿੱਚ ਹੀ ਟਰੈਕਟਰ? ਗੇਅਰ ਦੇ ਵਿੱਚ ਹੀ ਇਕੱਲਾ ਬੰਦਾ। ਜੀ ਤੇ ਤੁਸੀਂ 8 ਬੰਦੇ ਉਹਨਾਂ ਦੀਆਂ ਉਂਗਲਾਂ 'ਚ ਉਂਗਲਾਂ ਫਸਾ ਕੇ ਤੇ ਜੇ ਉਹ ਪੰਜਾ ਐਂ ਘੁਮਾਉਣ ਜੀ ਤੇ ਉਹ ਇਕੱਲੇ ਹੀ 8 ਬੰਦਿਆਂ ਨੂੰ ਘੁਮਾ ਦਿੰਦੇ ਸੀ। ਅਸੀਂ ਅਜਮਾਇਆ ਵਾ ਉਹਨਾਂ ਨੂੰ। ਉਸ ਟਾਈਮ ਤੇ ਖੁਰਾਕਾਂ ਦੇ ਵਿੱਚ ਤਾਕਤ ਸੀ ਜਾਂ ਵੈਸੇ ਹੀ ਪ੍ਰਮਾਤਮਾ ਵਾਲੀਆਂ ਸੀ? ਨਹੀਂ, ਖੁਰਾਕ 'ਚ ਹੀ ਤਾਕਤ ਸੀਗੀ ਜੀ। ਜੀ ਇਹ ਤਾਂ ਹੁਣ ਆਪਣੇ ਕਿੱਕਰ ਪਹਿਲਵਾਨ ਹੋ ਗਏ ਆਪਾਂ। ਜੀ ਆ ਆਰਟੀਫਿਸ਼ਲ ਜਿਮ ਚੱਲ ਗਏ ਤੇ ਉਦੋਂ ਫਿਜ਼ੀਕਲੀ ਸੀਗਾ ਸਾਰਾ ਹੀ। ਢੱਠੇ ਨਾਲ ਕੁਸ਼ਤੀ ਲੜਨੀ,
ਝੋਟੇ ਨਾਲ ਲੜਨੀ। ਝੋਟੇ ਦਾ ਬੰਦਾ ਮੈਂ ਤੁਹਾਨੂੰ ਅੱਜ ਵੀ ਜੱਟ ਜਿਹੜਾ ਹੈਗਾ ਸਾਂਧਿਆਂ 'ਚ ਮੁੰਡਾ ਵਿਖਾ ਦਿੰਦਾ, ਨਾਜਰ ਸਿੰਘ ਦਾ, ਬਾਜ ਦੇ ਮਾਮੇ ਦਾ ਮੁੰਡਾ, ਜਿਹੜਾ ਕੱਟੇ ਨਾਲ ਕੁਸ਼ਤੀ ਲੜਦਾ ਸੀ ਜੀ। ਹਾਂ, ਉਹ ਸਾਡੇ ਫਾਰਮ ਤੇ ਲੜਦਾ ਰਿਹਾ। ਆਪਦੇ ਪਿੰਡ 'ਚ ਅਸੀਂ ਕਈ ਵਾਰੀ ਉਹਨੂੰ ਲੜਾਇਆ ਵੀ, ਕੱਟੇ ਨਾਲ ਕੁਸ਼ਤੀ ਕਰ, ਉਹਨੇ ਕੱਟੇ ਨੂੰ ਧੱਕ ਦੇਣਾ। ਅੱਜ ਜਿਉਂਦਾ ਇੱਕ ਪੰਜਾਬ 'ਚ ਜੇ ਤੁਸੀਂ ਇਹ ਫਰੋਲੋ ਤਾਂ ਬਹੁਤ ਹੈਗੇ ਹੈ ਜੇ, ਲੇਕਿਨ ਇਹ ਹੈ ਵੀ ਪੋਲੀਟਿਕਸ ਨੇ ਸਭ ਮਾਰਤੇ, ਖਤਮ ਕਰਤਾ ਇਹ ਆਪਣਾ ਵਿਰਸਾ। ਵਿਰਸਾ ਸਿਰਫ ਆਪਦੀ ਰਾਜਨੀਤੀ ਚਮਕਾ ਰਹੇ, ਵਿਰਸੇ ਨੂੰ ਕੋਈ ਨਹੀਂ ਸੰਭਾਲ ਰਿਹਾ। ਦੁੱਖ ਸਾਨੂੰ ਬਹੁਤ ਹੁੰਦਾ। ਮੈਂ ਰਾਜਸਥਾਨ 'ਚ ਬੈਠ ਕੇ ਪੰਜਾਬ ਦੀ ਸੋਚਦਾ ਨਾ ਤੇ ਰੋਣਾ ਆਉਂਦਾ ਕਿ ਵੀ ਪੰਜਾਬ ਨੂੰ, ਸਾਡੇ ਨੂੰ ਹੋ ਕੀ ਗਿਆ ਵੀ ਇਹ ਇੱਕ ਵਰਲਡ ਦੇ ਵਿੱਚ ਮਿਸਾਲ ਸੀਗੀ ਤੇ ਰੋਣਾ ਆਉਂਦਾ ਹੈ ਜੀ ਕਿ ਵੀ ਬਰਬਾਦ ਕਰਤਾ ਭੈਣ ਚੋਦ, ਚੰਦ ਪੈਸਿਆਂ ਦੇ ਪਿੱਛੇ ਸਾਰਾ ਪੰਜਾਬ ਖਤਮ ਕਰਤਾ ਬਿਲਕੁਲ। ਤੇ ਸੁਧਰਨ 'ਚ ਇਹਨੂੰ ਘੱਟੋ ਘੱਟ 50 ਸਾਲ ਲੱਗਣਗੇ। ਇੱਕ ਜੀ ਸਾਡੇ ਸੁਣਨ ਦੇ ਵਿੱਚ ਆਇਆ ਕਿ ਜਦੋਂ ਆਪ ਜੀ ਦੇ ਪਰਿਵਾਰ ਦਾ ਇੱਥੇ ਪੂਰਾ ਦਬਦਬਾ ਸੀ, ਹਰੇਕ ਬੰਦਾ ਉਹਨਾਂ ਦੀ ਗੱਲ ਮੰਨਦਾ ਸੀ, ਗੱਲ ਮੋੜਦਾ ਨਹੀਂ ਸੀ। ਇੱਕ ਪਿੰਡ ਦੇ ਵਿੱਚ ਮੈਂ ਸੁਣਿਆ ਕਿ ਬੰਦਾ ਘੋੜੇ ਦੇ ਉੱਪਰ ਦੀ ਬੈਠ ਕੇ ਜਾਂ ਊਠ ਦੇ ਉੱਪਰ ਦੀ ਬੈਠ ਕੇ ਜਾਂ ਕੋਟ ਦੇ ਮੂਹਰ ਦੀ ਜੁੱਤੀ ਪਾ ਕੇ ਜਾਂ ਚੱਪਲ ਪਾ ਕੇ ਨਹੀਂ ਲੰਘਦਾ ਸੀ। ਸਹੀ ਹੈ ਗੱਲ। ਉਹਦਾ ਕਾਰਨ ਕੀ ਸੀ ਜਿਹੜਾ ਘੋੜੀ ਦੇ ਉੱਪਰ ਜਾਂ ਊਠ ਦੇ ਉੱਪਰ ਬੈਠ ਕੇ ਨਾ ਜਾਣ ਦੇਣਾ? ਉਹ ਗੱਲ ਜਿੱਧਰ ਮਰਜ਼ੀ ਜੋੜ ਲਓ ਜੀ। ਕੁਛ ਤਾਂ ਇਹ ਕਹਿੰਦੇ ਆ ਕਿ ਵੀ ਠਾਕਰਾਂ ਦੀ ਦਾਦਾਗਿਰੀ ਸੀ ਜੀ, ਠੀਕ ਹੈ ਜੀ। ਤੇ ਜਿਹੜੇ ਸੁਲਝੇ ਵੇ ਬੰਦੇ ਹੈਗੇ ਆ ਜੀ, ਉਹ ਕਹਿੰਦੇ ਵੀ ਇਹ ਬਿਲਕੁਲ ਸਹੀ ਸੀ ਜੀ। ਇਹਦਾ ਮੈਂ ਕਾਰਨ ਤੁਹਾਨੂੰ ਦੱਸਦਾ। ਜੀ, ਉਦੋਂ ਕੰਧਾਂ ਹੁੰਦੀਆਂ ਸੀ ਜੀ 2 ਫੁੱਟ 2.5 ਫੁੱਟ, ਗਰੀਬੀ ਸੀਗੀ ਜੀ, ਤੇ ਨੂੰਹਾਂ ਧੀਆਂ ਜਿਹੜੀਆਂ ਹੈਗੀਆਂ ਵਿਹੜੇ 'ਚ ਹੀ ਨਹਾਉਣਾ ਧੋਣਾ ਉਹਨਾਂ ਨੇ। ਜੀ, ਤੇ ਵੀ ਕੋਈ ਕਿਵੇਂ ਨਹਾਉਂਦੀ ਤੇ ਉੱਠ ਤੇ ਬਹਿ ਕੇ ਜੇ ਜਾਊਗਾ ਤੇ ਉਹ ਬੁਰੀ ਨਿਗਾਹ ਨਾਲ ਨਾ ਤਕਾਵੇ, ਜੀ, ਉਹਨੂੰ ਥੱਲੇ ਉਤਰ। ਤੇ ਸਵਾਰੀ ਦੇ ਵਿੱਚ, ਸਵਾਰੀ ਤੋਂ ਪਿੰਡ ਦੀ ਰਿਸਪੈਕਟ ਵਾਸਤੇ, ਇਕੱਲੇ ਠਾਕਰ ਦੀ ਰਿਸਪੈਕਟ ਨਹੀਂ, ਸਾਰੇ ਪਿੰਡ ਦੀ ਰਿਸਪੈਕਟ ਵਾਸਤੇ ਸਵਾਰੀ ਦੇ ਉੱਤੋਂ ਉਤਾਰ ਕੇ ਤੇ ਨੰਗਾਉਂਦੇ ਸੀ ਕਿ ਵੀ ਪਿੰਡ ਪਾਰ ਕਰ ਜਾ। ਜੀ, ਜੀ। ਤੇ ਇੱਕ ਸੁਣਿਆ ਜੀ ਕਿ ਜਦੋਂ ਠਾਕਰ ਸਾਹਿਬ ਫਿਰੋਜ਼ਪੁਰ ਨੂੰ ਜਾਂਦੇ ਸੀ ਤੇ ਜਿਹੜਾ ਸਟੇਸ਼ਨ ਪੈਂਦਾ ਜੀਵਾ ਰਾਈ, ਹਾਂਜੀ, ਸਾਡੇ ਸੁਣਨ ਦੇ ਵਿੱਚ ਆਇਆ ਕਿ ਜਦੋਂ ਠਾਕਰ ਸਾਹਿਬ ਦੇ ਗਰਦ ਜਾਂਦੀ ਸੀ, ਘੋੜੇ ਜਾਂਦੇ ਸੀ, ਕਾਫਲਾ ਜਾਂਦਾ ਸੀ ਤੇ ਰੇਲ ਜਿਹੜੀ ਉਹਨਾਂ 'ਚ ਰੁਕੀ ਰਹਿੰਦੀ ਸੀ ਜਿੰਨਾ ਚਿਰ ਠਾਕਰ ਸਾਹਿਬ ਨਹੀਂ ਬੈਠ ਜਾਂਦੇ ਸੀ ਵਿੱਚ। ਇਹ ਐਂ ਜੀ ਕਿ ਵੀ ਠਾਕੁਰ ਅਰਜਨ ਸਿੰਘ ਜੀ ਆਨਰੀ ਮੈਜਿਸਟ੍ਰੇਟ ਸੀਗੇ ਜੀ, ਤੇ 47 ਤੋਂ ਬਾਅਦ ਵੀ ਉਹ ਮੈਜਿਸਟ੍ਰੇਟ ਰਹੇ ਜੀ। ਤੇ ਉਹਨਾਂ ਦੀ ਰਿਸਪੈਕਟ ਦੇ ਵਿੱਚ ਜਿਹੜਾ ਹੈਗਾ ਟ੍ਰੇਨ ਰੁਕਦੀ ਸੀਗੀ। ਜੀ, ਵੈਸੇ ਉਹ ਪੰਕਚੁਅਲ ਬਹੁਤ ਸੀਗੇ ਜੀ, ਅਰਜਨ ਸਿੰਘ ਜੀ, ਜਿੱਥੇ ਵੀ ਜਾਣਾ ਉਹਨਾਂ ਨੇ 5 ਮਿੰਟ ਪਹਿਲਾਂ ਪਹੁੰਚਣਾ। ਜੀ, ਤੇ ਕਦੇ ਮਤਲਬ 100 ਵਾਰੀ 'ਚ ਇੱਕ ਵਾਰੀ ਅਗਰ ਲੇਟ ਹੋ ਜਾਂਦੇ ਸੀਗੇ ਤੇ ਗਾਰਡ ਤੇ ਜਿਹੜਾ ਇੰਜਨ ਦਾ ਡਰਾਈਵਰ ਹੈ ਉਹ ਗੱਡੀ ਰੋਕੀ ਰੱਖਦਾ ਸੀ ਕਿ ਵੀ ਠਾਕਰ ਸਾਹਿਬ ਆ ਰਹੇ, ਕਿਉਂ ਘੋੜਾ ਇੱਕ ਤਾਂ ਜਾਂਦਾ ਨਹੀਂ ਸੀ, ਘੋੜੇ 5-10 ਜਾਂਦੇ ਸੀ। ਤੇ ਹੁਣ ਤੁਹਾਨੂੰ ਇੱਕ ਹੋਰ ਮੈਂ ਗੱਲ ਇਹਦੀ ਦੱਸ ਦਿਆਂ ਕਿ ਵੀ ਘੋੜੇ ਜਿਹੜੇ ਹੈਗੇ ਆ ਉਹ ਠਠੇਰੇ ਵਾਲੀ ਬੱਜੇ ਜਾਂਦੇ ਸੀ। ਠਠੇਰੇ ਵਾਲੀ? ਹਾਂ, ਮੋਹਰੀ ਰਾਮ ਦੇ ਘਰੇ, ਠਠੇਰਾ ਪਿੰਡ ਦੇ ਵਿੱਚ। ਠਠੇਰਾ ਪਿੰਡ 'ਚ ਮੋਹਰੀ ਰਾਮ ਕਮੋਰ ਸੀ, ਉਹ ਉਹਨਾਂ ਘੋੜਿਆਂ ਨੂੰ ਸੰਭਾਲਦੇ ਸੀ। ਉਹ ਜਿਹੜੇ ਨਾਲ ਬੰਦੇ ਜਾਂਦੇ ਸੀ ਉੱਥੇ ਹੀ ਬਹਿ ਜਾਂਦੇ, ਜਿਨ੍ਹਾਂ ਨੂੰ ਠਾਕਰ ਸਾਹਿਬ ਨੇ ਨਾਲ ਲੈ ਕੇ ਜਾਣਾ ਉਹ ਟ੍ਰੇਨ 'ਚ ਚਲੇ ਜਾਂਦੇ ਸੀ ਫਿਰੋਜ਼ਪੁਰ, ਤੇ ਜਿਹੜੇ ਇੱਥੇ ਰਹਿ ਗਏ ਉਹ ਮੋਹਰੀ ਰਾਮ ਦੇ ਘਰੇ ਇੱਥੇ ਰਹਿੰਦੇ ਸੀ। ਤੇ ਮੋਹਰੀ ਰਾਮ ਅੱਜ ਵੀ ਇਸ ਘਰ ਨਾਲ ਪੂਰਾ ਉਹਨਾਂ ਦਾ ਸਾਡਾ ਲਿਹਾਜ਼ ਹੈਗਾ। ਇਹ ਦੇਖੋ, ਇਹ ਤੁਹਾਡਾ ਪਿਆਰ ਸੀ ਉਸ ਟਾਈਮ ਤੇ ਜਿਹੜਾ ਅੱਜ ਦੇ ਦੁਨੀਆ ਦੇ ਵਿੱਚ ਪਿਆਰ ਹੈ, ਇਹਦੇ ਵਿੱਚ ਤੁਸੀਂ ਕੀ ਇਸ ਨੂੰ ਕਿਹਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਜਿਹੜਾ ਅੱਜ ਪਿਆਰ ਘਟ ਚੁੱਕਿਆ? ਉਸ ਟਾਈਮ ਤੇ ਇੰਨਾ ਪਿਆਰ ਸੀ, ਅੱਜ ਤਾਂ ਜੇਕਰ ਕੋਈ 2 ਦਿਨ ਪ੍ਰਾਹੁਣਾ ਘਰੇ ਰਹਿ ਜੇ ਤੇ ਉਹਨੂੰ ਵੀ ਸੰਭਾਲਣਾ ਮੁਸ਼ਕਲ ਹੋ ਜਾਂਦਾ। ਤੇ ਆਪ ਜੀ ਕਹਿ ਰਹੇ ਹੋ ਕਿ ਇੰਨੇ ਘੋੜੇ ਹੁੰਦੇ ਸੀ, ਨਾਲ ਇਹਨਾਂ ਦੇ ਘੋੜੇ ਦੇ ਚਾਲਕ ਹੁੰਦੇ ਸੀ, ਉਹਨਾਂ ਦਾ ਚਾਰੇ ਦਾ ਇੰਤਜ਼ਾਮ, ਬੰਦਿਆਂ ਦਾ ਖਾਣ ਪੀਣ ਦਾ ਇੰਤਜ਼ਾਮ ਕਰਦੇ ਸੀ। ਉਹ ਪਿਆਰ ਤੇ ਅੱਜ ਦਾ ਪਿਆਰ, ਇਹਨੂੰ ਪਾਸੇ ਹਟਾਉਣ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਕਿਹਦੀ ਹੈ? ਅੱਜ ਇਹ ਸਾਰਾ ਰਾਜਨੀਤੀ ਹੈ ਜੀ। ਜੀ, ਰਾਜਨੀਤਿਕ ਬੰਦਿਆਂ ਨੇ ਉਂਗਲ ਨੂੰ ਉਂਗਲ ਨਾਲ ਲੜਾਤਾ। ਜੀ, ਆਪਾਂ ਤਾਂ ਹੱਥ ਕਹਿੰਦੇ ਨਾ, ਜੀ, ਮੈਂ ਉਂਗਲ ਨਾਲ ਉਂਗਲ ਕਹਿੰਦਾ ਜੀ, ਕਵੀ ਮੈਂ ਹੈਗਾ, ਜੀ, ਅਸੀਂ 6 ਭਰਾ ਹੈ ਜੀ, ਤੇ ਅਸੀਂ 6 ਹੀ ਪਾਟੇ ਵੇ, ਐਂ ਸਮਝ ਲਓ। ਜੀ, ਕੋਈ ਕਿਸੇ ਪਾਸੇ ਹੈ, ਕੋਈ ਕਿਸੇ। ਤੇ ਪਹਿਲਾਂ ਇਹ ਸੀਗਾ
ਕਿ ਵੀ ਜਿਹੜਾ ਰਾਏ ਕਰ ਲਈ ਛੀਆਂ ਭਰਾਵਾਂ ਨੇ ਜੀ ਉਹ ਅਟੱਲ ਹੈ। ਜੀ ਤੇ ਫਿਰ ਉਦੋਂ ਉੱਤੇ ਆ ਜਾਓ ਕਿ ਵੀ ਠੁਲੇ ਆ ਜਾਓ। ਜੀ ਠੁਲੇ ਸਮਝਦੇ ਆ ਨਾ ਤੁਸੀਂ? ਜੀ ਥੋੜਾ ਥੱਲੇ ਨਹੀਂ, ਠੁਲੇ ਕਹਿੰਦੇ ਆ ਕਿ ਵੀ ਜਿਵੇਂ ਬਰਾੜਾ, ਬਰਾੜ, ਜੀ ਬਰਾੜਾਂ 'ਚ ਜਿਹੜਾ ਪਿੰਡ ਦਾ ਵੱਡਾ ਬਰਾੜ ਦਾ ਘਰ ਹੈ ਜੀ ਉਹ ਠੁਲੇ ਦਾ ਮੇਨ ਹੈ। ਜੀ ਉਹ ਬਰਾੜ ਠੁਲਾ ਆ ਗਿਆ। ਜੀ ਧਾਰੀਵਾਲ ਆ ਗਏ, ਜੀ ਜਿਵੇਂ ਤੁਹਾਡੇ ਹੇਰ ਆ ਗਏ, ਜੀ ਦੁਸਾਂਝ ਆ ਗਏ। ਜੀ ਇਹ ਠੁਲੇ ਵੱਜਦੇ ਸੀਗੇ ਜੀ ਉਸ ਟਾਈਮ 'ਚ। ਜੀ ਇਹਨਾਂ ਦੇ ਜਿਹੜੇ ਵੱਡੇ ਸੀ ਜੀ ਉਹ ਫਿਰ ਜਿਹੜਾ ਫੈਸਲਾ ਦੇ ਦਿੰਦੇ ਸੀ ਜੀ। ਉਹ ਥੱਲੇ ਵਾਲਿਆਂ ਨੂੰ ਕਬੂਲ ਕਰਨਾ ਪੈਂਦਾ ਸੀ। ਫਿਰ ਉਸ ਤੋਂ ਅੱਗੇ ਮਤਲਬ ਠਾਕਰ ਸਾਹਿਬ ਆਉਂਦੇ ਸੀ ਜੀ ਵੀ ਉੱਥੇ ਫੈਸਲਾ ਨਹੀਂ ਹੋਇਆ ਤਾਂ ਚਲੋ ਠਾਕਰ ਸਾਹਿਬ ਕੋਲੇ ਚੱਲਦੇ। ਜਿਸ ਤਰ੍ਹਾਂ ਅੱਜ ਕੱਲ੍ਹ ਜੇ ਛੋਟੀ ਇੱਕ ਪੰਚਾਇਤ ਕੋਲ ਨਹੀਂ ਆਇਆ ਤਾਂ ਥਾਣੇ ਚਲੇ ਜਾਓ, ਗਾਂ ਚਲੇ ਜਾਓ, ਇਸ ਤਰ੍ਹਾਂ ਹੀ ਸੀ। ਤੇ ਇੱਕ ਨਹੀਂ ਇਹ ਇਸ ਤਰ੍ਹਾਂ ਨਹੀਂ ਗਾ ਜੀ। ਜੀ ਅੱਜ ਕੱਲ੍ਹ ਦਾ ਮੈਂ ਤੁਹਾਨੂੰ ਸੁਣਾਉਣਾ। ਜੀ ਇੱਕ ਜੱਟ ਮੱਝ ਲਈ ਜਾਂਦਾ ਸੀ ਜੀ ਤੇ ਉਹਨੂੰ ਰਾਤ ਪੈ ਗਈ ਸੋਨਗੜ੍ਹ 'ਚ, ਐਂ ਸਮਝ ਲਓ ਤੁਸੀਂ। ਮੈਂ ਇੱਥੇ ਹੀ ਸੁਣਾਉਣਾ। ਜੀ ਉਹ ਕਿਸੇ ਜੱਟ ਦੇ ਘਰੇ ਰਾਤ ਕੱਟਣ ਨੂੰ ਰਹਿ ਗਿਆ। ਜੀ ਉੱਥੇ ਮੱਝ ਸੂ ਪੀ, ਜੀ ਉਹਨੇ ਕੱਟੀ ਦੇਤੀ। ਜੀ ਤੇ ਸਵੇਰੇ ਜਦੋਂ ਤੁਰਨ ਲੱਗਿਆ ਤੇ ਜਿਹੜੇ ਘਰ ਦੇ ਵਿੱਚ ਕੱਟੀ ਦਿੱਤੀ ਆ, ਜੀ ਉਹ ਘਰ ਵਾਲਾ ਕਹਿਣ ਲੱਗਾ ਵੀ ਕੱਟੀ ਇੱਥੇ ਹੀ ਛੱਡ ਦੇ ਤੇ ਮੱਝ ਲੈ ਜਾ। ਜੀ ਠੀਕ। ਜੀ ਉਹ ਕਹਿੰਦਾ ਯਾਰ ਹੱਦ ਕਰਤੇ, ਮੇਰੀ ਮੱਝ ਰਾਤ ਸੂਈ ਆ, ਮੈਂ ਸੂਣ ਵਾਲੀ ਮੱਝ ਲਿਆਇਆ। ਕਹਿੰਦਾ ਨਾ ਭਾਈ, ਉਹਨੇ ਪੰਚਾਇਤ ਇਕੱਠੀ ਕਰ ਲਈ, ਜੀ ਸਰਪੰਚ ਲਿਆ, 2-3 ਮੈਂਬਰ ਲਿਆ। ਕਹਿੰਦਾ ਜੀ ਸਾਡਾ ਫੈਸਲਾ ਕਰਾਓ, ਮੇਰੀ ਮੱਝ ਨੇ ਕੱਟੀ ਦਿੱਤੀ ਹੈ ਤੇ ਮੈਂ ਜਾਵਾਂ। ਉਹ ਸਰਪੰਚ ਕਹਿਣ ਲੱਗਾ ਕਿ ਵੀ ਗੱਲ ਤਾਂ ਇਹਦੀ ਸਹੀ ਹੈ, ਵੀ ਕੱਟੀ ਤਾਂ ਇਹਦੀ ਹੈਗੀ ਆ। ਪਾਸੇ ਹੋ ਕੇ ਮੈਂਬਰ ਤੇ ਸਰਪੰਚ ਗੱਲ ਕਰਦੇ ਆ। ਇੱਕ ਮੈਂਬਰ ਵਿੱਚੋਂ ਬੋਲਿਆ, ਕਹਿੰਦਾ ਜੀ ਆਪਾਂ ਨੂੰ ਤਾਂ ਇਹਨਾਂ ਨੇ ਤਾਂ ਵੋਟਾਂ ਦੇਣੀਆਂ ਜੀ ਤੇ ਉਹ ਮੱਝ ਵਾਲੇ ਨੇ ਆਪਾਂ ਨੂੰ ਕੀ ਦੇਣਾ, ਤੇ ਇਸ ਕਰਕੇ ਕੱਟੀ ਇੱਥੇ ਹੀ ਰੱਖੋ ਤੇ ਮੱਝ ਇਹਨੂੰ ਦੇ ਦਿਓ। ਜੀ ਤੇ ਉਹਨੇ ਕਿਹਾ ਫੈਸਲੇ 'ਚ ਆ ਕੇ ਕਿ ਭਾਈ ਕੱਟੀ ਤਾਂ ਇਹਦੀ ਹੈਗੀ, ਇੱਥੇ ਜੰਮੀ ਆ ਤੇ ਤੂੰ ਆਪਦੀ ਮੱਝ ਲੈ ਜਾ। ਜੀ ਤੇ ਅੱਜ ਦਾ ਫੈਸਲਾ ਤਾਂ ਇਹ ਹੈਗਾ। ਇਹ ਹੈ। ਤੇ ਅੱਗੇ ਜਿਹੜਾ ਫੈਸਲਾ ਹੁੰਦਾ ਸੀ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਸੀ ਪਾਣੀ ਹੁੰਦਾ ਸੀ ਤੇ ਕੋਈ ਬੁਰਾ ਨਹੀਂ ਮਨਾਉਂਦਾ ਸੀ। ਹੁਣ ਇਹ ਹੈਗਾ ਕਿ ਵੀ ਤੁਸੀਂ ਜਿਹਦੇ ਹੱਕ 'ਚ ਫੈਸਲਾ ਦੇਤਾ ਜੀ ਤੇ ਜਿਹਦੇ ਹੱਕ 'ਚ ਨਹੀਂ ਦਿੱਤਾ ਉਹ ਨਾਰਾਜ਼ ਹੈ, ਜੀ ਤੇ ਜਿਹਦੇ ਹੱਕ 'ਚ ਦਿੱਤਾ ਉਹ ਬਾਗੋ ਬਾਗ। ਇੱਕ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਪਬਲਿਕ ਦੇ ਵਿੱਚ, ਪਿੰਡ ਦੇ ਵਿੱਚ, ਇਸ ਏਰੀਏ ਦੇ ਵਿੱਚ ਦੋ ਗੱਲਾਂ ਸਾਹਮਣੇ ਆਉਂਦੀਆਂ। ਇੱਕ ਤਾਂ ਠਾਕਰ ਸਾਹਿਬ ਦੇ ਉੱਤੇ ਐਲੀਗੇਸ਼ਨ ਲੋਕ ਲਾਉਂਦੇ ਆ ਕਿ ਇੱਕ ਕਾਲਜ ਬਣ ਰਿਹਾ ਸੀ ਤੇ ਇੱਕ ਰੇਲਵੇ ਲਾਈਨ ਨਿਕਲ ਰਹੀ ਸੀ। ਇਹ ਅਸੀਂ ਵੀ ਬੜੇ ਚਿਰ ਤੋਂ ਸੁਣਦੇ ਆ ਰਹੇ ਹਾਂ ਇਸ ਏਰੀਏ ਦੇ ਵਿੱਚੋਂ ਕਿ ਇਹ ਠਾਕਰ ਸਾਹਿਬ ਨੇ ਨਹੀਂ ਨਿਕਲਣ ਦਿੱਤਾ। ਇਹ ਕੀ ਗੱਲ ਸਹੀ ਸੀ ਜਾਂ ਝੂਠ ਸੀ? ਇਹ ਬਿਲਕੁਲ ਗਲਤ ਹੈ ਜੀ। ਜੀ ਪਹਿਲਾਂ ਉਸ ਬੰਦੇ ਨੂੰ ਇਹ ਪੁੱਛੋ ਵੀ ਕਿਹੜਾ ਠਾਕਰ ਸੀ। ਜੀ ਠਾਕਰ ਮਾਧੋ ਸਿੰਘ ਸੀ, ਠਾਕਰ ਸੋਹਣ ਸਿੰਘ ਸੀ ਜਾਂ ਠਾਕਰ ਅਰਜੁਨ ਸਿੰਘ ਸੀ। ਜੀ ਜੀ ਹੁਣ ਮੈਂ ਤੁਹਾਨੂੰ ਉਹ ਵੀ ਵਹਿਮ ਕੱਢ ਦੇਣਾ। ਜੀ ਦੇਖੋ ਜੀ, ਠਾਕਰ ਮਾਧੋ ਸਿੰਘ ਜੀ 1895 'ਚ ਜੰਮੇ ਜੀ ਤੇ ਰੇਲਵੇ ਲਾਈਨ ਆ ਗਈ ਆ 1901 'ਚ। ਉਹਨਾਂ ਦੇ ਪੈਦਾ ਹੋਣ ਤੋਂ 6 ਸਾਲ ਬਾਅਦ 5 ਸਾਲ, ਹਾਂ 6 ਸਾਲ ਬਾਅਦ, ਜੀ 6 ਸਾਲ ਬਾਅਦ ਲਾਈਨ ਆ ਗਈ। ਤੇ ਠਾਕਰ ਸਾਹਿਬ ਨੇ ਲਾਈਨ ਇੱਥੋਂ ਸੋਹਣੀ ਕਿਵੇਂ ਘਲਤੀ। ਜੀ ਠੀਕ ਹੈ ਜੀ। ਤੇ ਇਹ 99 ਸਾਲ ਦੇ ਪਟੇ ਤੇ ਹੈ। ਜੀ ਇਹ ਰੇਲਵੇ ਲਾਈਨ ਖਤਮ ਹੋ ਚੁੱਕੀ ਹੈ ਜੀ ਹੁਣ। ਤੇ ਜਿਨ੍ਹਾਂ ਨੂੰ ਪਤਾ ਉਹ ਮੁਆਵਜ਼ੇ ਚੱਕੀ ਵੀ ਜਾਂਦੇ, ਇਹਦੇ ਜੀ ਲਈ ਜਾਂਦੇ ਆ। ਜਿਨ੍ਹਾਂ ਦੇ ਪਿੰਡ ਹੈਗੇ, ਜਿਵੇਂ ਗੁਰੂ ਹੈਗੇ ਉਹਨਾਂ ਦੇ ਪਿੰਡ ਹੈ, ਜੰਮੂ ਕਸ਼ਮੀਰ ਵਾਲੇ ਉਹਨਾਂ ਨੇ ਵੀ ਕੇਸ ਪਾਇਆ ਵਾ, ਇਹਨਾਂ ਨੇ ਵੀ ਕੇਸ ਪਾਇਆ ਵਾ, ਇਹ ਮੁਆਵਜ਼ੇ ਚੱਕ। ਇਹ ਬਲਵਿੰਦਰ ਜੀ ਰੇਲਵੇ ਲਾਈਨ ਕਢਾਈ ਸੀ ਮਮਦੋਟ ਨਵਾਬ ਨੇ। ਜੀ ਉਹਦੇ 80 ਪਿੰਡ ਇੱਧਰ ਪੈਂਦੇ ਸੀਗੇ ਤੇ ਮਮਦੋਟ ਵਾਲੇ ਨਵਾਬ ਦੇ। ਮਮਦੋਟ ਨਵਾਬ ਦੇ ਮੁਸਲਮਾਨੀ ਪਿੰਡ 80 ਇੱਧਰ ਸੀਗੇ ਜੀ ਤੇ 40 ਪਿੰਡ ਉਹਦੇ ਹੈਗੇ ਆ ਕਸੂਰ ਦੇ ਇਲਾਕੇ 'ਚ, ਜੀ ਸਤਲੁਜ ਦੇ ਪਰਲੇ ਪਾਸੇ। ਜੀ ਕਸੂਰ ਫਿਰੋਜ਼ਪੁਰ ਤੋਂ ਪੈਂਦਾ 6 ਮੀਲ ਜੀ ਤੇ ਮਮਦੋਟ ਪੈਂਦਾ ਮੇਰੇ ਖਿਆਲ 18 ਕਿਲੋਮੀਟਰ। ਜੀ ਇਹ ਮਮਦੋਟ ਐਟ ਪ੍ਰੈਜ਼ੈਂਟ ਉਹਦੀ ਗੜੀ ਜਿਹੜੀ ਹੈ BSF ਦੇ ਕੋਲੇ ਹੈ। ਜੀ ਇਹ ਪਿੰਡ 'ਚ ਖੁੰਡਾਂ ਤੇ ਬੈਠ ਕੇ ਤੇ ਐਵੇਂ ਮਨੋ ਗੱਲਾਂ ਫੀਮ ਖਾ ਲਈ ਤੇ ਗੱਪ ਛੱਡਤੀ ਵੀ ਠਾਕਰਾਂ ਨੇ ਇੱਥੇ ਲੀਹ ਨਹੀਂ ਆਉਣ ਦਿੱਤੀ। ਠਾਕਰ ਕਿਉਂ ਨਹੀਂ ਲੀਹ ਆਉਣ ਦੇਣਗੇ? ਠਾਕਰ ਇੱਥੇ ਨਹਿਰ ਲਿਆਉਣ ਨੂੰ, ਕੋਈ ਨਹਿਰ ਆ ਜਾਏ ਤੇ ਅਸੀਂ ਸਭ ਜੋ ਜੀਏ। ਠਾਕਰਾਂ ਦੀ ਤਾਂ ਸੋਚ ਹੀ ਹੋਰ ਸੀਗੀ। ਜੇ ਹਸਪੀਟਲ ਆ ਸਕਦਾ ਇੱਥੇ ਤੇ ਆਪਣੇ ਕੀ ਨਾ 8 ਕਿਲੋਮੀਟਰ ਜਾਂ 10 ਕਿਲੋਮੀਟਰ ਹੈਗਾ ਜੀਵਾਂ ਰਾਹੀਂ ਆਪਣੇ
ਰੇਲਵੇ ਲਾਈਨ ਕਿਉਂ ਨਹੀਂ ਆ ਸਕੇ। ਉਦੋਂ ਪਹਿਲਾਂ ਸੁਣ ਲਓ ਜੀ ਕਵੀ 1883 ਦੇ ਵਿੱਚ ਸੋਹਣ ਸਿੰਘ ਜੀ ਨੇ ਇਹ ਪਿੰਡ ਖਰੀਦਿਆ ਜੀ ਤੇ ਸੋਹਣ ਸਿੰਘ ਜੀ ਦੀ ਇੱਥੇ ਇੰਨੀ ਚੌਧਰ ਕਿੱਥੇ ਸੀਗੀ ਜੀ ਕਵੀ 7 ਸਾਲ ਇੱਥੋਂ ਲੀਹ ਭਜਾਤੀ ਉਹਨਾਂ ਨੇ। ਜੀ 7 ਸਾਲ ਹੀ ਹੋਏ ਆ ਨਾ ਲੀਹ ਬਣ ਨੂੰ, ਮਤਲਬ 10 ਸਾਲ ਲੱਗੇ ਆ। ਜੀ ਲੀਹ ਐਵੇਂ ਥੋੜੀ ਬਣ ਗਈ ਹੈ, ਅੱਜ ਕੱਲ ਬਣ ਜਾਂਦੀ ਹੈ ਜੀ। ਲੀਹ। ਉਸ ਵੇਲੇ ਤਾਂ ਭੈਂਚੋ ਖੋਤਿਆਂ ਤੇ ਤਾਂ ਗਿੱਟੀਆਂ ਜਾਂਦੀਆਂ ਸੀ ਜੀ ਹੈਂ ਤੇ ਲਾਈਨਾਂ ਪਤਾ ਨਹੀਂ ਉੱਠਾਂ ਤੇ ਆਈਆਂ ਹੈ ਕਿ ਵੀ ਬਲਦਾਂ ਗੱਡੀਆਂ ਤੇ ਆਈਆਂ, ਫਿਰ ਲੈਣ ਵਿਛੀ ਹੈ ਜੀ ਤੇ ਲੈਣ ਸਿਰਫ ਫਾਜ਼ਿਲਕਾ ਤੱਕ ਹੀ ਸੀ। ਜੀ ਉਧਰ ਫਜ਼ਲ ਖਾਂ ਸੀਗਾ, ਜੀ ਫਜ਼ਲ ਖਾਂ ਬੰਗਲਾ ਵੱਜਦਾ ਸੀ, ਜੀ ਫਜ਼ਲ ਖਾਂ ਦਾ ਬੰਗਲਾ। ਜੀ ਫਜ਼ਲ ਖਾਂ ਮੁਸਲਮਾਨ ਤਕੜਾ ਸੀ ਤੇ ਇੱਧਰ ਆਪਣੇ ਤੁਹਾਡੇ ਮਮਦੋਟ ਨਵਾਬ ਤਕੜਾ ਸੀ। ਜੀ ਇਹਨਾਂ ਨੇ ਰਲ ਕੇ ਅੰਗਰੇਜ਼ਾਂ ਦੇ ਮਮਦੋਟ ਨਵਾਬ ਦੀ ਚੌਧਰ ਬਹੁਤ ਜ਼ਿਆਦਾ ਚੱਲਦੀ ਸੀ ਇਸ ਏਰੀਏ 'ਚ। ਜਲਾਲਾਬਾਦ ਦੇ ਵਿੱਚ ਉਹਦੀ ਕਚਹਿਰੀ ਸੀਗੀ ਜੀ ਜਿਹੜੀ ਐਟ ਪ੍ਰੈਜ਼ੈਂਟ ਐਸਡੀਐਮ ਕੋਰਟ ਬਣ ਗਈ ਆ। ਜੀ ਇਹ ਹੁਣ ਇਹਨਾਂ ਨੇ ਇਹ ਵੀ ਨਹੀਂ ਵੇਖੀ ਹੋਣੀ, ਉਹਦਾ ਵੀ ਇਤਿਹਾਸ ਇਹਨਾਂ ਨੂੰ ਨਹੀਂ ਪਤਾ ਕਿ ਵੀ ਕੀ ਹੈਗਾ ਇਹ, ਜੀ ਵੀ ਆ ਕਚਹਿਰੀ ਕਿਹਦੀ ਹੈ ਅਸਲ 'ਚ। ਜੀ ਇਹਨਾਂ ਨੇ ਤਾਂ ਵੇਖਿਆ ਕਿ ਵੀ ਹਾਂਜੀ ਇਹ ਕਚਹਿਰੀ ਹੈਗੀ ਆ, ਇਹ ਮਮਦੋਟ ਨਵਾਬ ਦੀ ਕਚਹਿਰੀ ਆ। ਇੱਥੇ ਉਹਦੀ ਕਚਹਿਰੀ ਲੱਗਦੀ ਸੀ, ਇੱਥੇ ਸਜ਼ਾ ਵੀ ਦਿੰਦਾ ਸੀ ਉਹ ਜੀ ਤੇ ਬਰੀ ਵੀ ਹੁੰਦੇ ਸੀਗੇ। ਉਹਨੂੰ ਕੋਰਟ ਦੀ ਪਾਵਰ ਸੀਗੀ, ਜੀ ਸਾਡੇ ਕੋਲੇ ਕੋਈ ਕੋਰਟ ਦੀ ਪਾਵਰ ਨਹੀਂ ਸੀ। ਜੀ ਅਸੀਂ ਨਾ ਕਿਸੇ ਨੂੰ ਸਜ਼ਾ ਦੇ ਸਕਦੇ ਸੀ। ਜੀ ਪੰਚਾਇਤੀ ਫੈਸਲੇ ਜ਼ਰੂਰ ਸੋਨਗੜ੍ਹ ਦੇ ਵਿੱਚ ਹੁੰਦੇ ਸੀ, ਜੀ ਨੇੜੇ ਤੇੜੇ ਦੇ ਪਿੰਡਾਂ ਦੇ ਵੀ ਹੁੰਦੇ ਸੀ। ਜੀ ਤੇ ਠਾਕਰ ਸਾਹਿਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਸੀ। ਇਸੇ ਕਰਕੇ ਇਸ ਜਗ੍ਹਾ ਨੂੰ ਕੋਟ ਕਿਹਾ ਜਾਂਦਾ ਸੀ ਜੀ, ਇਸੇ ਕਰਕੇ ਇਹਨੂੰ ਕੋਟ ਕਿਹਾ ਜਾਂਦਾ। ਕਿਉਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਠਾਕਰ ਸਾਹਿਬ ਕਰਦੇ ਸੀ। ਹੁਣ ਮੈਂ ਤੁਹਾਨੂੰ ਸਕੂਲ ਦੀ ਸੁਣਾ ਦਿਆਂ। ਕਵੀ ਸਕੂਲ ਜਿਹੜਾ ਹੈਗਾ ਇਹ ਬਾਬਾ ਕਿਸ਼ਨ ਦਾਸ ਇੱਥੇ ਆਇਆ ਸੀ ਇੱਕ। ਜੀ ਬਾਬਾ ਕਿਸ਼ਨ ਦਾਸ ਨੂੰ 2 ਕਨਾਲਾਂ ਥਾਂ ਦਿੱਤੀ ਸੀ ਠਾਕਰ ਮਾਧੋ ਸਿੰਘ ਜੀ ਨੇ ਉਹ ਕੁਟੀਆ ਬਣਾਉਣ ਵਾਸਤੇ। ਜੀ ਉਹ ਖਰਚਾ ਠਾਕਰ ਸਾਹਿਬ ਨੇ ਹੀ ਦਿੱਤਾ ਸੀ ਜੀ ਵੀ ਇੱਥੇ ਕੁਟੀਆ ਬਣਾ ਤੇ ਇੱਥੇ ਰਹਿ। ਜੀ ਉਹਨੇ ਫਿਰ ਸਲਾਹ ਦਿੱਤੀ ਠਾਕਰ ਸਾਹਿਬ ਨੂੰ ਜੀ ਕਿ ਵੀ ਮੈਂ ਜੀ ਸਕੂਲ ਬਣਾਉਣਾ ਚਾਹੁੰਦਾ ਜੀ 10ਵੀਂ ਤੱਕ। ਜੀ ਤੇ ਉਹ ਠਾਕਰ ਸਾਹਿਬ ਨੇ ਕਿਹਾ ਵੀ ਮੈਂ ਤੁਹਾਨੂੰ ਥਾਂ ਦੇ ਦੂੰਗਾ। ਜੀ ਤੇ ਠਾਕਰ ਸਾਹਿਬ ਨੇ ਥਾਂ ਮੇਰੇ ਖਿਆਲ ਦਿੱਤੀ ਸੀ ਜਵਾਰੇ ਵਾਲੇ ਦੀ ਹੱਦ ਤੇ। ਜੀ ਉੱਥੇ ਉਹਨੇ ਖੂਹੀ ਬਣਾਈ ਪਹਿਲਾਂ। ਜੀ ਖੂਹੀ ਬਣਾਉਣ ਤੋਂ ਬਾਅਦ ਉਹਨੇ ਫਿਰ ਨੀਹਾਂ ਭਰੀਆਂ। ਜੀ 2.5 ਫੁੱਟ ਬਿਲਡਿੰਗ ਖੜੀ ਹੋ ਗਈ ਜੀ ਜੋ ਵੀ ਉਹਨੇ ਬਣਾਈ। ਉੱਥੇ ਕੋਈ ਆਪਣੇ ਪਿੰਡ ਦੇ ਜ਼ਿਮੀਂਦਾਰ ਨੂੰ ਉਹ ਤੀਜੀ ਵੰਡਾਈ ਤੇ ਪੈਲੀ ਠਾਕਰ ਸਾਹਿਬ ਦਿੰਦੇ ਹੁੰਦੇ ਸੀ। ਜੀ ਉਹ ਉਹਨੂੰ ਜੱਟ ਤੰਗ ਕਰਨ ਲੱਗ ਗਿਆ ਜੀ ਕਿ ਵੀ ਬਾਬਾ ਜੀ ਇਹ ਜ਼ਮੀਨ ਛੱਡੋ, ਇਹ ਤਾਂ ਮੇਰੀ ਹੈਗੀ ਹੈ ਤੇ ਤੁਸੀਂ ਠਾਕਰ ਸਾਹਿਬ ਤੋਂ ਹੋਰ ਕਿਤੇ ਲਓ। ਜੀ ਉਹ ਹੁਣ ਬਾਬਾ ਜੀ ਦੀ ਤੇ ਉਹ ਜੱਟ ਦੀ ਲੜਾਈ, ਮੈਨੂੰ ਜੱਟ ਦਾ ਨਾਂ ਨਹੀਂ ਪਤਾ ਜੀ ਕਿਉਂ ਮੈਨੂੰ ਵੀ ਇੱਕ ਸਾਧੂ ਸੁਣਾ ਕੇ ਗਿਆ ਸੀ ਇਹ ਗੱਲ। ਜੀ ਉਹਨਾਂ ਦੀ ਲੜਾਈ ਹੋ ਗਈ। ਜੀ ਉਹ ਲੜਾਈ ਵੱਧਦੀ ਫਿਰ ਉਹਨੇ ਆ ਕੇ ਇੱਥੇ ਮਾਧੋ ਸਿੰਘ ਜੀ ਨੂੰ ਕਹਿਣ ਲੱਗਾ। ਮਾਧੋ ਸਿੰਘ ਜੀ ਨੇ ਕਿਹਾ ਵੀ ਮੈਂ ਕਰੂੰਗਾ ਫੈਸਲਾ, ਇੱਥੇ ਸੱਦਣ ਤੇ ਉਹ ਆਵੇ ਨਾ। ਜੀ ਐਂ ਕਰਦਿਆਂ ਇੱਕ ਦਿਨ ਬਾਹਲੀ ਤੂੰ ਮੈਂ ਹੋਈ ਜੀ ਉਹ ਬਾਬਾ ਕਿਸ਼ਨ ਦਾਸ ਜੀ ਦੀ ਤੇ ਉਸ ਤੇ ਜ਼ਿਮੀਂਦਾਰ ਉਹ ਜ਼ਿਮੀਂਦਾਰ ਦੀ। ਜੀ ਉਹ ਇੱਥੇ ਆ ਕੇ ਉਵੇਂ ਹੀ ਬਾਬਾ ਠਾਕਰ ਮਾਧੋ ਸਿੰਘ ਜੀ ਨਾਲ ਤਪਿਆ। ਜੀ ਤੇ ਇੱਥੇ ਠਾਕਰ ਮੰਗਲ ਸਿੰਘ ਜੀ ਤੇ ਰਾਮ ਰਤਨ ਸਿੰਘ ਹੇਰ ਜੀ ਇਹ ਉਹਦੇ ਕੋਲੇ ਬੈਠੇ ਸੀ। ਜੀ ਤੇ ਇਹਨਾਂ ਨੇ ਵੀ ਬਾਬੇ ਨੂੰ ਝਿੜਕਿਆ ਤੇ ਮਾਧੋ ਸਿੰਘ ਜੀ ਨੇ ਵੀ ਝਿੜਕਿਆ ਜੀ ਤੇ ਬਾਬਾ ਇੱਥੋਂ ਗੁੱਸੇ 'ਚ ਤੁਰ ਪਿਆ। ਜੀ ਇਹ ਰਾਮ ਰਤਨ ਤੇ ਮੰਗਲ ਸਿੰਘ ਜੀ ਨੇ ਜਾ ਕੇ ਉਹਦੀ ਕੁਟੀਆ ਦੇ ਵਿੱਚ ਜਿਹੜੇ ਬੂਟੇ ਬਾਟੇ ਲਾਏ ਹੋਏ ਸੀਗੇ, ਫੁਲਕਾਰੀ ਫੁਲਵਾੜੀ ਲਾਈ ਸੀਗੀ ਤੇ ਜਿਹੜੇ ਦਰਖਤ ਲਾਏ ਉਹ ਪੱਟ ਤੇ ਜੀ ਤੇ ਬਾਬੇ ਦਾ ਸਮਾਨ ਸਮੂਨ ਸਾਰਾ ਕਿਹਾ ਵੀ ਚੱਕ ਇੱਥੋਂ ਤੇ ਭੱਜ ਜਾ ਪੈਂਚ। ਜੀ ਬਾਬਾ ਉੱਥੇ ਗਿਆ ਨਹੀਂ ਸੀ, ਬਾਬੇ ਦਾ ਚੇਲਾ ਹੈਗਾ ਸੀ। ਜੀ ਬਾਬਾ ਇੱਥੋਂ ਪਿੰਡ ਚੋਂ ਆਪਦੇ ਮੰਗ ਕੇ ਤੇ ਜਦੋਂ ਗਜਾ ਕਰਕੇ ਉੱਥੇ ਜਦੋਂ ਗਿਆ ਜੀ ਤੇ ਗਾਂਹ ਵੇਖਿਆ ਤੇ ਉਹਨੇ ਸਾਰਾ ਕੁਝ ਖੱਲੇ ਰਿਹਾ ਪਿਆ। ਉਹਨੇ ਆਪਦਾ ਸਮਾਨ ਸਮੇਟਿਆ ਕਿ ਵੀ ਹੁਣ ਤਾਂ ਰਾਤ ਹੋਣ ਲੱਗੀ, ਆਪਾਂ ਸਵੇਰੇ ਚੇਲਾ ਇੱਥੋਂ ਚੱਲ ਪੈਣਾ। ਜੀ ਉੱਥੋਂ ਤੁਰ ਕੇ ਤੇ ਇੱਥੇ ਆ ਗਿਆ ਬਾਬਾ। ਜੀ ਤੇ ਠਾਕਰ ਮਾਧੋ ਸਿੰਘ ਜੀ ਨੂੰ ਕਿਹਾ ਕਿ ਜੀ ਉਹ ਸਕੂਲ ਪਿਆ, ਉਹ ਤੁਹਾਡੀ ਕੁਟੀਆ ਵਾਲੀ ਥਾਂ ਪਈ ਤੇ ਮੈਂ ਚੱਲਿਆ, ਆ ਮੇਰਾ ਸਮਾਨ ਹੈਗਾ ਤੇ ਮੈਂ ਨਹੀਂ ਇੱਥੇ ਰਹਿਣਾ, ਤੁਸੀਂ ਆਪੇ ਹੀ ਸਕੂਲ ਬਣਾ ਲਿਆ ਜੀ। ਤੇ ਵਿੱਚ ਰਾਮ ਰਤਨ ਸਿੰਘ ਨੇ ਤੇ ਮੰਗਲ ਸਿੰਘ ਜੀ ਨੇ ਉਹਨੂੰ ਕੋਈ ਮੰਦਾ ਚੰਗਾ ਬੋਲਿਆ ਤੇ ਫਿਰ ਉਹਨੇ ਸ਼ਰਾਪ ਦਿੱਤੇ ਕਿ ਵੀ ਠਾਕਰ
ਮਾਧੋ ਸਿੰਘ ਜੀ, ਅੱਜ ਤੁਸੀਂ ਇੱਕ ਸਾਧੂ ਨੂੰ ਬਹੁਤ ਨਾਰਾਜ਼ ਕੀਤਾ। ਜੀ ਤੁਹਾਡੀ ਅੱਜ ਤੋਂ ਬਾਅਦ ਇਸ ਹਵੇਲੀ 'ਚ ਅੱਲ ਨਹੀਂ ਚੱਲੂਗੀ। ਠਾਕਰ ਸਾਹਿਬ ਨੂੰ ਸ਼ਰਾਪ ਦੇ ਗਏ ਸ਼ਰਾਪ ਉਹਨੇ ਦਿੱਤਾ, ਜਿਹੜੇ ਸੰਤ ਕਿਸ਼ਨ ਦਾਸ ਜੀ। ਸੰਤ ਕਿਸ਼ਨ ਦਾਸ ਜੀ। ਜੀ ਮੰਗਲ ਸਿੰਘ ਜੀ ਨੂੰ ਸ਼ਰਾਪ ਦਿੱਤਾ ਵੀ ਤੁਹਾਨੂੰ ਕੋੜ ਹੋਊਗਾ। ਸ਼ਰਾਪ ਦੇ ਗਏ ਕਿ ਤੁਹਾਨੂੰ ਕੋੜ ਹੋਊਗਾ। ਕੋੜ ਹੋਊਗਾ। ਕੀ ਫਿਰ ਉਹ ਅੱਗੇ ਜਾ ਕੇ ਕੀ ਹੋਇਆ? ਕੋੜ ਹੋਇਆ ਉਹਨਾਂ ਦੇ। ਅੱਗੇ ਜਾ ਕੇ ਕੋੜ ਹੋਇਆ ਉਹਨਾਂ ਨੂੰ। ਕੋੜ ਹੋਇਆ, ਹਾਂਜੀ। ਕਿੰਨੇ ਚਿਰ ਬਾਅਦ? ਬੁਢਾਪੇ 'ਚ ਤਾਂ ਅਸੀਂ ਵੇਖਿਆ ਉਹਨਾਂ ਦੇ ਜੀ। ਖੁਰਕ ਤੁਸੀਂ ਸਾਰੇ ਖੁਦ ਸਿਰ- ਦੇਖਿਆ ਆਪਣੇ ਖੁਦ ਅੱਖਾਂ ਨਾਲ? ਦੇਖਿਆ, ਲੱਤਾਂ ਤੇ ਇੱਥੇ ਹੱਥਾਂ ਤੇ ਮੂੰਹ ਤੇ। ਜੀ ਤੇ ਰਾਮ ਰਤਨ ਨੂੰ ਦਿੱਤਾ ਕਿ ਵੀ ਤੇਰੀ ਔਲਾਦ ਤੈਨੂੰ ਮਾਰੂ। ਰਾਮ ਰਤਨ ਸੀ ਜਿਹੜੇ ਹੇਰ, ਹਾਂਜੀ। ਉਹਨਾਂ ਨੂੰ ਸ਼ਰਾਪ ਦਿੱਤਾ, ਤੂੰ ਤੇਰੀ ਔਲਾਦ ਨੂੰ ਮਾਰੇਗਾ। ਤੂੰ ਤੇ ਆਪਦੀ ਔਲਾਦ ਨੂੰ ਮਾਰੇਗਾ। ਹਾਂਜੀ। ਤੇ ਉਹ ਫਿਰ ਸੱਚ ਹੋਇਆ। ਉਹ ਸੱਚ ਹੋਇਆ, ਉਹਨਾਂ ਨੇ ਆਪਣੇ ਬੇਟੇ ਨੂੰ ਮਾਰਿਆ। ਮਾਰਿਆ ਜੀ। ਉਹਨਾਂ ਦਾ ਕੀ ਨਾਂ ਸੀ? ਜੰਗੀਰ ਸਿੰਘ। ਜਿਹੜਾ ਜੰਗੀਰ ਸਿੰਘ ਹੇਰ ਦਾ ਕਤਲ ਹੋਇਆ ਸੀ, ਸੋ ਉਹਦੇ ਪਿਓ ਨੇ ਹੀ ਉਹਦਾ ਕਤਲ ਕੀਤਾ ਸੀ। ਇਹ ਕਾਫੀ ਪੁਰਾਣੀ ਗੱਲ ਹੈ। ਇਹ ਜਿਹੜੀ ਗੱਲ ਹੈ ਨਾ, ਮੈਂ ਤੁਹਾਨੂੰ ਸੁਣਾ ਰਿਹਾ। ਜੀ ਜੀ ਇਹ ਇੱਥੇ ਕੋਈ ਆਪਣੇ ਪਿੰਡ ਦੇ 20 ਬੰਦਿਆਂ ਨੇ ਸੁਣੀ ਉਸ ਬਾਬੇ ਦੀ। ਉਹ ਕਹਿੰਦਾ ਜੀ ਮੈਂ ਇਹ ਸ਼ਰਾਬ ਜਿਹੜਾ ਹੈ ਇਹ 12 ਸਾਲ ਦਾ ਹੁੰਦਾ। ਜੀ ਮੈਂ 12 ਸਾਲ 'ਚ ਮਰ ਗਿਆ ਜੀ ਤੇ ਮੇਰਾ ਪੁਨਰ ਜਨਮ ਜਿਹੜਾ ਹੈਗਾ ਉਹ ਮਾਜਨਾ ਦੇ ਘਰੇ ਰਤੀਆ ਪਿੰਡ ਦੇ ਵਿੱਚ ਹੋਇਆ। ਨਹੀਂ, ਉਸ ਬਾਬੇ ਨੇ ਪੂਰਨ ਜਨਮ ਲੈ ਲਿਆ ਬਾਅਦ ਵਿੱਚ। ਪੁਨਰ ਜਨਮ ਕਿਸ਼ਨ ਦਾਸ ਜੀ ਨੇ। ਕਿਸ਼ਨ ਦਾਸ ਜੀ ਨੇ। ਤੇ ਤੁਹਾਨੂੰ ਮਿਲਣ ਵਾਸਤੇ ਆਏ ਹੋ? ਮੈਨੂੰ ਮਿਲਣ ਵਾਸਤੇ ਉਹਦੇ ਜੀ ਕਿਹੜੇ ਸਨ ਦੇ ਵਿੱਚ ਆਏ? ਇਹ ਆਇਆ ਜੀ 2011-12। ਮੁਕੰਦ ਸਿੰਘ ਜੀ ਦੀ ਡੈਥ ਹੋਈ ਉਹਦੇ 2.5 ਮਹੀਨਾ ਬਾਅਦ। ਲਗਭਗ 10 ਕੁ ਸਾਲ ਹੋ ਗਏ। ਹਾਂ 9-10 ਸਾਲ ਹੋ ਗਏ। 9-10 ਸਾਲ ਹੋ ਗਏ। ਹਾਂਜੀ। ਉਹਦਾ ਵੀ ਮੈਂ ਅਜੇ ਕੰਮ ਪੂਰਾ ਕਰਨਾ ਵਿਚਾਰੇ ਦਾ। ਜੀ ਉਹਨੇ ਫਿਰ ਮੈਨੂੰ ਕਿਹਾ ਕਿ ਜੀ ਮੈਂ ਜਿਹੜਾ ਹੈਗਾ 5 ਸਾਲ ਦਾ ਹੋ ਕੇ ਬੈਰਾਗ ਧਾਰਨ ਕਰ ਲਿਆ ਸੀ ਤੇ ਮੈਂ ਇੱਥੋਂ ਨਰਬਦਾ ਚਲਾ ਗਿਆ। ਜੀ ਇੰਦੌਰ ਤੋਂ ਅੱਗੇ ਜਿੱਥੋਂ ਨਰਬਦਾ ਨਿਕਲਦੀ ਅਮਰਕੰਠ। ਜੀ ਅਮਰਕੰਠ ਮੈਂ ਚਲਾ ਗਿਆ। ਮੇਰੀ ਸਾਰੀ ਹੁਣ 42 ਸਾਲ ਦੀ ਮੇਰੀ ਉਮਰ ਹੈ ਜੀ ਤੇ ਮੇਰੀ ਤੁਸੀਂ ਗਤੀ ਕਰਾਓ। ਜੀ। ਮੈਂ ਕਿਹਾ ਬਾਬਾ ਜੀ ਕਿਵੇਂ ਹੋਊਗੀ ਗਤੀ ਤੁਹਾਡੀ? ਚਾਹੁੰਦੇ ਜੀ ਗਤੀ ਕਰਾਓ। ਨਹੀਂ ਉਹ ਦੱਸਦਾ ਨਾ ਮੈਂ ਤੁਹਾਨੂੰ ਜੀ ਜੀ ਕਿ ਵੀ ਮੈਂ ਤਾਂ ਇਸ ਜੋਨੀ ਚੋਂ ਛੁੱਟੂੰਗਾ, ਛੁੱਟੋ। ਨਹੀਂ ਤਾਂ ਮੈਂ ਹਰ ਵਾਰ ਮਤਲਬ ਐਵੇਂ ਹੀ ਮੈਂ ਹੁੰਦਾ ਜਾਊਂ। ਤੇ ਮੈਂ ਕਿਹਾ ਜੀ ਕਿਵੇਂ ਕਰਾਵਾਂ? ਕਹਿੰਦਾ ਜੀ ਤੁਸੀਂ ਇੱਥੋਂ ਅਮਰਕੰਠ ਜਾਓ। ਜੀ ਮੈਂ ਕਿਹਾ ਜੀ ਬਾਬਾ ਜੀ ਅਮਰਕੰਠ ਮੈਂ ਤਾਂ ਨਾ ਹੀ ਅੱਜ ਸੁਣਿਆ। ਜੀ ਉਹ ਕਹਿੰਦਾ ਵੀ ਸਿੱਧੀ ਨਰਬਦਾ ਕ੍ਰੋਸ ਨਹੀਂ ਕਰਨੀ, ਜੀ ਇੱਥੋਂ ਤੁਸੀਂ ਸਿੱਧਾ ਹੀ ਅਮਰਕੰਠ ਚਲੇ ਜਾਓ। ਨਹੀਂ, ਜੀ ਤੁਸੀਂ ਇੱਥੋਂ ਜਾਓ ਇਲਾਹਾਬਾਦ। ਜੀ ਇਲਾਹਾਬਾਦ ਜਾ ਕੇ ਤੇ ਉੱਥੋਂ ਤੁਸੀਂ ਬੱਸ ਪਕੜ ਕੇ ਅਮਰਕੰਠ ਜਾਓ ਜੀ ਤੇ ਉੱਥੇ ਬਾਬਾ ਕਲਿਆਣ ਦਾਸ ਦਾ ਧੂਣਾ ਹੈਗਾ, ਜੀ ਬਹੁਤ ਮਸ਼ਹੂਰ ਹੈ। ਉੱਥੇ ਜਾ ਕੇ ਤੁਸੀਂ ਉੱਥੇ ਹਵਨ ਕਰਾਉਣਾ। ਉੱਥੇ ਪੰਡਤ ਤੁਹਾਨੂੰ ਮਿਲ ਜਾਣਗੇ ਜਾਂ ਤੁਹਾਡੇ ਆਪ ਦੇ ਪੰਡਤ ਲੈ ਜਾਓ। ਇੱਕ ਦਿਨ ਦਾ ਹਵਨ ਹੋਊਗਾ ਤੇ ਉੱਥੇ ਤੁਸੀਂ ਗਰੀਬਾਂ ਨੂੰ 21 ਜਣਿਆਂ ਨੂੰ 51 ਜਣਿਆਂ ਨੂੰ 101 ਜਣਿਆਂ ਨੂੰ ਜਿੱਡੀ ਤੁਹਾਡੀ ਸਰਦਾ ਹੈ ਉਹਨਾਂ ਨੂੰ ਰੋਟੀ ਖਵਾਉਣੀ ਹੈ। ਇੱਕ ਥਾਲੀ, ਇੱਕ ਗਲਾਸ, ਇੱਕ ਕੌਲੀ, ਇੱਕ ਚਮਚਾ, ਉਹਦੇ 'ਚ ਰੋਟੀ ਖਵਾਉਣੀ ਹੈ ਤੇ ਉਹ ਉਹਨਾਂ ਨੂੰ ਹੀ ਦਾਨ ਕਰ ਦੇਣੀ। ਉਹਨਾਂ ਨੂੰ ਦਾਨ ਕਰ ਦੇਣਾ। ਉਹਨਾਂ ਨੂੰ ਦਾਨ ਕਰਕੇ ਤੁਸੀਂ ਉੱਥੋਂ ਆ ਕੇ ਤੇ ਨਰਬਦਾ ਕ੍ਰੋਸ ਕਰਨੀ। ਨਰਬਦਾ ਕ੍ਰੋਸ ਕਰਕੇ ਅਸੀਂ ਉਰਲੇ ਪਾਸੇ ਜੀ ਅਸੀਂ ਉੱਥੇ ਤੁਹਾਨੂੰ 10,000 ਬੰਦੇ ਹੈਗੇ ਇਸ ਤਰ੍ਹਾਂ ਦੇ, ਜੀ ਉਹ ਮਿਲਾਂਗੇ। ਮੈਂ ਤੁਹਾਨੂੰ ਆਪਣੇ ਆਪ ਲੈਣ ਆ ਜਾਊਂਗਾ। ਜੀ ਮੇਰੀ ਉਦਣ ਗਤੀ ਸਮਝ ਲਓ ਕਿ ਵੀ ਮੇਰਾ ਸ਼ਰਾਪ ਉਤਰ ਗਿਆ। ਸ਼ਰਾਬ- ਨਹੀਂ ਤਾਂ ਉਹ 12 ਸਾਲ ਦਾ ਸ਼ਰਾਪ ਹੁਣ ਮੈਂ ਹਰ ਮੇਰੀ ਜ਼ਿੰਦਗੀ 'ਚ ਭੁਗਤਦਾ ਹੀ ਰਹੂੰਗਾ। ਮੈਨੂੰ ਮਤਲਬ ਸਾਧ ਹੀ ਬਣਨਾ ਪੈਣਾ ਇਹਦੇ ਵਿੱਚ। ਇਹ ਜਿਹੜੇ ਪਹਿਲਾਂ ਸਾਧੂ ਸੰਤ ਸੀ ਉਹ ਵਾਕਈ ਤੁਹਾਨੂੰ ਲੱਗਦਾ ਸੀ ਕਿ ਬਿਲਕੁਲ ਉਹ ਜਿਹੜੇ ਸ਼ਰਾਪ ਦਿੰਦੇ ਸੀ ਜਾਂ ਜਿਹੜੀ ਗੱਲ ਆਪਣੀ ਜ਼ੁਬਾਨ ਦੇ ਵਿੱਚੋਂ ਕਰ ਦਿੰਦੇ ਸੀ ਉਹ ਬਿਲਕੁਲ 100 ਆਨੇ ਸੱਚ ਹੁੰਦੀ ਸੀ? ਉਹ 100 ਆਨੇ ਸੱਚ ਹੈ ਜੀ, ਤੇ ਬਿਲਕੁਲ। ਜਿਹੜੇ ਅੱਜ ਕੱਲ੍ਹ ਦੇ ਸਾਧ ਆ ਹਾਂਜੀ, ਉਹਨਾਂ ਦਾ ਤੇ ਹੋਣ ਵਾਲਿਆਂ ਦਾ ਇਹ ਫਰਕ ਕੀ ਹੈ? ਉਹ ਹੁਣ ਵਾਲੇ ਤਾਂ ਠੱਗ ਹੈਗੇ ਜੀ, ਜੀ ਬਿਲਕੁਲ ਠੱਗ ਹੈਗੇ। ਉਸ ਬੰਦੇ ਨੇ ਇੱਥੇ ਬੈਠੇ ਸੀ ਅਸੀਂ ਜੀ। ਇੱਥੇ ਹੀ ਜੀ ਤੇ ਆਪਣੇ ਨਿੰਗ ਨਹੀਂ ਸੂਰੇ ਵਾਲੀਆ, ਜੀ ਇਹ ਆ ਗਿਆ ਤੇ ਬਾਬਾ ਲੱਤ ਤੇ ਲੱਤ ਧਰ ਕੇ ਬੈਠਾ ਸੀ ਤੇ ਬੋਰੀ ਸਿਰਫ ਬੰਨੀ ਨੰਗਾ ਜੀ ਤੇ ਇੱਕ ਬੋਰੀ ਉਹਦੇ ਮੋਢੇ ਤੇ। ਜੀ ਸੂਰੇ ਵਾਲੀਆਂ ਨੇ 10 ਰੁਪਏ ਰੱਖਤੇ। ਜੀ ਉਹਨੇ ਕਿਹਾ, ਬਾਬੇ ਨੇ ਕਿਹਾ ਚੱਕ ਇਹਨੂੰ, ਚੱਕ ਇੱਥੋਂ ਚੱਕ। ਮੈਂ ਕੋਈ ਪੈਸਿਆਂ ਦੇ ਪਿੱਛੇ ਤੁਰਿਆ ਫਿਰਦਾ।
ਮੈਨੂੰ ਰੋਟੀ ਦੇਣ ਵਾਲਾ, ਪੈਸੇ ਦੇਣ ਵਾਲਾ ਉਹ ਉੱਤੇ ਹੈਗਾ ਜੀ ਮੈਂ 3-3 ਦਿਨ ਭੁੱਖਾ ਵੀ ਰਹਿ ਜਾਂਦਾ ਜੀ ਤੇ ਕਿਸੇ ਦਿਨ ਮੈਨੂੰ ਖੀਰ ਪੂੜੀ ਵੀ ਮਿਲ ਜਾਂਦੀ ਹੈ। ਜੀ ਤੇ ਮੈਨੂੰ ਕਹਿਣ ਲੱਗਾ ਕਿ ਜੀ ਮੈਂ ਰੋਟੀ ਖਾਣੀ ਹੈ। ਜੀ ਮੈਂ ਕਿਹਾ ਜੀ ਬਣਾ ਦਿੰਨੇ ਹੁਣੇ। ਜੀ ਤੇ ਕਹਿੰਦਾ ਜੀ ਨਹੀਂ, 2 ਹਰੀਆਂ ਮਿਰਚਾਂ ਜੀ ਤੇ 2 ਰੋਟੀਆਂ ਜੀ। ਬਸ। ਉਹ ਅਸੀਂ ਬਣਾ ਦੀਆਂ ਤੇ ਉਹਨੇ ਖਾ ਰਹੀਆਂ। ਮੈਂ ਕਿਹਾ ਬਾਬਾ ਜੀ 1-2 ਦਿਨ ਇੱਥੇ ਹੀ ਰੁਕੋ, ਕੋਈ ਗਿਆਨ ਦੀਆਂ ਗੱਲਾਂ ਹੀ ਲਵਾਂਗੇ ਤੁਹਾਡੇ ਕੋਲੋਂ, ਨਾਲੇ ਪਿੰਡ ਵਾਲੇ ਵੀ ਕੋਈ ਗਿਆਨ ਦੀਆਂ ਗੱਲਾਂ ਲੈਣਗੇ ਤੇ ਨਿਹਾਲ ਹੋ ਜਾਾਂਗੇ। ਤੇ ਸੋਚ ਕੇ ਕਹਿਣ ਲੱਗੇ ਕਿ ਨਹੀਂ ਜੀ ਮੈਂ ਜਿਹੜਾ ਹੈਗਾ ਰਹੂੰਗਾ ਤਾਂ ਮੈਂ ਪਿੰਡ 'ਚ, ਜੀ ਤੇ ਜੇ ਬਾਬੇ ਦਾ ਹੁਕਮ ਹੋਇਆ ਤੇ ਮੈਂ ਸਵੇਰੇ ਤੁਹਾਡੇ ਕੋਲੇ ਆ ਜਾਊਂਗਾ। ਤੇ ਮੈਂ ਤੁਰ ਕੇ ਆਇਆ ਨਰਮਦਾ ਤੋਂ। ਨਰਮਦਾ ਤੋਂ ਤੁਰ ਕੇ ਆਏ ਸੋਨਗੜ੍ਹ ਤੱਕ। ਆਇਆ ਮੈਂ ਸਿਰਫ ਤੁਹਾਨੂੰ ਮਿਲਣ ਵਾਸਤੇ। ਇਹ ਲਗਭਗ ਕਿੰਨਾ ਸਫ਼ਰ ਹੋਊਗਾ ਜੀ? ਇਹ ਲਗਭਗ 14-15 ਦੇਖੋ 800 ਕਿਲੋਮੀਟਰ ਤਾਂ ਬੂੰਦੀ ਹੈ ਇੱਥੋਂ, ਜੀ 400 ਕਿਲੋਮੀਟਰ ਭੋਪਾਲ ਹੈ ਜੀ ਹੈ ਜੀ, 1200 ਹੋ ਗਿਆ ਜੀ। 1200 ਤੇ 200 ਕਿਲੋਮੀਟਰ ਗਾਂ ਬੁੱਧਨੀ ਹੈਗਾ ਜੀ ਤੇ ਬੁੱਧਨੀ 1600 ਹੋ ਗਿਆ ਜੀ। 1600 ਤੇ ਮੇਰੇ ਖਿਆਲ ਬੁੱਧਨੀ ਦੇ 10-15 ਕਿਲੋਮੀਟਰ ਗਾਂ ਨਰਮਦਾ। ਯਾਨੀ ਕਿ 1600-1700 ਕਿਲੋਮੀਟਰ। 1600-1700 ਕਿਲੋਮੀਟਰ ਬੰਦਾ ਤੁਰ ਕੇ ਆਇਆ ਸੀ। ਉਹਨਾਂ ਨੂੰ ਕੀ, ਉਹਨਾਂ ਨੂੰ ਇੰਨਾ ਗਿਆਨ ਸੀ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਠਾਕਰ ਸਾਹਿਬ ਉੱਥੇ ਆ? ਨਾ, ਉਹ ਕਹਿੰਦਾ ਮੈਂ 3 ਵਾਰੀ ਆ ਚੁੱਕਿਆ, ਤੀਜਾ ਚੱਕਰ ਹੈ ਮੇਰਾ। ਪਿੰਡ ਦੇ ਵਿੱਚ ਹੋਰ ਕਿਸੇ ਕੋਲੇ ਨੇ ਕਦੇ ਗੱਲ ਨਹੀਂ ਕੀਤੀ ਸੀ ਤੇ ਸਿਰਫ ਤੁਹਾਡੇ ਨਾਲ ਹੀ ਗੱਲ ਸ਼ੇਅਰ ਕਰਨੀ ਸੀ ਉਹਨਾਂ ਨੇ? ਉਹ ਬਾਹਰ ਆ ਕੇ ਪੁੱਛ ਕੇ ਚਲਾ ਜਾਂਦਾ ਸੀ ਵੀ ਠਾਕਰ ਸਾਹਿਬ ਹੈਗੇ ਆ। ਜੀ। ਤੇ 2 ਵਾਰੀ ਤਾਂ ਉਹਨੂੰ ਆਪਣੇ ਕੀ ਨਾ ਪਿੰਡ ਦੇ ਬੰਦਿਆਂ ਨੇ ਬਾਹਰੋਂ ਹੀ ਮੋੜਤਾ। ਸਾਰੇ ਮੋੜਦਾ। ਤੀਸਰੀ ਵਾਰ ਜਦੋਂ ਆਇਆ ਸੀ ਤੇ ਆ ਦਰਵਾਜ਼ੇ ਖੁੱਲੇ ਸੀਗੇ ਖੁੱਲੇ ਸੀ। ਤੇ ਬਾਬਾ ਬਾਹਰ ਬੈਠਾ ਸੀ ਤੇ ਬਾਬੇ ਨੇ ਵੇਖ ਲਿਆ ਕਿ ਵੀ ਬੈਠੇ ਹੈਗੇ। ਉਹਨੇ ਪਹਿਲਾਂ ਬਾਹਰ ਪਰਮਿਸ਼ਨ ਮੰਗੀ ਮੁੰਡਿਆਂ ਤੋਂ ਕਿ ਵੀ ਠਾਕਰ ਸਾਹਿਬ ਹੈਗੇ ਆ? ਕਹਿੰਦਾ ਹਾਂਜੀ ਹੈਗੇ ਆ। ਤੇ ਉਹਨਾਂ ਨੂੰ ਪੁੱਛੋ ਕਿ ਵੀ ਮੈਂ ਠਾਕਰ ਸਾਹਿਬ ਨੂੰ ਮਿਲਣਾ। ਉਹ ਮੇਰੇ ਕੋਲੇ ਆਇਆ ਮੁੰਡਾ, ਮੈਨੂੰ ਕਹਿਣ ਲੱਗਾ ਵੀ ਕੋਈ ਬਾਬਾ ਆਇਆ ਜੀ। ਮੈਂ ਕਿਹਾ ਸੱਦ ਲਿਆ ਯਾਰ ਬਾਬੇ ਨੂੰ। ਤਾਂ ਉਹ ਅੰਦਰ ਆ ਗਏ ਸੀ। ਇੱਕ ਜੀ ਜਦੋਂ ਤੁਹਾਡਾ ਇੱਥੇ ਪੂਰਾ ਰੋਹ ਸੀ, ਅਸੀਂ ਸੁਣਿਆ ਕਿ ਪਿੰਡ ਦੇ ਵਿੱਚ ਜਦੋਂ ਔਰਤਾਂ ਸੀ ਉਹ ਇੱਕ ਤੋਂ ਦੂਸਰੇ ਘਰੇ ਜਾਂਦੀਆਂ ਸੀ ਜਾਂ ਕਿਸੇ ਹੋਰ ਕਿਤੇ ਫੰਕਸ਼ਨ ਦੇ ਵਿੱਚ ਜਾਂਦੀਆਂ ਸੀ ਤੇ ਆਪਣੇ ਹੱਥ ਤੱਕ ਵੀ ਉਹ ਨਹੀਂ ਕਿਸੇ ਨੂੰ ਦਿਖਾਉਂਦੀਆਂ ਸੀ, ਪੂਰੀ ਤਰ੍ਹਾਂ ਢੱਕੀਆਂ ਹੁੰਦੀਆਂ ਸੀ। ਇਹ ਜੀ ਠਾਕਰਾਂ 'ਚ ਹੀ ਇਹ ਰਿਵਾਜ ਸੀਗਾ। ਜੀ ਕभी ਵੈਸੇ ਤਾਂ ਸਾਰੀ ਪਬਲਿਕ 'ਚ ਹੀ ਸੀ। ਜੀ ਮੈਂ ਪੰਜਾਬੀਆਂ ਦੇ ਘਰੇ ਵੀ ਪੜਦੇ ਵੇਖੇ ਆ, ਜੀ ਜੱਟਾਂ ਦੇ ਘਰੇ, ਜੀ ਵੱਡੇ ਘਰਾਂ 'ਚ ਵੀ ਤੇ ਜ਼ਿਮੀਂਦਾਰਾਂ ਦੇ ਘਰੇ ਵੀ। ਜੀ ਲੇਕਿਨ ਜ਼ਮਾਨਾ ਬਦਲ ਗਿਆ। ਸਾਡੇ ਜਿਹੜਾ ਬਚਪਨ ਦੇ ਵਿੱਚ ਸੀ, ਅਸੀਂ ਇੱਕ ਕੋਟ ਤੋਂ ਦੂਸਰੇ ਕੋਟ ਸਾਡੀਆਂ ਲੇਡੀਜ਼ ਅਗਰ ਜਾਂਦੀਆਂ ਸੀ ਜੀ ਤੇ ਉਹਨੂੰ ਪਤਾ ਨਹੀਂ ਕੀ ਕਹਿੰਦੇ ਸੀਗੇ, ਉਹ ਇੱਕ ਕੱਪੜੇ ਦਾ ਹੁੰਦਾ ਸੀ ਜੀ ਇਸ ਤਰ੍ਹਾਂ, ਇੱਕ ਜਨਾਨੀ ਅੱਗੇ ਆ, ਇੱਕ ਜਨਾਨੀ ਪਿੱਛੇ ਹੈ, ਜੀ ਅੰਦਰ 2 ਜਾਂ 3 ਹੈਗੀਆਂ ਉਹਦੇ। ਜੀ ਤੇ ਉਹਨਾਂ ਨੇ ਹੱਥ ਨਾਲ ਉਹ ਕੱਪੜਾ ਚੱਕਿਆ ਹੁੰਦਾ ਸੀ, ਜੀ 3 ਸਾਈਡਾਂ ਤੋਂ ਬੰਦ ਸੀ, ਇੱਕ ਪਾਸਿਓਂ ਖੁੱਲ੍ਹਾ ਹੁੰਦਾ ਸੀ। ਜੀ ਤੇ ਉਹਨੂੰ ਉਹ ਉੱਤੋਂ ਬੰਦ ਕਰਕੇ ਜੀ ਤੇ ਥੱਲਿਓਂ ਵੀ ਬੰਦ ਕਰਕੇ ਜੀ ਆਪਦੇ ਹੱਥ ਨਾਲ ਜੀ ਉਹ ਜਨਾਨੀਆਂ ਤੁਰ ਕੇ ਜਾਂਦੀਆਂ ਸੀ। ਪਰਦੇ ਦੇ ਵਿੱਚ ਜਾਂਦੀਆਂ ਸੀ। ਪਰਦੇ ਦੇ ਵਿੱਚ ਹੀ ਜਾਂਦੀਆਂ ਸੀ। ਲੋਕ ਸਮਝ ਜਾਂਦੇ ਸੀ ਵੀ ਠਾਕਰਾਂ ਦੀਆਂ ਬੁੜੀਆਂ ਜਾ ਰਹੀਆਂ। ਜੀ ਤੇ ਪਿੰਡ ਵਾਲੀਆਂ ਬੁੜੀਆਂ ਜਿਹੜੀਆਂ ਇਹ ਕੁੰਡ ਮਤਲਬ ਜ਼ਿਮੀਂਦਾਰਾਂ 'ਚ ਵੀ ਸੀਗਾ ਕੁੰਡ ਪ੍ਰਥਾ, ਜੀ ਤੇ ਵੱਡੇ ਸਰਦਾਰਾਂ 'ਚ ਵੀ ਸੀ। ਪਰਦਾ ਸਿਸਟਮ ਤਕਰੀਬਨ ਸੇਮ ਸੀਗਾ। ਉਦੋਂ ਪਾਣੀ ਜਿਹੜਾ ਖੇਤਾਂ ਦੇ ਵਿੱਚ ਪਾਣੀ ਲਾਇਆ ਜਾਂਦਾ ਜੀ, ਤੁਹਾਡੇ 3200 ਏਕੜ ਜਿਹੜੀ ਜ਼ਮੀਨ ਸੀ, ਹਾਂਜੀ, ਪਾਣੀ ਲਾਉਣ ਵਾਸਤੇ ਕਿਹੜੀ ਚੀਜ਼ਾਂ ਦਾ ਤੁਸੀਂ ਇਸਤੇਮਾਲ ਕਰਦੇ ਸੀ ਉਸ ਟਾਈਮ ਤੇ? ਉਸ ਵੇਲੇ ਜੀ ਇੱਥੇ ਠਾਕਰ ਸਾਹਿਬ ਨੇ 36 ਖੂਹ ਪਟਾਏ ਸੀ। 36 ਖੂਹ? 36 ਜੀ ਤੇ 36 ਖੂਹਾਂ ਦੇ ਉਹ ਮਤਲਬ 12 ਕਿੱਲੇ ਜ਼ਮੀਨ 36 ਖੂਹਾਂ ਤੇ ਉਹਨਾਂ ਨੇ ਸੰਭਾਲਣੀ, ਜੀ ਜਿਸ ਘਰ ਨੂੰ ਦਿੱਤੀ। ਜੀ ਉਹ 12 ਖੂਹਾਂ ਤੋਂ ਹੀ ਮਤਲਬ 12 ਕਿੱਲੇ, ਜੀ 12 ਕਮਾਹ ਦਿੱਤੇ ਸੀ। ਜੀ ਉਦੋਂ ਕਮਾਹ ਹੁੰਦੇ ਸੀਗੇ। ਉਸ ਟਾਈਮ ਤੇ ਕਿੰਨਾ ਕੁ ਖਰਚਾ ਆਇਆ ਸੀ ਖੂਹ ਬਣਾਉਣ ਤੇ? ਉਹ ਤਕਰੀਬਨ 12,000 ਰੁਪਈਆ ਲੱਗਿਆ ਸੀ। 36 ਖੂਹਾਂ ਦੇ ਉੱਪਰ? ਹਾਂਜੀ, ਇਹ ਇੰਤਕਾਲ ਦੇ ਵਿੱਚ ਵੀ ਦਰਜ ਹੈ। ਕੋਈ ਖੂਹ 200 ਰੁਪਈਏ ਦਾ, ਕੋਈ 150 ਦਾ ਹੈ, ਕੋਈ 400 ਦਾ ਹੈ, ਕੋਈ 300 ਦਾ ਹੈ। ਜੀ ਇਹ ਐਂ ਕਰਕੇ ਮੈਂ ਕੋਈ ਰਿਕਾਰਡ ਫਰੋਲ ਰਿਹਾ ਸੀਗਾ ਇੱਥੋਂ ਦਾ, ਜੀ ਤੇ ਉਰਦੂ ਦੇ ਪਟਵਾਰੀ ਸੀਗੇ ਮੇਰੇ ਨਾਲ। ਜੀ
ਉਹਨਾਂ ਨੇ ਸਾਰਾ ਇਹ ਪੜ੍ਹ ਕੇ ਸੁਣਾਇਆ ਸੀ ਜੀ ਕਿ ਵੀ ਜੀ ਆ 36 ਖੂਹ ਠਾਕਰ ਸਾਹਿਬ ਨੇ ਪਿੰਡ ਦੇ ਵਿੱਚ ਪਟਾਏ ਆ ਤੇ 12,000 ਰੁਪਈਆ ਲੱਗਿਆ ਇਹਦੇ ਵਿੱਚ। ਜੀ ਤੇ ਉਹ ਖੂਹਾਂ ਤੋਂ ਹੀ ਇਸ ਪਿੰਡ ਦਾ ਨਾਮ ਮਸ਼ਹੂਰ ਹੋਇਆ ਕਿ ਜੀ ਸੋਹਣਗੜ੍ਹ ਦੇ ਗੰਢੇ ਬਹੁਤ ਮਸ਼ਹੂਰ ਹੋਏ। ਜੀ ਇਹ ਸੋਨਗੜ੍ਹ ਦੇ ਗੰਢੇ ਵੀ ਬੜੇ ਮਸ਼ਹੂਰ ਰਹੇ ਆ। ਹਾਂਜੀ, ਇੱਥੋਂ ਦੇ ਗੰਢੇ ਮਿੱਠੇ ਬਹੁਤ ਸੀਗੇ ਜੀ। ਜੀ ਤੇ ਕਾਰਨ ਕੀ ਸੀ ਜੀ ਉਹਨਾਂ ਦਾ ਮਿੱਠੇ ਹੋਣ ਦਾ? ਮਿੱਠਾ ਇੱਥੋਂ ਮਿੱਠਾ ਪਾਣੀ ਸੀ ਜੀ। ਜੀ ਸੋਨਗੜ੍ਹ ਦਾ ਪਾਣੀ ਸਭ ਤੋਂ ਮਿੱਠਾ ਸੀ ਤੇ ਆਸੇ-ਪਾਸੇ ਦੇ ਪਿੰਡਾਂ ਦੇ ਪਾਣੀ ਖਾਰੇ ਸੀ। ਜੀ ਤੇ ਕਈ ਲੋਕ ਤਾਂ ਇੱਥੋਂ ਮਤਲਬ ਤੋੜੇ ਜਿਹੜੇ ਹੈਗੇ ਆ ਭਰ ਕੇ ਲੈ ਜਾਂਦੇ ਸੀ ਪੀਣ ਵਾਸਤੇ। ਹਾਂਜੀ। ਜੀ ਤੇ ਇੱਕ ਸਰ ਜਿਹੜੀ ਤੁਹਾਡੀ ਆ ਕੋਟ ਜੀ ਨੂੰ ਬੋਲਦੇ ਸੀ ਹਵੇਲੀ ਹੈ ਤੁਹਾਡੀ ਜਿਹੜੀ, ਇਹ ਡਿੱਗਣ ਦੀ ਤਾਦਾਦ ਦੇ ਵਿੱਚ ਹੋ ਗਈ ਸੀ। ਕਾਫੀ ਲੰਮੇ ਸਮੇਂ ਤੋਂ ਤੁਸੀਂ ਇੱਥੇ ਨਹੀਂ ਆਏ, ਹਾਂਜੀ। ਆਉਂਦੇ ਜਾਂਦੇ ਰਹੇ ਹੋਵੋਗੇ, ਤੇ ਤੁਹਾਨੂੰ ਇਹ ਕਿੱਥੋਂ ਆਈਡੀਆ ਹੋਇਆ ਤੇ ਇਹਨੂੰ ਦੂਰੀ ਵਾਰ ਤੋਂ ਉਸੇ ਲੁੱਕ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਉਸੇ ਨੂੰ ਰਿਪੇਅਰ ਕਰ ਰਹੇ ਹੋ? ਇਹ ਕੀ ਕਾਰਨ ਹੋਇਆ? ਕਿਸ ਤਰ੍ਹਾਂ ਤੁਹਾਡੀ ਵਾਪਸੀ ਹੋਈ, ਜਿਹਨੂੰ ਕਹਿੰਦੇ ਕਿ ਘਰ ਵਾਪਸੀ? ਇਹ ਤੁਹਾਡੀ ਘਰ ਵਾਪਸੀ ਕਿਸ ਤਰ੍ਹਾਂ ਹੋਈ? ਇਹ ਘਰ ਵਾਪਸੀ ਜੀ ਕੁਦਰਤੀ ਹੋਈ ਆ। ਜੀ ਵੀ ਆਪਣੀ ਕਹਾਵਤ ਹੈ ਪੰਜਾਬ ਦੀ ਕਿ ਵੀ 9 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ। ਜੀ ਇਹ ਅਸੀਂ ਸਾਰੇ ਭਰਾ ਉੱਥੇ ਓਟੂ ਵਾਲੇ ਸਰਸੇ ਵਾਲੇ ਬੂੰਦੀ ਇਕੱਠੇ ਹੋਏ ਸੀ ਜੀ ਵਿਆਹ 'ਚ, ਤੇ ਅਸੀਂ ਸਲਾਹ ਕੀਤੀ ਕਿ ਯਾਰ ਆਪਣੀ ਹਵੇਲੀ ਜਿਹੜੀ ਹੈਗੀ ਆ ਉਹਨੂੰ ਤਿਆਰ ਕਰਾਈਏ। ਜੀ ਵੀ ਹੌਲੀ ਹੌਲੀ ਤਿਆਰ ਹੁੰਦੀ ਰਹੂਗੀ, ਕੋਈ ਗੱਲ ਨਹੀਂ। ਜੀ ਤੇ ਇੱਕ ਪਾਸਿਓਂ ਲੱਗੋ ਤੇ ਜਿਸ ਤਰ੍ਹਾਂ ਇਹ ਪਹਿਲਾਂ ਹੈਗੀ ਸੀ ਜੀ ਉਸੇ ਸ਼ਕਲ 'ਚ ਇਹਨੂੰ ਖੜੀ ਕਰੋ। ਜੀ ਮੈਂ ਕਿਹਾ ਵੀ ਜਦੋਂ ਵੀ ਐਡੇ ਐਡੇ ਕਿਲੇ ਜਿਹੜੇ ਹੈਗੇ ਆ ਹਜ਼ਾਰ ਸਾਲ ਪੁਰਾਣੇ ਖੜੇ ਆ, ਜੀ ਇਹ ਆਪਾਂ 60 ਸਾਲ ਤੋਂ ਇਹਨੂੰ ਨਹੀਂ ਸੰਭਾਲਿਆ, ਜੀ ਤਾਂ ਕਰਕੇ ਇਹਦੀ ਇਹ ਗੱਤ ਹੋ ਗਈ। ਜੀ ਤੇ ਜੇ ਸੰਭਾਲੀ ਹੁੰਦੀ ਜੀ ਤੇ ਅੱਜ ਇਹਦੀ ਇਹ ਪੋਜੀਸ਼ਨ ਨਹੀਂ ਹੋਣੀ ਸੀਗੀ। ਜੀ ਤੇ ਆਪਣਾ ਨਾਂ ਜਿਹੜਾ ਹੈਗਾ ਉਹ ਸੋਨਗੜ੍ਹ ਤੋਂ ਹੀ ਚੱਲਦਾ। ਜੀ ਰਾਜਸਥਾਨ ਦੇ ਵਿੱਚ ਸਾਨੂੰ ਅਗਰ ਜਾਣਿਆ ਜਾਂਦਾ ਹੈ, ਜੀ ਤੁਸੀਂ ਕਿਹੜੇ ਠਾਕਰ ਹੈ? ਜੀ ਕਿ ਅਸੀਂ ਕਹਿੰਦੇ ਆ ਕਿ ਵੀ ਸੋਨਗੜ੍ਹ ਦੇ। ਅੱਛਾ, ਪੰਜਾਬ ਵਾਲੇ ਸੋਨਗੜ੍ਹ ਦੇ? ਵਾਹ ਜੀ, ਆਓ ਜੀ ਬੈਠੋ। ਜੀ ਰਿਸਪੈਕਟ ਸਾਡੀ ਬਹੁਤ ਹੈ, ਇਹ ਇਸ ਨਾਂ ਤੋਂ ਹੀ ਹੈਗੀ ਆ, ਜੀ ਸੋਨਗੜ੍ਹ ਤੋਂ। ਜੀ ਇੱਕ ਇਹ ਹੈਗਾ ਕਿ ਵੀ ਸੋਨਗੜ੍ਹ ਦਾ ਜਿਹੜਾ ਠਾਕਰ ਸੀ ਜੀ ਉਹ ਸਭ ਤੋਂ ਵੱਡਾ ਪੰਜਾਬ ਦਾ ਜਾਗੀਰਦਾਰ ਸੀ, ਜ਼ਿਮੀਂਦਾਰ। ਜ਼ਿਮੀਂਦਾਰ। ਹਾਂਜੀ, ਜਾਗੀਰਦਾਰ ਤਾਂ ਇੱਥੇ ਵੱਡੇ ਵੱਡੇ ਸੀਗੇ, ਜੀ ਲੇਕਿਨ ਜ਼ਿਮੀਂਦਾਰ ਜਿਹੜਾ ਹੈ ਜਿਹਦੇ ਕੋਲੇ 1,09,000 ਕਮਾ ਪੈਲੀ ਸੀ। ਕਿੰਨੀ ਜੀ ਫਿਰ ਤੋਂ ਦੁਹਰਾਇਓ? 1,09,000 ਕਮਾ ਪੈਲੀ ਸੀ ਇਹਨਾਂ ਕੋਲੇ। 1 ਲੱਖ ਤੇ 9,000 9,000 ਕਮਾ। ਤੇ ਆਪ ਜੀ ਦੱਸ ਰਹੇ ਸੀ ਕਿ ਉਦੋਂ ਇੱਕ ਸਿਸਟਮ ਹੁੰਦਾ ਸੀ ਕਿ ਕਿੰਨੀ ਕੀ ਜਾਇਦਾਦ ਦਾ ਮਾਲਕ ਹੈ, ਉਹਦੀ ਇੱਕ ਨਿਸ਼ਾਨੀ ਹੁੰਦੀ ਸੀ। ਉਹ ਕਿਸ ਤਰ੍ਹਾਂ ਦੀ ਨਿਸ਼ਾਨੀ ਹੁੰਦੀ ਸੀ? ਉਹ ਐਂ ਆ ਕਿ ਵੀ ਜਿੰਨੀ ਜਿਹਦੇ ਕੋਲੇ ਜਾਇਦਾਦ ਹੈਗੀ ਹੈ ਜੀ ਉਸ ਹਿਸਾਬ ਨਾਲ ਉਹਨੂੰ ਅਹੁਦੇ ਦਿੱਤੇ ਜਾਂਦੇ ਸੀ, ਜੀ ਜਾਂ ਬਹਾਦਰੀ ਦੇ ਜਿਹੜੇ ਹੈਗੇ ਜਿਨ੍ਹਾਂ ਨੇ ਸਿਰ ਲਵਾਏ ਆ ਜੀ ਉਸ ਹਿਸਾਬ ਨਾਲ ਦਿੱਤੇ ਜਾਂਦੇ। ਜੀ ਆਪਣਾ ਜਿਹੜਾ ਗਵਰਨਰ ਹੈ ਜੀ ਇਸ ਵੇਲੇ VP ਸਿੰਘ ਜੀ ਬਦਨੌਰ, ਜੀ ਪੰਜਾਬ ਦਾ ਗਵਰਨਰ, ਜੀ ਇਹ ਜੈਮਲ ਫਤਿਹ ਦੇ ਖਾਨਦਾਨ ਚੋਂ ਹੈ। ਇਹ ਜੈਮਲ ਫਤਿਹ ਦੇ ਹਾਂਜੀ। ਇਹ ਫਤਿਹ ਦਾ ਸਿਰ ਵੱਢਿਆ ਗਿਆ ਸੀ ਜੀ ਤੇ ਜੈਮਲ ਉਹਦਾ ਭਤੀਜਾ ਸੀ, ਜੀ ਉਹਨੂੰ ਜਾਗੀਰ ਮਿਲੀ ਸੀ ਬਦਨੌਰ, ਜੀ ਮਹਾਰਾਣਾ ਪ੍ਰਤਾਪ ਨੇ ਦਿੱਤੀ ਸੀ। ਜੀ ਤੇ ਉਵੇਂ ਫਿਰ ਉਹਦਾ ਸਟੇਟਸ ਹੁੰਦਾ ਸੀ ਜੀ ਕਿ ਵੀ ਕਿੰਨੇ ਪਿੰਡਾਂ ਦਾ ਮਾਲਕ ਹੈ, ਜੀ ਹਾਥੀ ਉਹਨੂੰ ਦੇਣਾ ਕਿ ਨਹੀਂ ਦੇਣਾ, ਜੀ। ਇਹ ਰੱਖ ਵੀ ਨਹੀਂ ਸਕਦਾ ਸੀ ਉਹ ਖਰੀਦ ਕੇ। ਜੀ ਰਾਜੇ ਤੋਂ ਹੀ ਅਲਾਟ ਹੁੰਦਾ ਸੀ ਹਾਥੀ ਵੀ, ਪਰਮਿਸ਼ਨ ਲੈਣੀ ਪੈਂਦੀ ਸੀ, ਪਰਮਿਸ਼ਨ ਨਹੀਂ ਲੈਣੀ ਪੈਂਦੀ ਸੀ। ਅਲਾਟਮੈਂਟ ਰਾਜਾ ਹੀ ਕਰਦਾ ਸੀ। ਉਹਦੇ ਰਿਸਪੈਕਟ ਦੇ ਵਿੱਚ ਰਾਜਾ ਹੀ ਅਲਾਟ ਕਰਦਾ ਸੀ। ਰਾਜਾ ਅਲਾਟ ਕਰਦਾ। 2 ਹਾਥੀਆਂ ਦਾ ਠਿਕਾਣਾ ਹੈ, 5 ਹਾਥੀਆਂ ਦਾ ਠਿਕਾਣਾ ਹੈ, ਜੀ ਜਾਂ ਸੋਨੇ ਦੇ ਕੜੇ ਵਾਲਾ। ਜੀ ਹੁਣ ਜਿਹੜੇ ਕਿਸ਼ਨ ਸਿੰਘ ਜੀ ਸੀਗੇ, ਜੀ ਇਹਨਾਂ ਨੂੰ ਸੋਨੇ ਦਾ ਕੜਾ ਪੈਰ 'ਚ ਪਾਉਣ ਦੀ ਇਹ ਅਹੁਦਾ ਮਿਲਿਆ ਵਾ ਸੀ। ਅੱਜ ਕੱਲ ਲੋਕ ਹੱਥ ਚ ਪਾਉਣ ਨੂੰ ਤਰਸਦੇ ਆ, ਤੇ ਉਹ ਪੈਰ ਦੇ ਵਿੱਚ ਪਾਉਂਦੇ ਸੀ। ਉਹ ਪੈਰ ਦੇ ਵਿੱਚ ਮਤਲਬ ਜੋਧਪੁਰ ਰਿਆਸਤ ਤੋਂ ਹੀ ਇਹ ਮਿਲਿਆ ਸੀਗਾ। ਆਮ ਬੰਦਾ ਕੀ ਠਾਕਰ ਵੀ ਨਹੀਂ ਪਾ ਸਕਦਾ ਸੀ, ਜੀ ਪੈਰ ਦੇ ਵਿੱਚ ਸੋਨਾ ਨਹੀਂ ਪਾ ਸਕਦੇ ਸੀ। ਜੀ ਲੇਕਿਨ ਉਹਦੇ ਅਹੁਦੇ ਦੇ ਹਿਸਾਬ ਨਾਲ ਉਹਨਾਂ ਨੂੰ ਸੋਨੇ ਦਾ ਕੜਾ ਪਾਉਣ ਦੀ ਉਹ ਪਰਮਿਸ਼ਨ ਸੀਗੀ ਰਾਜੇ ਦੇ। ਉਸ ਹਿਸਾਬ ਨਾਲ ਹੀ ਉਹਨਾਂ ਨੂੰ ਰਾਜ ਦਰਬਾਰ ਦੇ ਵਿੱਚ ਗੱਦੀ ਮਿਲਦੀ ਸੀ। ਜੀ ਰਾਜ ਦਰਬਾਰ ਦੇ ਵਿੱਚ ਗੱਦੀ ਵੀ ਉਸੇ ਅਹੁਦੇ ਦੇ ਮੁਤਾਬਕ ਮਿਲਦੀ ਸੀ। ਜੀ ਤੇ ਉਹ ਮਤਲਬ ਜੋਧਪੁਰ ਦਰਬਾਰ ਨੇ ਉਹ ਕੜਾ ਨਹੀਂ ਖੋਇਆ ਸੀ ਉਹਨਾਂ ਦਾ, ਸਿਰਫ ਕੱਲਾ ਪਿੰਡ ਇੱਕ
ਖੋਇਆ ਸੀ 35 ਪਿੰਡ ਛੱਡਤੇ ਸੀਗੇ ਜੀ ਤੇ ਇਹ ਫਿਰ ਪੰਜਾਬ ਉਹ ਰਾਜਸਥਾਨ ਛੱਡ ਕੇ ਪੰਜਾਬ ਆ ਗਏ। ਪੰਜਾਬ ਦੇ ਵਿੱਚ ਤੁਹਾਡੇ ਕੁੱਲ ਕਿੰਨੇ ਪਿੰਡ ਸੀ, ਕਿਹੜੇ ਕਿਹੜੇ ਪਿੰਡ ਸੀ? ਪੰਜਾਬ 'ਚ ਜੀ ਦੇਖੋ ਸ਼ੁਰੂ 'ਚ ਜਦੋਂ 60 ਦੇ ਖਰੀਦੇ ਆ ਜੀ ਉਹ ਤਾਂ ਹੈਗੇ ਜੀ ਬੁੱਢੀ ਮੇੜੀ ਤੇ ਟੁੱਡੀਆਂ ਵਾਲੀ ਜੀ ਤੇ ਲੋਗੜ ਤੇ ਕਾਕੂ ਵਾਲਾ, ਜੀ 4 ਪਿੰਡ ਕਿਸ਼ਨ ਸਿੰਘ ਜੀ ਨੇ ਖਰੀਦੇ। ਜੀ ਇਹਦੀ ਉਹਨਾਂ ਨੇ ਅਜੇ ਸਲਾਹ ਕਰਦੇ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ। ਜੀ ਫਿਰ ਇਹ ਪਿੰਡ ਸੋਹਣ ਸਿੰਘ ਜੀ ਨੇ ਖਰੀਦਿਆ, ਜੀ 5 ਪਿੰਡ ਹੋ ਗਏ ਜੀ। ਜੀ ਫਿਰ ਸੋਹਣ ਸਿੰਘ ਜੀ ਦੀ ਡੈਥ ਤੋਂ ਬਾਅਦ ਮਾਧੋ ਸਿੰਘ ਜੀ ਨੇ ਤਕਰੀਬਨ 23 ਪਿੰਡ ਖਰੀਦੇ। 23 ਪਿੰਡ। ਹਾਂਜੀ ਜੀ ਤੇ 22 ਪਿੰਡ ਤਾਂ ਹਰਿਆਣੇ 'ਚ ਹੈ। ਜੀ ਇੱਕ ਪਿੰਡ ਖਰੀਦਿਆ ਸੀਗਾ ਮਿਰਜੇ ਵਾਲੀ ਆਪਣੇ ਰਾਵਤਸਰ 'ਚ, ਜੀ ਰਾਜਸਥਾਨ ਦੇ ਵਿੱਚ। ਹਾਂ ਤੇ 1000 ਮੁਰੱਬਾ ਕੁਲੈਤ ਦੇ ਵਿੱਚ ਖਰੀਦਿਆ ਸੀ, ਉੱਥੇ ਉਹਨਾਂ ਨੇ ਮਾਧੋਗੜ੍ਹ ਵਸਾਇਆ। ਜੀ ਉਹ ਸਾਰਾ ਪਿੰਡ ਆ ਉਹਨਾਂ ਨੇ ਘੁਮਿਆਰ ਵਸਾਏ ਆ ਉੱਥੇ ਜੀ ਤੇ ਘੁਮਿਆਰਾਂ ਦਾ ਹੀ ਹੈਗਾ। ਜੀ ਐਟ ਪ੍ਰੈਜ਼ੈਂਟ ਹੁਣ ਸੀਲਿੰਗ 'ਚ ਨਿਕਲ ਕੇ 6 ਮੁਰੱਬੇ ਠਾਕਰਾਂ ਦੇ ਹੈਗੇ ਆ ਉੱਥੇ। ਜੀ। ਜਿਹੜੇ ਪਿੰਡ ਦੇ ਵਿੱਚ ਮਾਲੀ ਲੋਕ ਰਹਿੰਦੇ ਆ ਰਾਜਸਥਾਨੀ, ਹਾਂਜੀ ਇਹ ਕੀ ਤੁਹਾਡੇ ਪੁਰਖਾਂ ਨੇ ਵਸਾਏ ਸੀ ਜਾ ਕੇ? ਇਹ ਠਾਕਰ ਸਾਹਿਬ ਹੀ ਲਿਆਏ ਸੀਗੇ ਜੀ ਸਾਰੇ ਕਿ ਵੀ ਇੱਥੇ ਇਹ ਖੇਤੀ ਕਰਨਗੇ, ਜੀ ਬਈ ਸਬਜ਼ੀ ਕਰੋ। ਜਦੋਂ ਖੂਹ ਪਟਾਏ ਫਿਰ ਇਹਨਾਂ ਨੂੰ ਮਾਲੀਆਂ ਨੂੰ ਅੱਡੋ ਅੱਡ ਪਿੰਡਾਂ ਦੇ ਵਿੱਚੋਂ ਇੱਥੇ ਲਿਆਂਦਾ। ਜੀ ਘੁਮਿਆਰ ਵੀ ਜਿਹੜੇ ਹੈਗੇ ਆ ਇਹ ਵੀ ਰਾਜਸਥਾਨ ਤੋਂ ਆਏ ਵੇ ਹੈਗੇ ਆ। ਜੀ ਆਪਣੇ ਕੁਛ ਘਰ ਜਿਹੜੇ ਹੈਗੇ ਗਾਂਗਾਣੀ ਦੇ ਹੀ ਆ ਜੀ ਤੇ ਬਾਕੀ ਆਸੇ-ਪਾਸੇ ਦੇ ਪਿੰਡਾਂ ਦੇ, ਕਿਉਂ ਪੱਠੇ ਚਲਾਉਣੇ ਸੀ ਤੇ ਕੌਣ ਚਲਾਵੇ ਪੱਠੇ, ਜੀ। ਫਿਰ ਘੁਮਿਆਰ ਲਿਆਂਦੇ ਸੀ। ਤਕਰੀਬਨ 80 ਕੁ ਘਰ ਲਿਆ। ਤੁਸੀਂ ਬਾਬਾ ਕਿਸ਼ਨ ਜਿਹੜੇ ਕਿਸ਼ਨ ਸਿੰਘ ਜੀ ਠਾਕਰ ਸੀ, ਉਹਨਾਂ ਨੇ ਤੁਸੀਂ ਕਿੰਨਵੇਂ ਪੀੜ੍ਹੀ ਤੇ ਤੁਸੀਂ ਪਹੁੰਚੇ ਹੋ? ਮੈਂ ਉਹਨਾਂ ਦੀ 5ਵੀਂ ਪੀੜ੍ਹੀ ਹਾਂ ਜੀ। ਜੀ ਤੁਸੀਂ 5ਵੀਂ ਪੀੜ੍ਹੀ। ਹਾਂਜੀ ਜੀ ਤੇ ਅੱਜ ਕੱਲ ਤੁਸੀਂ ਹੁਣ ਇੱਥੇ ਜ਼ਿਆਦਾ ਰਹਿਣਾ ਪਸੰਦ ਕਰਦੇ ਹੋ ਜਾਂ ਰਾਜਸਥਾਨ ਦੇ ਵਿੱਚ? ਮੈਂ ਦਿਲੀ ਇੱਛਾ ਤਾਂ ਇਹੀ ਹੈ ਕਿ ਵੀ ਮੈਂ ਪੰਜਾਬ 'ਚ ਰਵਾਂ ਤੇ ਪੰਜਾਬ 'ਚ ਹੀ ਮਰਾਂ। ਜੀ ਤੇ ਬੱਚਿਆਂ ਦੇ ਵੀ ਕੋਈ ਖੁਆਇਸ਼ ਹੈ ਕਿ ਅਸੀਂ ਵੀ ਇੱਥੇ ਸੋਨਗੜ੍ਹ ਦੇ ਵਿੱਚ ਆ ਕੇ ਰਹੀਏ ਜਾਂ ਨਹੀਂ? ਮੁੰਡੇ ਦੀ ਤਾਂ ਖੁਆਇਸ਼ ਹੈਗੀ ਹੈ ਜੀ ਕਿ ਵੀ ਮੈਂ ਸੋਨਗੜ੍ਹ ਹੀ ਰਵਾਂ। ਜੀ ਇੱਕ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਜਦੋਂ ਵੀ ਤੁਸੀਂ ਕਿਸੇ ਮੁੱਖ ਮੰਤਰੀ ਨੂੰ ਮਿਲਣਾ ਹੁੰਦਾ, ਚਾਹੇ ਉਹ ਪੰਜਾਬ ਦਾ, ਚਾਹੇ ਉਹ ਰਾਜਸਥਾਨ ਦਾ, ਚਾਹੇ ਉਹ ਹਰਿਆਣੇ ਦਾ, ਕਿਸੇ ਵੀ ਮਿਨਿਸਟਰ ਨੂੰ ਮਿਲਣਾ ਹੁੰਦਾ ਤੇ ਤੁਹਾਨੂੰ ਅਪਾਰਟਮੈਂਟ ਲੈਣ ਦੀ ਲੋੜ ਨਹੀਂ ਪੈਂਦੀ? ਉਹ ਐਂ ਜੀ ਕਿ ਵੀ ਟੈਲੀਫੋਨ ਤਾਂ ਕਰਨਾ ਪੈਂਦਾ ਜੀ ਤੇ ਜਾਂਦਿਆਂ ਹੀ ਮਤਲਬ ਆਵਾਜ਼ ਵੱਜ ਜਾਂਦੀ ਵੀ ਆ ਜਾਓ ਜੀ ਅੰਦਰ। ਆ ਜੀ ਅੰਦਰ। ਹਾਂਜੀ ਅੱਜ ਵੀ ਤੁਹਾਡਾ ਉਹ ਅੱਜ ਵੀ ਰੁਤਬਾ ਕਾਇਮ ਹੈ ਸੋਨਗੜ੍ਹ ਦੇ ਕਰਕੇ? ਹਾਂਜੀ ਹਾਂਜੀ ਸੋਨਗੜ੍ਹ ਦੇ ਕਰਕੇ। ਇਹ ਸੀ ਮੇਰੇ ਨਾਲ ਠਾਕੁਰ ਰੁਗਰਾਜ ਸਿੰਘ ਜੀ, ਜਿਨ੍ਹਾਂ ਨੇ ਆਪਣੀ ਫੈਮਿਲੀ ਦਾ ਤੇ ਇਸ ਡੇਰੇ ਦਾ, ਇਹਨੂੰ ਡੇਰਾ ਵੀ ਕਿਹਾ ਜਾਂਦਾ ਸੀ, ਹਵੇਲੀ ਵੀ ਕਿਹਾ ਜਾਂਦਾ ਸੀ ਤੇ ਕੋਟ ਵੀ ਕਿਹਾ ਜਾਂਦਾ ਸੀ ਤੇ ਪੱਕਾ ਰਾਵਲਾ ਵੀ ਕਿਹਾ ਜਾਂਦਾ ਸੀ ਇਹਨੂੰ, ਕਿਉਂਕਿ ਹਰੇਕ ਤਰ੍ਹਾਂ ਦੀ ਅਲੱਗ-ਅਲੱਗ ਭਾਸ਼ਾ ਸੀ। ਪੰਜਾਬੀ ਜਦੋਂ ਇਸ ਪਿੰਡ ਦੇ ਵਿੱਚ ਆਏ ਉਦੋਂ ਇਹਨੂੰ ਹਵੇਲੀ ਦਾ ਰੂਪ ਨਾਂ ਦੇ ਦਿੱਤਾ, ਹਵੇਲੀ ਕਹਿਣ ਲੱਗ ਪਏ। ਸੋ ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ, ਸੋਨਗੜ੍ਹ, ਰੱਤੇਵਾਲਾ।